ਦੱਸਦਾ ਆ। ਅਸੀਂ ਪੜ੍ਹਦੇ ਹਾਂ खुदा ਦੇ ਪਾਕ वचन ਦੇ ਵਿੱਚ ਲੂਕਾ ਦੀ ਅੰਜੀਲ 15 ਬਾਪ ਉਹਦੀ 11 ਤੋਂ ਲੈ ਕੇ ਕੁਛ ਐਤਾਂ ਨੂੰ ਜੋ ਆਪਾਂ ਉਹ खुदा ਦੇ ਪਾਕ वचन ਦੇ ਵਿੱਚੋਂ ਜਿਹੜੀਆਂ ਉਹ ਆਪਾਂ ਦੇਖਾਂਗੇ। ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਲੂਕਾ ਦੀ ਅੰਜੀਲ 15 ਬਾਪ ਦੇ ਵਿੱਚ 3 ਦ੍ਰਿਸ਼ਟਾਂਤ ਜਿਹੜੇ ਆ ਉਹ ਪ੍ਰਭੂ ਯਿਸੂ ਮਸੀਹ ਨੇ ਦਿੱਤੇ ਹੋਏ ਆ। ਇੱਕ ਆ ਗਵਾਚੀ ਹੋਈ ਭੇਡ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਹੋਇਆ। ਇੱਕ ਯਾਰੂ ਪੁੱਤਰ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਹੋਇਆ ਆ। ਅਤੇ ਇੱਕ ਜੋ ਕੋਇਨ ਜਿਹੜੇ ਸੀ, ਸਿੱਕੇ ਜਿਹੜੇ ਸੀ, ਇੱਕ ਪੈਨ ਦੇ ਜਿਹੜਾ ਇੱਕ ਸਿੱਕਾ ਜਿਹੜਾ 98 ਜਿਹੜੀ ਗਵਾਚ ਜਾਂਦੀ ਆ, ਉਸ ਦੇ ਬਾਰੇ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਪਾਕ ਵਚਨ ਦੇ ਵਿੱਚ ਲਿਖਿਆ ਹੋਇਆ। ਜਦੋਂ ਅਸੀਂ खुदा ਦੇ ਪਾਕ ਵਚਨ ਨੂੰ ਜਦੋਂ ਥੋੜਾ ਜਿਹਾ ਆਪਾਂ ਡੂੰਘਾਈ ਦੇ ਵਿੱਚ ਥੋੜਾ ਜਿਹਾ ਜਦੋਂ ਆਪਾਂ ਡੀਪਲੀ ਜਦੋਂ ਆਪਾਂ ਦੇਖਦੇ ਹਾਂ ਤੇ ਬਾਈਬਲ ਸਾਨੂੰ ਦੱਸਦੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਬਹੁਤ ਸਾਰਿਆਂ ਲੋਕਾਂ ਨੂੰ ਦ੍ਰਿਸ਼ਟਾਂਤ ਦੇ ਰਾਹੀਂ ਉਦਾਹਰਨਾਂ ਦੇ ਕੇ ਲੋਕਾਂ ਨੂੰ ਸਮਝਾਇਆ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਉਦਾਹਰਨ ਆਪਾਂ ਦਿੰਦੇ ਆ, ਐਗਜ਼ਾਮਪਲ ਜਦੋਂ ਆਪਾਂ ਦਿੰਦੇ ਆ, ਤਾਂ ਉਹ ਐਗਜ਼ਾਮਪਲ ਜਿਹੜੀ ਆ ਉਹ ਉਦਾਹਰਨ ਜਿਹੜੀ ਆ ਬੜੀ ਆਸਾਨੀ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਲੋਕ ਜਿਹੜੇ ਆ ਉਸ ਉਦਾਹਰਨ ਨੂੰ ਜਿਹੜੇ ਆ ਉਸ ਦ੍ਰਿਸ਼ਟਾਂਤ ਨੂੰ ਜਿਹੜੇ ਆ ਉਹ ਸਮਝ ਲੈਂਦੇ ਆ। ਤਾਂ ਬਾਈਬਲ ਦੇ ਵਿੱਚ ਵੀ ਇਹ ਗੱਲ ਨੂੰ ਲਿਖਿਆ ਹੋਇਆ ਆ ਕਿ ਸਿਰਫ ਵਚਨ ਨੂੰ ਸੁਣਨਾ ਹੀ ਨਹੀਂ ਆ, ਵਚਨ ਨੂੰ ਸਮਝਣਾ ਆ ਤੇ ਉਸ ਵਚਨ ਦੇ ਉੱਤੇ ਚੱਲਣਾ ਆ। ਤੇ ਬਾਈਬਲ ਦੇ ਵਿੱਚ ਲਿਖਿਆ ਕਈ ਵਾਰ ਸਿਰਫ ਆਪਾਂ ਵਚਨ ਸੁਣਦੇ ਆ, ਪਰ ਬਾਈਬਲ ਦੇ ਵਿੱਚ ਲਿਖਿਆ ਸਿਰਫ ਵਚਨ ਸੁਣਨਾ ਹੀ ਨਹੀਂ ਆ, ਵਚਨ ਨੂੰ ਸਮਝਣਾ ਆ ਤੇ ਉਸ ਸਮਝ ਦੇ ਨਾਲ ਉਸ ਜੋ ਸਮਝਿਆ ਗਿਆ ਵਚਨ ਆ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਕੀ ਕਰਨਾ ਆ, ਚਲਾਉਣਾ ਆ। ਸੋ ਬੜੇ ਵਧੀਆ ਤਰੀਕੇ ਦੇ ਨਾਲ ਉਦਾਹਰਨਾਂ ਦੇ ਕੇ ਦ੍ਰਿਸ਼ਟਾਂਤ ਦੇ ਤੇ खुदा ਨੇ ਵਚਨ ਜਿਹੜਾ ਆ ਆਪਣੇ ਲੋਕਾਂ ਨੂੰ ਸਮਝਾਉਣ ਦੀ ਕੀ ਕੀਤੀ ਆ, ਕੋਸ਼ਿਸ਼ ਕੀਤੀ ਹੋਈ ਆ, ਤਾਂ ਜੋ ਪ੍ਰਭੂ ਯਿਸੂ ਮਸੀਹ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਜਿਸ ਨੂੰ ਮੈਂ ਆਪਣੀ ਹੱਥੀਂ ਬਣਾਇਆ ਆ, ਆਪਣੇ ਹੱਥੀਂ ਤਿਆਰ ਕੀਤਾ ਆ, ਹਰ ਇੱਕ ਵਿਅਕਤੀ ਜੋ ਧਰਤੀ ਦੇ ਉੱਤੇ ਆਇਆ ਹੋਇਆ ਆ, ਉਹ ਕੀ ਕਰੇ, ਨਾਸ਼ ਹੋ ਜਾਵੇ, ਉਹ ਕੀ ਹੋ ਜਾਏ, ਮਿਟ ਜਾਏ, ਉਹ ਕੀ ਹੋ ਜਾਏ, ਮਰ ਜਾਏ। ਪਰ ਜਦੋਂ ਆਪਾਂ खुदा ਦਾ ਪਾਕ ਵਚਨ ਅਸੀਂ ਪੜ੍ਹਦੇ ਹਾਂ ਤੇ ਬਾਈਬਲ ਦੇ ਵਿੱਚ ਲਿਖਿਆ ਸ਼ੈਤਾਨ ਜੋ ਆ ਉਹ ਆਇਆ ਨਾਸ਼ ਕਰਨ ਦੇ ਲਈ, ਤਬਾਹ ਕਰਨ ਦੇ ਲਈ ਤੇ ਸਾਡੀਆਂ ਚੀਜ਼ਾਂ ਨੂੰ ਚੁਰਾਉਣ ਦੇ ਲਈ ਆਇਆ ਹੋਇਆ। ਪਰ ਇਹ ਸ਼ੈਤਾਨ ਆਇਆ ਆ, ਪਰ ਯਿਸੂ ਮਸੀਹ ਮੈਨੂੰ ਤੁਹਾਨੂੰ ਜੀਵਨ ਦੇਣ ਦੇ ਲਈ, ਮੈਨੂੰ ਤੁਹਾਨੂੰ ਬਰਕਤ ਦੇਣ ਦੇ ਲਈ, ਮੈਨੂੰ ਤੇ ਤੁਹਾਨੂੰ ਅਨੰਤ ਜੀਵਨ ਦੇਣ ਦੇ ਲਈ ਕੋ ਆ ਪ੍ਰਭੂ ਯਿਸੂ ਮਸੀਹ ਜਿਹੜੇ ਆ ਉਹ ਆਏ ਹੋਏ ਆ। ਸੋ ਇਸ ਲਈ ਮੈਨੂੰ ਤੁਹਾਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਮੇਰਾ ਮਕਸਦ ਕੀ ਆ, ਮੈਨੂੰ खुदा ਨੇ ਕਿਸ ਕੰਮ ਦੇ ਲਈ ਜੋ ਆ ਮੈਨੂੰ ਇਸ ਧਰਤੀ ਦੇ ਉੱਤੇ ਭੇਜਿਆ ਆ। ਤੋ ਅੱਜ ਦਾ ਜੋ ਪਾਕ ਵਚਨ ਜੋ ਆਪਾਂ ਸੁਣਾਂਗੇ ਉਹ ਹੋਵੇਗਾ ਯਾਰੂ ਪੁੱਤਰ ਦੇ ਬਾਰੇ ਜੋ ਆ ਅਸੀਂ खुदा ਦਾ ਪਾਕ ਵਚਨ ਜਿਹੜਾ ਉਹ ਆਪਾਂ ਸੁਣਾਂਗੇ। ਪਿਛਲੇ ਕਾਫੀ ਦਿਨਾਂ ਤੋਂ ਮੈਂ ਇਸ ਵਚਨ ਨੂੰ ਦੇਣਾ ਸੀ, ਪਰ ਵਿੱਚ ਗੁੱਡ ਫਰਾਈਡੇ ਆ ਗਿਆ, ਪਾਮ ਸੰਡੇ ਆ ਗਿਆ, ਗੁੱਡ ਫਰਾਈਡੇ ਆ ਗਿਆ, ਈਸਟਰ ਆ ਗਿਆ, ਜਿਸ ਵਜ੍ਹਾ ਦੇ ਕਰਕੇ ਮੈਂ ਇਸ ਵਚਨ ਨੂੰ ਜੋ ਆ ਮੈਂ ਨਹੀਂ ਦੇ ਸਕਿਆ। ਪਰ खुदा ਨੇ ਪਿਛਲੇ ਦਿਨਾਂ ਦੇ ਵਿੱਚ ਜੋ ਮੇਰੀ ਲਾਈਫ ਦੇ ਵਿੱਚ ਜੋ ਮੈਨੂੰ ਵਚਨ ਜੋ ਮੈਨੂੰ ਦਿੱਤਾ ਆ, ਮੈਂ ਉਹ ਤੁਹਾਡੇ ਸਾਰਿਆਂ ਦੇ ਵਿੱਚ ਜੋ ਆ ਉਹ ਮੈਨੂੰ ਸਾਂਝਾ ਜੋ ਆ ਮੈਂ ਕਰਨਾ ਚਾਹੁੰਦਾ ਆ। ਸੋ ਬਾਈਬਲ ਦੇ ਵਿੱਚੋਂ ਯਾਰੂ ਪੁੱਤਰ ਦੇ ਬਾਰੇ ਆਪਾਂ ਦੇਖਦੇ ਆ। ਇਹਨੂੰ ਇੰਗਲਿਸ਼ ਵਿੱਚ ਪ੍ਰੋਡੀਗਲ ਸਨ ਕਿਹਾ ਗਿਆ ਆ, ਪੰਜਾਬੀ ਦੇ ਵਿੱਚ ਇਸ ਨੂੰ ਯਾਰੂ ਪੁੱਤਰ ਜਿਹੜਾ ਉਹ ਕਿਹਾ ਗਿਆ ਆ। ਤੋ ਥੋੜਾ ਜਿਹਾ ਅੱਜ ਇਸ ਵਚਨ ਨੂੰ ਬੜੇ ਧਿਆਨ ਦੇ ਨਾਲ ਜੋ ਆ ਉਹ ਤੁਸੀਂ ਵਚਨ ਸੁਣਨਾ ਆ। ਇਸ ਵਚਨ ਨੂੰ ਬੜੀ ਡੂੰਘਾਈ ਦੇ ਵਿੱਚ ਜੋ ਆ ਇਸ ਪਾਕ खुदा ਦੇ ਵਚਨ ਨੂੰ ਜਿਹੜਾ ਉਹ ਤੁਸੀਂ ਕੀ ਕਰਨਾ ਆ, ਸੁਣਨਾ ਆ। ਕਿਉਂਕਿ ਜੋ ਵਚਨ ਸੁਣਿਆ ਜਾਏਗਾ, ਜੋ ਅੱਜ ਵਚਨ ਸੁਣਾਇਆ ਜਾ ਰਿਹਾ, ਜੋ ਵਚਨ ਅੱਜ ਤੁਸੀਂ ਫੇਸਬੁੱਕ ਤੇ ਰਾਹੀਂ ਤੁਸੀਂ ਸੁਣ ਰਹੇ ਜੇ, ਇਹ ਵਚਨ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਲਿਆਏ, ਇਹ ਵਚਨ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਬਰਕਤ ਲਿਆਏ। ਸੋ ਇਸ ਦੀ ਆਪਾਂ ਲੂਕਾ ਦੀ ਅੰਜੀਲ 15 ਬਾਪ ਉਹਦੀ 11 ਐਤ ਨੂੰ ਆਪਾਂ ਦੇਖਦੇ ਹਾਂ। ਬਾਈਬਲ ਦੇ ਵਿੱਚ ਲਿਖਿਆ, ਫਿਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਵੋ। ਤਾਂ ਉਸਨੇ ਉਸ ਨੂੰ ਪੂੰਜੀ ਵੰਡ ਦਿੱਤੀ। ਸੋ ਇਹ ਥੋੜਾ ਜਿਹਾ खुदा ਦਾ ਪਾਕ ਵਚਨ ਆ, ਥੋੜਾ ਕਰਕੇ ਆਪਾਂ ਅੱਗੇ खुदा ਦੇ ਪਾਕ ਵਚਨ ਦੇ ਵੱਲ ਆਪਾਂ ਜਾਵਾਂਗੇ।
ਬਾਈਬਲ ਦੇ ਵਿੱਚ ਲਿਖਿਆ ਇੱਕ ਮਨੁੱਖ ਸੀ, ਖੁਦਾ ਉਦਾਹਰਨ ਦੇ ਰਿਹਾ, ਇੱਕ ਦ੍ਰਿਸ਼ਟਾਂਤ ਦੇ ਰਿਹਾ ਤਾਂ ਜੋ ਲੋਕਾਂ ਨੂੰ ਸਮਝ ਵਿੱਚ ਇਹ ਗੱਲ ਆ ਜਾਵੇ। ਬੜੀ ਆਸਾਨੀ ਦੇ ਨਾਲ, ਬੜੇ ਵਧੀਆ ਤਰੀਕੇ ਦੇ ਨਾਲ ਲੋਕੀ ਇਹ ਗੱਲ ਸਮਝ ਲੈਣ, ਜਿਸ ਦੇ ਲਈ 15 ਬਾਬ ਦੇ ਵਿੱਚ ਤਿੰਨੇ ਹੀ ਐਗਜ਼ੈਂਪਲਾਂ, ਦ੍ਰਿਸ਼ਟਾਂਤ ਜਿਹੜੇ ਆ, ਉਦਾਹਰਨਾਂ ਜਿਹੜੀਆਂ ਪ੍ਰਭੂ ਯਿਸੂ ਮਸੀਹ ਨੇ ਵਚਨਾਂ ਦੇ ਵਿੱਚ ਆਪਣੇ ਲੋਕਾਂ ਨੂੰ ਜਿਹੜੀਆਂ ਦੱਸੀਆਂ ਹੋਈਆਂ। ਸੋ ਇਸ ਵਚਨ ਦੇ ਵਿੱਚ ਯਿਸੂ ਮਸੀਹ ਉਦਾਹਰਨ ਕੀ ਦੇ ਰਿਹਾ? ਲਿਖਿਆ ਇੱਕ ਮਨੁੱਖ ਦੇ 2 ਪੁੱਤਰ ਸਨ। ਬੜੇ ਵਧੀਆ ਤਰੀਕੇ ਨਾਲ ਇਹ ਗੱਲ ਸਮਝ ਵਿੱਚ ਆ ਗਈ। ਇੱਕ ਵਿਅਕਤੀ ਦੇ 2 ਪੁੱਤਰ ਸਨ। ਦੋਨਾਂ ਪੁੱਤਰਾਂ ਦੇ ਵਿੱਚੋਂ ਜਿਹੜਾ ਛੋਟਾ ਆ, ਉਸਨੇ ਕੀ ਕਿਹਾ? ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਜਿੰਨਾ ਵੀ ਹਿੱਸਾ ਮੇਰਾ ਬਣਦਾ ਆ, ਜਿੰਨਾ ਵੀ ਮੇਰੀ ਜਾਇਦਾਦ ਬਣਦੀ ਆ, ਉਹ ਤੁਸੀਂ ਕੀ ਕਰ ਦਵੋ? ਮੈਨੂੰ ਦੇ ਦਵੋ। ਬਾਈਬਲ ਦੇ ਵਿੱਚ ਲਿਖਿਆ ਉਹਦੇ ਪਿਤਾ ਨੇ ਕੀ ਕੀਤਾ? ਉਹਦੇ ਬਾਪ ਨੇ ਕੀ ਕੀਤਾ? ਜਿੰਨੀ ਪੂੰਜੀ ਆਂਦੀ ਸੀ, ਜਿੰਨਾ ਉਹਨਾਂ ਦੇ ਬੱਚਿਆਂ ਦੇ ਜ਼ਿੰਦਗੀਆਂ ਦੇ ਵਿੱਚ ਜਿੰਨਾ ਜੋ ਕੁਝ ਆਂਦਾ ਸੀ, ਉਹਨਾਂ ਦੇ ਪਿਤਾ ਨੇ ਕੀ ਕੀਤਾ? ਉਸੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਉਹ ਪੂੰਜੀ, ਉਹ ਜਾਇਦਾਦ ਕਰ ਦਿੱਤੀ, ਵੰਡ ਦਿੱਤੀ। ਹੁਣ ਉਦਾਹਰਨ ਕੀ ਆ? ਇਹਦਾ ਥੀਮ ਕੀ ਦਿੱਤਾ ਗਿਆ? ਉਹ ਯਾਰੂ ਪੁੱਤਰ ਦਿੱਤਾ ਗਿਆ। ਪਰ ਹੁਣ ਬਾਈਬਲ ਵਿੱਚ ਇਹ ਗੱਲ ਪੜ੍ਹ ਰਹੇ ਹਾਂ ਆਪਾਂ, ਸੁਣ ਰਹੇ ਹਾਂ ਕਿ ਉਹ ਯਾਰੂ ਪੁੱਤਰ ਪਹਿਲਾਂ ਨਹੀਂ ਸੀ ਉਹ ਯਾਰੂ ਪੁੱਤਰ, ਉਹ ਬਾਅਦ ਚੋਂ ਯਾਰੂ ਪੁੱਤਰ ਬਣਿਆ। ਪਹਿਲਾਂ ਉਸ ਵਿਅਕਤੀ ਦੇ ਕੋਲੋਂ, ਪਹਿਲਾਂ ਉਸ ਮੁੰਡੇ ਦੇ ਕੋਲੋਂ ਜੋ ਕੁਛ ਉਹਨੇ ਆਪਣੇ ਪਿਤਾ ਨੂੰ ਕਿਹਾ, ਜੋ ਕੁਛ ਉਹਨੇ ਆਪਣੇ ਡੈਡੀ ਨੂੰ ਕਿਹਾ, ਉਹਦੇ ਡੈਡੀ ਨੇ, ਉਹਦੇ ਪਿਤਾ ਨੇ ਉਹਨੂੰ ਜੋ ਕੁਛ ਵੀ ਉਸ ਜੋ ਮੰਗਦਾ ਰਿਹਾ, ਜੋ ਕੁਛ ਵੀ ਉਹਦੇ ਹਿੱਸੇ ਆਂਦਾ ਰਿਹਾ, ਉਹਦੇ ਪਿਤਾ ਨੇ ਉਹਨੂੰ ਉਹਦੇ ਅਕੋਰਡਿੰਗ ਉਹਨੂੰ ਕੀ ਆ? ਦੇ ਦਿੱਤਾ। ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਆਪਾਂ ਕਰ ਰਹੇ ਹਾਂ। ਉਹ ਵਿਸ਼ਾ ਆ ਕਿ ਸਾਡਾ ਇੱਕ ਖੁਦਾ ਆ, ਸਾਡਾ ਇੱਕ ਪਾਸਟਰ ਆ, ਸਾਡਾ ਇੱਕ ਆਤਮਿਕ ਪਿਤਾ ਆ। ਸਾਡਾ ਇੱਕੋ ਹੀ ਖੁਦਾ ਹੋਣਾ ਚਾਹੀਦਾ ਆ, ਸਾਡਾ ਇੱਕੋ ਹੀ ਪਿਤਾ ਹੋਣਾ ਚਾਹੀਦਾ ਆ, ਅਤੇ ਸਾਡਾ ਇੱਕੋ ਹੀ ਜਿਹੜਾ ਆਤਮਿਕ ਪਿਤਾ ਜਿਹੜਾ ਉਹ ਹੋਣਾ ਚਾਹੀਦਾ ਆ। ਮੈਂ ਫਿਰ ਇੱਕ ਗੱਲ ਨੂੰ ਮੈਂ ਫਿਰ ਕਰਾਂਗਾ। ਇਹ ਜੋ ਗੱਲ ਜੋ ਮੈਂ ਬੋਲਣ ਜਾ ਰਿਹਾ, ਇਹ ਲਾਸਟ ਦੇ ਵਿੱਚ ਜਾ ਕੇ ਜਾਂ ਵਿੱਚ ਸੈਂਟਰ ਦੇ ਵਿੱਚ ਜਾ ਕੇ ਇਹ ਤੁਹਾਨੂੰ ਇਹ ਗੱਲ ਦੀ ਸਮਝ ਵਿੱਚ ਆ ਜਾਏਗੀ ਕਿ ਕਿਉਂ ਇਸ ਗੱਲ ਨੂੰ ਮੈਂ ਜੋ ਬੋਲ ਰਿਹਾ ਆ। ਮੈਂ ਸਾਡਾ ਇੱਕੋ ਹੀ ਖੁਦਾ ਹੋਣਾ ਚਾਹੀਦਾ ਆ, ਸਾਡਾ ਇੱਕੋ ਪਾਸਟਰ ਹੋਣਾ ਚਾਹੀਦਾ, ਅਤੇ ਸਾਡਾ ਇੱਕੋ ਹੀ ਆਤਮਿਕ ਪਿਤਾ ਜਿਹੜਾ ਆ ਉਹ ਹੋਣਾ ਚਾਹੀਦਾ ਆ। ਸੋ ਬਾਈਬਲ ਦੇ ਵਿੱਚੋਂ ਆਪਾਂ ਸੁਣਿਆ ਇੱਕ ਪਿਤਾ, ਉਸਦੇ 2 ਪੁੱਤਰ ਆ। ਇੱਕ ਪਿਤਾ ਆ ਅਤੇ ਉਸਦੇ ਕੀ ਆ? 2 ਪੁੱਤਰ ਆ। ਸੋ ਬਾਈਬਲ ਦੇ ਵਿੱਚ ਸੁਣਿਆ ਜਿੰਨਾ ਚਿਰ ਤੱਕ ਉਹਦਾ ਬੇਟਾ ਆਪਣੇ ਪਿਤਾ ਦੇ ਨਾਲ ਰਿਹਾ, ਇੱਕੋ ਦੇ ਨਾਲ, ਜਾਂ ਮੰਨ ਲਓ ਇੱਕੋ ਪਾਸਟਰ ਦੇ ਨਾਲ ਰਿਹਾ, ਜਾਂ ਮੰਨ ਲਓ ਇੱਕੋ ਹੀ ਆਤਮਿਕ ਪਿਤਾ ਦੇ ਨਾਲ ਰਿਹਾ, ਜਾਂ ਮੰਨ ਲਓ ਇੱਕੋ ਹੀ ਖੁਦਾ ਦੇ ਨਾਲ ਰਿਹਾ, ਤੇ ਬਾਈਬਲ ਦੇ ਵਿੱਚ ਲਿਖਿਆ ਜੋ ਕੁਛ ਉਹ ਪਿਤਾ, ਜੋ ਕੁਛ ਉਹ ਮੁੰਡਾ ਮੰਗਦਾ ਗਿਆ, ਜੋ ਕੁਛ ਉਹਦਾ ਮੁੰਡਾ ਆਪਣੇ ਪਿਤਾ ਨੂੰ ਕਹਿੰਦਾ ਗਿਆ, ਉਹ ਸੌ ਉਹਨੂੰ ਉਹ ਸਾਰੀਆਂ ਆਸ਼ੀਸ਼ਾਂ, ਸੌ ਉਹਨੂੰ ਸਾਰੀਆਂ ਬਰਕਤਾਵਾਂ, ਸੌ ਉਹਨੂੰ ਸਾਰੀਆਂ ਆਸ਼ੀਸ਼ਾਂ ਜਿਹੜੀਆਂ ਉਹਨੂੰ ਮਿਲਦੀਆਂ ਗਈਆਂ। ਇਸੇ ਤਰ੍ਹਾਂ ਦੇ ਨਾਲ ਜਦੋਂ ਆਪਾਂ ਇੱਕ ਖੁਦਾ ਦੀ ਆਰਾਧਨਾ ਕਰਦੇ ਹਾਂ, ਜਦੋਂ ਆਪਾਂ ਇੱਕ ਖੁਦਾ ਦੀ ਸਤੁਤੀ ਕਰਦੇ ਹਾਂ, ਇੱਕ ਖੁਦਾ ਦੀ ਮਹਿਮਾ ਕਰਦੇ ਹਾਂ, ਇੱਕ ਖੁਦਾ ਨੂੰ ਜਦੋਂ ਆਪਾਂ ਮੰਨਦੇ ਹਾਂ ਨਾ, ਤਾਂ ਉਹ ਖੁਦਾ ਸਾਨੂੰ ਬਹੁਤ ਕੁਝ ਦਿੰਦਾ ਆ। ਉਹ ਖੁਦਾ ਸਾਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਦਿੰਦਾ, ਉਹ ਖੁਦਾ ਸਾਨੂੰ ਬਹੁਤ ਸਾਰੀਆਂ ਕੀ ਦਿੰਦਾ? ਬਰਕਤਾਵਾਂ ਦਿੰਦਾ ਆ। ਸੋ ਬਾਈਬਲ ਦੇ ਵਿੱਚ ਲਿਖਿਆ, ਜਦੋਂ ਆਪਾਂ ਕੂਚ ਦੀ ਕਿਤਾਬ ਅਸੀਂ ਪੜ੍ਹਦੇ ਹਾਂ ਤਾਂ ਬਾਈਬਲ ਦੇ ਵਿੱਚ ਲਿਖਿਆ ਇੱਕੋ ਹੀ ਖੁਦਾ ਦੀ ਤੁਸੀਂ ਕੀ ਕਰੋ? ਆਰਾਧਨਾ ਕਰੋ। ਇੱਕੋ ਹੀ ਖੁਦਾ ਨੂੰ ਤੁਸੀਂ ਕੀ ਕਰੋ? ਮੰਨੋ। ਇੱਕੋ ਹੀ ਖੁਦਾ ਦੀ ਤੁਸੀਂ ਕੀ ਕਰੋ? ਆਰਾਧਨਾ ਕਰੋ। ਵੱਖ-ਵੱਖ ਖੁਦਾਵਾਂ ਦੀ, ਵੱਖ-ਵੱਖ ਖੁਦਾ ਦੀ, ਵੱਖ-ਵੱਖ ਰੱਬਾਂ ਦੀ ਤੁਸੀਂ ਆਰਾਧਨਾ, ਸਤੁਤੀ, ਤੁਸੀਂ ਆਰਾਧਨਾ ਨਾ ਕਰੋ। ਇੱਕੋ ਹੀ ਖੁਦਾ ਜਿਸ ਨੂੰ ਤੁਸੀਂ ਮੰਨਦੇ ਜੇ, ਉਸ ਖੁਦਾ ਦੀ ਤੁਸੀਂ ਕੀ ਕਰੋ? ਆਰਾਧਨਾ, ਤੇ ਉਸ ਖੁਦਾ ਦੀ ਸਤੁਤੀ ਤੁਸੀਂ ਕੀ ਕਰੋ। ਅੱਜ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ ਆ? ਆਪਣੇ ਖੁਦਾ ਨੂੰ ਛੱਡ ਕੇ ਤੇ ਦੂਸਰਿਆਂ ਦੇ ਖੁਦਾਵਾਂ ਦੇ ਮਗਰ ਆਰਾਧਨਾ ਕਰਨੀ, ਸਤੁਤੀ ਕਰਨੀ, ਜਾਂ ਉਹਨਾਂ ਨੂੰ ਖੋਜ ਕਰਨਾ, ਜਾਂ ਉਹਨਾਂ ਨੂੰ ਲੱਭਣਾ ਕੀ ਕਰ ਦਿੱਤਾ ਹੈ? ਸ਼ੁਰੂ ਕਰ ਦਿੱਤਾ। ਪਰ ਬਾਈਬਲ ਦੇ ਵਿੱਚ ਲਿਖਿਆ, ਤੁਹਾਨੂੰ ਅਜੇ ਇਸ ਗੱਲ ਦਾ ਅੰਦਾਜ਼ਾ ਜਾਂ ਇਸ ਚੀਜ਼ ਦੇ ਬਾਰੇ ਤੁਹਾਨੂੰ ਨਹੀਂ ਪਤਾ ਹੋਵੇਗਾ
ਇਹ ਮੁੰਡਾ ਜਿੰਨਾ ਚਿਰ ਤੱਕ ਇਹ ਆਪਣੇ ਇੱਕੋ ਹੀ ਖੁਦਾ ਦੇ ਕੋਲ ਨਾਲ ਰਿਹਾ, ਇੱਕੋ ਪਿਤਾ ਦੇ ਨਾਲ ਰਿਹਾ, ਇੱਕੋ ਆਤਮਿਕ ਪਿਤਾ ਦੇ ਨਾਲ ਰਿਹਾ, ਇੱਕੋ ਪਾਸਟਰ ਦੇ ਨਾਲ ਰਿਹਾ, ਇੱਕੋ ਡੈਡੀ ਆਪਣੇ ਦੇ ਨਾਲ ਰਿਹਾ, ਤੇ ਇਹਨੂੰ ਬਹੁਤ ਸਾਰੀਆਂ ਆਸ਼ੀਸ਼ਾਵਾਂ, ਇਹਨੂੰ ਬਹੁਤ ਸਾਰੀਆਂ ਬਰਕਤਾਵਾਂ, ਇਹਨੂੰ ਬਹੁਤ ਸਾਰੀਆਂ ਜੋ ਕੁਛ ਇਹ ਮੰਗਦਾ ਗਿਆ, ਸੋ ਖੁਦਾ, ਸੋ ਇਹਦਾ ਪਿਤਾ, ਸੋ ਇਹਦਾ ਆਤਮਿਕ ਪਿਤਾ ਇਹਨੂੰ ਕੀ ਆ ਦਿੰਦਾ ਰਿਹਾ। ਇਹ ਪਹਿਲਾਂ ਅਯਾਰੂ ਨਹੀਂ ਆ, ਇਹ ਪਹਿਲਾਂ ਅਯਾਰੂ ਨਹੀਂ ਆ, ਪਹਿਲਾਂ ਇਸ ਦੇ ਕੋਲ ਬਹੁਤ ਕੁਛ ਆ, ਗੁਣਾਂ ਦੇ ਨਾਲ ਭਰਿਆ ਹੋਇਆ ਆ। ਖੁਦਾ ਨੇ ਇਹਨੂੰ ਸੰਸਾਰਿਕ ਬਰਕਤਾਵਾਂ ਦਿੱਤੀਆਂ ਆ, ਖੁਦਾ ਨੇ ਇਹਨੂੰ ਰੂਹਾਨੀ ਬਰਕਤਾਵਾਂ ਦਿੱਤੀਆਂ ਆ, ਫਿਜ਼ੀਕਲੀ ਬਰਕਤਾਵਾਂ ਦਿੱਤੀਆਂ ਹੋਈਆਂ, ਸਪਿਰਚੁਅਲ ਬਰਕਤਾਂ ਜਿਹੜੀਆਂ ਖੁਦਾ ਨੇ, ਉਹਦੇ ਪਿਤਾ ਨੇ, ਉਹਦੇ ਪਾਸਟਰ ਨੇ ਇਹਨੂੰ ਕੀ ਆ ਦਿੱਤੀਆਂ ਹੋਈਆਂ। ਪਰ ਜਦੋਂ ਇਹਨੇ ਆਪਣੇ ਪਿਤਾ ਨੂੰ, ਆਪਣੇ ਖੁਦਾ ਨੂੰ, ਆਪਣੇ ਆਤਮਿਕ ਪਿਤਾ ਨੂੰ ਜਦੋਂ ਇਸਨੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ, ਉਸ ਦੀ ਨਈ ਗੱਲ ਮੰਨਣੀ ਸ਼ੁਰੂ ਕਰ ਦਿੱਤੀ, ਉਹਦੇ ਹੁਕਮ ਦੇ ਮੁਤਾਬਿਕ, ਆਪਣੇ ਖੁਦਾ ਦੀ ਮਰਜ਼ੀ ਦੇ ਮੁਤਾਬਿਕ, ਆਪਣੇ ਖੁਦਾ ਦੀ ਵਿਧੀਆਂ ਦੇ ਮੁਤਾਬਿਕ ਜਦੋਂ ਇਸਨੇ ਨਹੀਂ ਚੱਲਣਾ ਸ਼ੁਰੂ ਕਰ ਦਿੱਤਾ, ਪ੍ਰੋਬਲਮ ਸਾਡੀ ਲਾਈਫ ਦੇ ਵਿੱਚ ਉਦੋਂ ਆਉਂਦੀ ਆ। ਜਦੋਂ ਅਸੀਂ ਆਪਣੇ ਖੁਦਾ ਦਾ ਕਹਿਣਾ ਨਹੀਂ ਮੰਨਦੇ ਤੇ ਦੂਸਰੇ ਦੇ ਖੁਦਾ ਦਾ ਜਦੋਂ ਅਸੀਂ ਕਹਿਣਾ ਮੰਨਦੇ ਆ, ਜੋ ਆਪਣੇ ਖੁਦਾ ਦੀ ਆਰਾਧਨਾ ਨਹੀਂ ਕਰਦੇ, ਜਦੋਂ ਅਸੀਂ ਆਪਣੇ ਖੁਦਾ ਦੀ ਸਤੁਤੀ ਨਹੀਂ ਕਰਦੇ, ਤਾਂ ਦੂਸਰੇ ਦੇ ਖੁਦਾਵਾਂ ਦੀ ਆਰਾਧਨਾ ਸਤੁਤੀ ਨੂੰ ਕਰਨਾ ਜਿਹੜਾ ਆਪਾਂ ਮਹੱਤਵ ਸਮਝਦੇ ਆ, ਉਹਨੂੰ ਪਹਿਲ ਦੇਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੰਦੇ ਆ। ਪ੍ਰੋਬਲਮ ਸਾਡੀ ਲਾਈਫ ਦੇ ਵਿੱਚ ਉਸੇ ਦਿਨ ਤੋਂ ਕੀ ਹੋ ਜਾਂਦੀ ਆ, ਸ਼ੁਰੂ ਹੋ ਜਾਂਦੀ ਆ। ਇਸ ਵਚਨ ਨੂੰ ਡੀਪਲੀ ਸੁਣਿਓ, ਇਸ ਵਚਨ ਨੂੰ ਧਿਆਨ ਦੇ ਨਾਲ ਸੁਣਿਓ, ਸਮਝਣ ਦੀ ਕੋਸ਼ਿਸ਼ ਕਰਿਓ। ਮੈਂ ਤੁਸੀਂ ਕੀ ਕਰ ਰਹੇ ਆ, ਸਾਡੀ ਲਾਈਫ ਜਿਹੜੀ ਉਹ ਕਿਸ ਤਰ੍ਹਾਂ ਦੇ ਨਾਲ ਚੱਲ ਰਹੀ ਆ। ਜਿੰਨਾ ਚਿਰ ਤੱਕ ਉਹ ਮੁੰਡਾ ਆਪਣੇ ਇੱਕੋ ਹੀ ਪਿਤਾ ਦੇ ਨਾਲ ਰਿਹਾ, ਇੱਕੋ ਬਾਪ ਦੇ ਨਾਲ ਰਿਹਾ, ਇੱਕੋ ਸੇਵਕ ਦੇ ਨਾਲ ਰਿਹਾ, ਇੱਕੋ ਆਤਮਿਕ ਪਿਤਾ ਦੇ ਨਾਲ ਰਿਹਾ, ਜ਼ਿੰਦਗੀ ਦੇ ਵਿੱਚ ਉਹਨੇ ਜੋ ਕੁਝ ਮੰਗਿਆ ਸੋ ਉਹਨੂੰ ਦਿੱਤਾ ਖੁਦਾ ਨੇ, ਸੋ ਉਹਦੇ ਖੁਦਾ ਨੇ ਉਹਨੂੰ ਦਿੱਤਾ, ਸੋ ਉਹਦੇ ਆਤਮਿਕ ਪਿਤਾ ਨੇ ਉਹਨੂੰ ਦਿੱਤਾ। ਉਜਾਰੂ ਉਦੋਂ ਮੰਨ ਗਿਆ, ਜੋ ਕੁਛ ਉਸਦੇ ਕੋਲ ਸੀ ਉਦੋਂ ਆਸ਼ੀਸ਼ਾਂ ਬਰਕਤਾਂ ਉਦੋਂ ਉਹਦੀ ਲਾਈਫ ਦੇ ਵਿੱਚ ਚਲੇ ਗਈਆਂ, ਜਦੋਂ ਉਹਨੇ ਆਪਣੇ ਖੁਦਾ ਨੂੰ ਪਿੱਛੇ ਕਰ ਦਿੱਤਾ, ਜਦੋਂ ਉਹਨੇ ਆਪਣੇ ਪਾਸਟਰ ਨੂੰ ਪਿੱਛੇ ਕਰ ਦਿੱਤਾ, ਜਦੋਂ ਉਹਨੇ ਆਤਮਿਕ ਪਿਤਾ ਨੂੰ ਪਿੱਛੇ ਕਰ ਦਿੱਤਾ, ਉਦੋਂ ਤੋਂ ਉਹਦੀ ਲਾਈਫ ਦੇ ਵਿੱਚ ਉਦੋਂ ਤੋਂ ਉਹ ਅਯਾਰੂ ਬਣਨਾ ਕੀ ਹੋ ਗਿਆ, ਸ਼ੁਰੂ ਹੋ ਗਿਆ। ਮੈਂ ਵਿਸ਼ਵਾਸ ਕਰਦਾ ਤੁਹਾਨੂੰ ਇਹ ਵਚਨ ਸਮਝ ਦੇ ਵਿੱਚ ਆ ਰਿਹਾ ਹੋਵੇਗਾ। ਇੱਕੋ ਹੀ ਖੁਦਾ ਹੋਣਾ ਚਾਹੀਦਾ ਤੁਹਾਡਾ, ਇੱਕ ਖੁਦਾ ਤੋਂ ਜ਼ਿਆਦਾ ਖੁਦਾ ਤੁਹਾਡੇ ਨਹੀਂ ਹੋਣੇ ਚਾਹੀਦੇ। ਕਿਉਂ? ਹਰ ਇੱਕ ਅੱਜ ਦੇ ਵਰਲਡ ਦੇ ਵਿੱਚ ਨੀਅਰ ਅਬਾਊਟ ਜਿੰਨੀ ਆਬਾਦੀ ਆ ਉਹਨੇ ਦੇਵੀ ਦੇਵਤੇ ਆ, ਉਹਨੇ ਹੀ ਖੁਦਾ ਆ। ਸੋ ਹਰ ਖੁਦਾ ਦੀ, ਹਰ ਇੱਕ ਜੋ ਦੇਵੀ ਦੇਵਤਾ ਆ, ਉਹਨਾਂ ਦੀ ਆਰਾਧਨਾ, ਉਹਨਾਂ ਦੀ ਸਤੁਤੀ, ਉਹਨਾਂ ਨੂੰ ਮੰਨਣਾ, ਉਹਨਾਂ ਦਾ ਮੰਨਣ ਦਾ ਸਟਾਈਲ, ਉਹਨਾਂ ਦੀ ਵਰਸ਼ਿਪ ਕਰਨ ਦੀ ਤਰੀਕਾ, ਜਿਹੜਾ ਜਿੰਨੇ ਵੀ ਖੁਦਾ ਆ ਉਹਨਾਂ ਦਾ ਹਰ ਇੱਕ ਦਾ ਜਿਹੜਾ ਵੱਖ-ਵੱਖ ਆ, ਉਹਨਾਂ ਦਾ ਹਰ ਇੱਕ ਦਾ ਤਰੀਕਾ ਜਿਹੜਾ ਵੱਖ-ਵੱਖ ਆ। ਕੋਈ ਇਸ ਤਰ੍ਹਾਂ ਦੇ ਨਾਲ ਆਪਣੇ ਖੁਦਾ ਦੀ ਆਰਾਧਨਾ ਕਰਦਾ, ਕੋਈ ਉਸ ਤਰੀਕੇ ਨਾਲ ਉਹਦੀ ਆਰਾਧਨਾ ਕਰਦਾ, ਕੋਈ ਇਸ ਤਰੀਕੇ ਦੇ ਨਾਲ ਉਸ ਖੁਦਾ ਦੀ ਮਹਿਮਾ ਕਰਦਾ, ਕੋਈ ਉਸ ਤਰੀਕੇ ਦੇ ਨਾਲ ਆਪਣੇ ਖੁਦਾ ਨੂੰ ਖੁਸ਼ ਕਰਨ ਦੀ ਆਰਾਧਨਾ ਕਰਦਾ, ਸਤੁਤੀ ਕਰਦਾ, ਜਾਂ ਕੋਈ ਵੀ ਯਤਨ ਜਿਹੜਾ ਕਰਦਾ ਆ। ਸੋ ਸਾਡੀ ਆਰਾਧਨਾ ਕਰਨੀ ਵੱਖ ਆ, ਦੂਸਰਿਆਂ ਨੂੰ, ਦੂਸਰੇ ਲੋਕਾਂ ਦੀ ਆਰਾਧਨਾ ਕਰਨਾ, ਦੂਸਰੇ ਲੋਕਾਂ ਨੇ ਆਪਣੇ ਦੇਵੀ ਦੇਵਤੇ ਦੀ ਆਰਾਧਨਾ ਕਰਨੀ, ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਆ। ਤੋ ਜੇਕਰ ਸਾਰਿਆਂ ਨੂੰ ਵੇਖਾਂਗੇ, ਉਹਨਾਂ ਦੀ ਵੀ ਆਰਾਧਨਾ ਕਰਾਂਗੇ, ਉਹਨਾਂ ਦੀ ਵੀ ਆਰਾਧਨਾ ਕਰਾਂਗੇ, ਉਹਨਾਂ ਦੀ ਆਰਾਧਨਾ ਕਰਾਂਗੇ, ਤਾਂ ਇੱਕ ਦਿਨ ਇਦਾਂ ਦਾ ਆਏਗਾ ਕਿ ਸਾਡੇ ਖੁਦਾ ਦੀ ਜਿਹੜੀ ਆਰਾਧਨਾ ਜਿਹੜੀ ਆ ਉਹ ਭੁੱਲ ਜਾਏਗੀ, ਤੇ ਦੂਸਰਿਆਂ ਦੇ ਖੁਦਾਵਾਂ ਦੀ ਆਰਾਧਨਾ, ਸਤੁਤੀ, ਮਹਿਮਾ ਜਿਹੜੀ ਆ ਉਹ ਸਾਨੂੰ ਕੀ ਰਹੇਗੀ, ਯਾਦ ਰਹੇਗੀ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਕੀ ਹੋਇਆ, ਹਰ ਰੋਜ਼ ਖੁਦਾ, ਇੱਕ ਖੁਦਾ ਜਿਸ ਨੂੰ ਖੁਦਾ ਨੇ ਆਦਮ ਤੇ ਹਵਾ ਦੀ ਜਿਸ ਦੀ ਰਚਨਾ ਕੀਤੀ ਆ, ਉਹ ਕੀ ਖੁਦਾ ਰੋਜ਼ ਆ ਕੇ ਆਦਮ ਦੇ ਨਾਲ ਗੱਲ ਕਰਦਾ ਆ, ਰੋਜ਼ ਆ ਕੇ ਉਹ ਕੀ ਆ ਹਵਾ ਦੇ ਨਾਲ ਕੀ ਕਰਦਾ, ਗੱਲ ਕਰਦਾ। ਪਰ ਇੱਕ ਦਿਨ ਉਹਨਾਂ ਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆਇਆ, ਉਹ ਰੋਜ਼ ਖੁਦਾ ਜਿਸਨੇ ਆਦਮ ਤੇ ਹਵਾ ਦੀ ਰਚਨਾ ਕੀਤੀ ਆ, ਰੋਜ਼ ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦਾ, ਰੋਜ਼ ਆ ਕੇ ਉਹਨਾਂ ਨੂੰ ਸਮਝਾਉਂਦਾ, ਰੋਜ਼ ਆ ਕੇ ਉਹਨਾਂ ਦਾ ਦੁੱਖ ਸੁੱਖ
ਵਿੱਚ ਉਹਨਾਂ ਦਾ ਭਾਗੀ ਹੁੰਦਾ, ਉਹਨਾਂ ਦੇ ਨਾਲ ਸਹਿਮਤ ਹੁੰਦਾ, ਉਹਨਾਂ ਦੀ ਗੱਲਬਾਤ ਨੂੰ ਬੜੇ ਧਿਆਨ ਦੇ ਨਾਲ ਸੁਣਦਾ। ਪਰ ਇੱਕ ਦਿਨ ਇਦਾਂ ਦਾ ਉਹਨਾਂ ਦੀ ਲਾਈਫ ਦੇ ਵਿੱਚ ਆਇਆ ਕਿ ਉਹਨਾਂ ਨੇ ਆਪਣੇ ਖੁਦਾ ਦਾ ਕਹਿਣੇ ਨੂੰ ਨਹੀਂ ਮੰਨਿਆ, ਤੇ ਜੋ ਸ਼ੈਤਾਨ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਦੇਵਤਾ ਬਣ ਕੇ ਆਇਆ, ਜੋ ਸ਼ੈਤਾਨ ਜਿਹੜਾ ਇੱਕ ਉਹਨਾਂ ਦੀ ਲਾਈਫ ਵਿੱਚ ਇੱਕ ਗੁਰੂ ਬਣ ਕੇ ਆਇਆ, ਉਹਨਾਂ ਨੇ ਉਸ ਦੀ ਲਾਈਫ ਨੂੰ, ਉਹਨਾਂ ਦੀ ਆਵਾਜ਼ ਨੂੰ ਉਹਨਾਂ ਨੇ ਸੁਣਨਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਕਈ ਵਾਰ ਅਸੀਂ ਆਪਣੇ ਖੁਦਾ ਦੀ ਆਵਾਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੁਣਦੇ ਹੁੰਦੇ ਆ, ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੇ ਖੁਦਾ ਦੀ ਮਹਿਮਾ ਕਰਦੇ ਹਾਂ, ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੇ ਖੁਦਾ ਦੀ ਸਤੁਤੀ ਕਰਦੇ ਹਾਂ, ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੇ ਖੁਦਾ ਦੇ ਵਿੱਚ ਖੁਸ਼ ਹੁੰਦੇ ਆ। ਪਰ ਕਈ ਵਾਰ ਸਾਡੀ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਆ ਜਾਂਦਾ ਆ, ਸਾਡੀ ਲਾਈਫ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਇੱਕ ਦੇਵਤਾ ਬਣ ਕੇ ਆ ਜਾਂਦਾ ਆ, ਅਸੀਂ ਉਸ ਦੀ ਆਰਾਧਨਾ ਕਰਨੀ, ਉਸ ਦੀ ਆਵਾਜ਼ ਕਰਨੀ ਨੂੰ ਕੀ ਕਰ ਦਿੰਦੇ ਆ, ਸ਼ੁਰੂ ਕਰ ਦਿੰਦੇ ਆ। ਬਾਈਬਲ ਦੇ ਵਿੱਚ ਲਿਖਿਆ ਖੁਦਾ ਨੇ ਆਦਮ ਹਵਾ ਨੂੰ ਬਹੁਤ ਕੁਛ ਦਿੱਤਾ ਹੋਇਆ ਸੀ, ਜੋ ਕੁਛ ਇਸ ਤੋਂ ਪਹਿਲਾਂ ਕਿ ਆਦਮ ਹਵਾ ਆਪਣੇ ਮੂੰਹ ਤੋਂ ਇਹ ਗੱਲ ਕਹਿਣ ਕਿ ਪਿਤਾ ਸਾਨੂੰ ਆਹ ਚੀਜ਼ ਦੀ ਲੋੜ ਆ, ਖੁਦਾ ਸਾਨੂੰ ਆਹ ਚੀਜ਼ ਦੀ ਲੋੜ ਆ। ਬਾਈਬਲ ਦੇ ਵਿੱਚ ਲਿਖਿਆ ਖੁਦਾ ਨੇ ਸਾਰੀਆਂ ਚੀਜ਼ਾਂ ਉਸ ਅਦਨ ਦੇ ਬਾਗ ਦੇ ਵਿੱਚ ਮੁਹੱਈਆ ਕੀਤੀਆਂ ਹੋਈਆਂ ਸੀ। ਅੱਜ ਸ਼ਾਇਦ ਹੋ ਸਕਦਾ ਤੁਹਾਨੂੰ ਇਸ ਪ੍ਰਭੂ ਦੇ ਦੁਆਰਾ, ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬਹੁਤ ਸਾਰੀਆਂ ਆਸ਼ੀਸ਼ਾਂ ਮਿਲੀਆਂ, ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬਹੁਤ ਸਾਰੀਆਂ ਬਰਕਤਾਂ ਮਿਲੀਆਂ, ਪ੍ਰਭੂ ਯਿਸੂ ਮਸੀਹ ਦੇ ਦੁਆਰਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਚੰਗਾਈ ਪਾਈ ਆ, ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬਹੁਤ ਸਾਰੇ ਲੋਕ ਬਲੈਸ ਹੋ ਰਹੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਲੈਸ ਹੋਣਗੇ। ਪਰ ਕਈ ਵੇਲੇ ਸਾਡੀ ਲਾਈਫ ਵਿੱਚ ਇਸ ਤਰ੍ਹਾਂ ਦੇ ਨਾਲ ਹੁੰਦਾ, ਅਸੀਂ ਆਪਣੇ ਖੁਦਾ ਦਾ ਕਹਿਣੇ ਨੂੰ ਨਹੀਂ ਮੰਨਦੇ। ਜਿਸ ਨੇ ਪਿਤਾ ਨੇ ਮੈਨੂੰ ਤੇ ਤੁਹਾਨੂੰ ਇਸ ਧਰਤੀ ਦੇ ਉੱਤੇ ਰਚਿਆ ਆ, ਉਸ ਪਿਤਾ ਦਾ ਨਹੀਂ ਕਹਿਣਾ ਮੰਨਦੇ, ਉਸ ਖੁਦਾ ਦਾ ਨਹੀਂ ਕਹਿਣਾ ਮੰਨਦੇ। ਕਈ ਵੇਲੇ ਅਸੀਂ ਸ਼ੈਤਾਨ ਦਾ ਕਹਿਣਾ ਮੰਨਣਾ ਕੀ ਕਰ ਦਿੰਦੇ ਆ, ਸ਼ੁਰੂ ਕਰ ਦਿੰਦੇ ਆ। ਕਿਸੇ ਵੇਲੇ ਸ਼ੈਤਾਨ ਦੀ ਆਵਾਜ਼ ਨੂੰ ਸੁਣਨਾ ਕੀ ਕਰ ਦਿੰਦੇ, ਸ਼ੁਰੂ ਕਰ ਦਿੰਦੇ ਆ। ਉਹ ਸ਼ੈਤਾਨ ਦੇ ਵੱਲੋਂ ਜਿਹੜੇ ਰੀਤੀ ਰਿਵਾਜ ਬਣਾਏ ਆ, ਉਹਨਾਂ ਦੇ ਵਿੱਚ ਉਹਨਾਂ ਦਾ ਕੰਮ ਕਰਨਾ ਕੀ ਕਰ ਦਿੰਦੇ, ਸ਼ੁਰੂ ਕਰ ਦਿੰਦੇ ਆ। ਜੋ ਖੁਦਾ ਮੈਨੂੰ ਵਚਨ ਕਹਿੰਦਾ, ਉਸ ਵਚਨ ਨੂੰ ਪਿੱਛੇ ਕਰਕੇ ਤੇ ਜੋ ਸ਼ੈਤਾਨ ਨੇ ਜੋ ਗੱਲਾਂ ਸਾਨੂੰ ਕਹਿੰਦਾ ਆ, ਉਹਦੀਆਂ ਗੱਲਾਂ ਨੂੰ ਮੰਨਣਾ ਕੀ ਕਰ ਦਿੰਦੇ ਆਪਾਂ, ਸ਼ੁਰੂ ਕਰ ਦਿੰਦੇ ਆ। ਇੱਕ ਪਾਸਟਰ ਹੋਣਾ ਚਾਹੀਦਾ, ਇੱਕ ਆਤਮਿਕ ਪਿਤਾ ਹੋਣਾ ਚਾਹੀਦਾ, ਇੱਕੋ ਹੀ ਖੁਦਾ ਜਿਹੜਾ ਉਹ ਕੀ ਆ ਹੋਣਾ ਚਾਹੀਦਾ। ਬਾਈਬਲ ਦੇ ਵਿੱਚ ਲਿਖਿਆ ਇੱਕੋ ਹੀ ਖੁਦਾ ਦੀ ਤੁਸੀਂ ਕੀ ਕਰੋ, ਆਰਾਧਨਾ ਕਰੋ, ਇੱਕੋ ਹੀ ਖੁਦਾ ਦੀ ਤੁਸੀਂ ਕੀ ਕਰੋ, ਸਤੁਤੀ ਕਰੋ, ਇੱਕੋ ਹੀ ਖੁਦਾ ਦੀ ਤੁਸੀਂ ਕੀ ਕਰੋ, ਮਹਿਮਾ ਕਰੋ। ਉਸ ਖੁਦਾ ਦੀ ਮਹਿਮਾ, ਉਸ ਖੁਦਾ ਦੀ ਸਤੁਤੀ ਕਰੋ ਜਿਸ ਨੇ ਮੈਨੂੰ ਤੇ ਤੁਹਾਨੂੰ ਇਸ ਧਰਤੀ ਦੇ ਉੱਤੇ ਕੀ ਕੀਤਾ, ਬਣਾਇਆ। ਅੱਜ ਸਾਡੀ ਲਾਈਫ ਵਿੱਚ ਪ੍ਰੋਬਲਮ ਕਿਉਂ ਆਉਂਦੀ ਆ, ਅੱਜ ਸਾਡੀ ਲਾਈਫ ਵਿੱਚ ਦੁੱਖ ਕਿਉਂ ਆ ਰਿਹਾ, ਕਿਉਂਕਿ ਅਸੀਂ ਆਪਣੇ ਖੁਦਾ ਨੂੰ ਛੱਡ ਕੇ, ਅਸੀਂ ਆਪਣੇ ਖੁਦਾ ਨੂੰ ਛੱਡ ਕੇ, ਆਪਣੇ ਰੱਬ ਨੂੰ ਛੱਡ ਕੇ, ਆਪਣੇ ਯੀਸ਼ੂ ਨੂੰ ਛੱਡ ਕੇ ਤੇ ਸ਼ੈਤਾਨ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੰਦੇ ਆ, ਸ਼ੈਤਾਨ ਦੀ ਗੱਲ ਮੰਨਣੀ ਸ਼ੁਰੂ ਕਰ ਦਿੰਦੇ ਆ, ਸ਼ੈਤਾਨ ਦੇ ਆਖੇ ਲੱਗਣੇ ਸ਼ੁਰੂ ਹੋ ਜਾਂਦੇ ਆ, ਜਿਸ ਵਜ੍ਹਾ ਦੇ ਕਰਕੇ ਜੋ ਕੁਝ ਹੁੰਦਾ ਆ ਨਾ, ਉਹ ਵੀ ਜਾਣਾ ਕੀ ਹੋ ਜਾਂਦਾ ਆ, ਸ਼ੁਰੂ ਹੋ ਜਾਂਦਾ ਹੈ। ਬਾਈਬਲ ਦੇ ਵਿੱਚ ਇੱਕ ਗੱਲ ਸੁਣ ਰਹੀ ਆ, ਜਿੰਨਾ ਚਿਰ ਤੱਕ ਉਹ ਮੁੰਡਾ ਆਪਣੇ ਪਿਤਾ ਦੇ ਨਾਲ ਰਿਹਾ, ਜਿੰਨਾ ਚਿਰ ਤੱਕ ਉਹ ਮੁੰਡਾ ਆਪਣੇ ਡੈਡੀ ਦੇ ਨਾਲ ਰਿਹਾ, ਕੋਈ ਦੁੱਖ, ਕੋਈ ਪਰੇਸ਼ਾਨੀ, ਕੋਈ ਤਕਲੀਫ, ਕੋਈ ਪ੍ਰੋਬਲਮ ਨਹੀਂ ਸੀ। ਬਾਈਬਲ ਦੇ ਵਿੱਚ ਲਿਖਿਆ ਜੋ ਕੁਛ ਉਹਨੇ ਆਪਣੇ ਪਿਤਾ ਦੇ ਕੋਲੋਂ ਮੰਗਿਆ, ਜੋ ਕੁਛ ਉਹਨੇ ਆਪਣੇ ਖੁਦਾ ਦੇ ਕੋਲੋਂ ਮੰਨਿਆ, ਜੋ ਕੁਛ ਉਹਨੇ ਆਪਣੇ ਖੁਦਾ ਨੂੰ ਕਿਹਾ, ਜੋ ਕੁਛ ਉਹਨੇ ਆਪਣੇ ਡੈਡੀ ਨੂੰ ਕਿਹਾ, ਉਸ ਦੇ ਡੈਡੀ ਨੇ ਉਹਨੂੰ ਸਾਰੀਆਂ ਚੀਜ਼ਾਂ ਕੀ ਕਰ ਦਿੱਤੀਆਂ, ਮੁਹੱਈਆ ਕਰ ਦਿੱਤੀਆਂ। ਯਾਰੂ ਪਹਿਲਾਂ ਨਹੀਂ ਸੀ, ਪ੍ਰੋਡੀਕਲ ਪਹਿਲਾਂ ਨਹੀਂ ਸੀ, ਅਯਾਰੂ ਪੁੱਤਰ ਉਹ ਪਹਿਲਾਂ ਨਹੀਂ ਸੀ, ਅਯਾਰੂ ਪੁੱਤਰ ਉਹ ਬਾਅਦ ਚੋਂ ਬਣਿਆ, ਪ੍ਰੋਡੀਕਲ ਸਨ ਉਹ ਬਾਅਦ ਚੋਂ ਬਣਿਆ। ਬਰਕਤਾਂ ਉਹਦੀ ਲਾਈਫ ਵਿੱਚ ਪਹਿਲਾਂ ਸੀ, ਆਸ਼ੀਸ਼ਾਂ ਉਹਦੀ ਲਾਈਫ ਵਿੱਚ ਪਹਿਲਾਂ ਸੀ, ਨਜਾਤ ਉਹਦੀ ਲਾਈਫ ਵਿੱਚ ਪਹਿਲਾਂ ਸੀ। ਬਹੁਤ ਸਾਰੀਆਂ ਆਸ਼ੀਸ਼ਾਂ, ਫਿਜ਼ੀਕਲ ਆਸ਼ੀਸ਼ਾਂ, ਸਪਿਰਿਚੁਅਲ ਆਸ਼ੀਸ਼ਾਂ ਉਹਦੀ ਲਾਈਫ ਵਿੱਚ ਪਹਿਲਾਂ ਸੀ। ਸਭ ਕੁਝ ਉਹਦੀ ਲਾਈਫ ਵਿੱਚ ਪਹਿਲਾਂ ਉਹਨੇ, ਉਹਦੇ ਪਿਤਾ ਨੇ ਉਹਨੂੰ ਦੇ ਦਿੱਤਾ ਸੀ। ਪਰ ਇਹ ਗਈਆਂ ਕਿੱਦਾਂ, ਕਿਸ ਤਰ੍ਹਾਂ ਜਾਂਦੀਆਂ ਸ਼ੁਰੂ ਹੋ ਗਈਆਂ? ਜੇ ਅੱਗੇ ਹੋਰ ਖੁਦਾ ਦੇ ਪਾਕ ਵਚਨ ਦੇ ਵਿੱਚ ਜੇਕਰ ਆਪਾਂ ਦੇਖੀਏ, ਖੁਦਾ ਨੇ ਜਦੋਂ ਸਦਰ ਮਿਸਟਰ ਅਬਦੁਲਗੋਦ ਦੀ ਜਦੋਂ ਕਹਾਣੀ ਨੂੰ ਜਦੋਂ ਆਪਾਂ ਦੇਖਦੇ ਹਾਂ, ਉਸ ਦੇ ਵਿੱਚ ਕੀ ਲਿਖਿਆ ਆ? ਉਹਦੇ ਵਿੱਚ ਲਿਖਿਆ ਕਿ ਰਾਜੇ ਨੇ ਕੀ ਕੀਤਾ, ਇੱਕ ਮੂਰਤੀ ਵੱਡੀ ਨੂੰ ਕੀ ਕੀਤਾ, ਤਿਆਰ ਕੀਤਾ। ਜਦੋਂ ਉਸ ਮੂਰਤੀ ਨੂੰ ਜਦੋਂ ਤਿਆਰ ਕੀਤਾ ਤਾਂ ਰਾਜੇ ਨੇ ਇੱਕ ਹੁਕਮ ਦੇ ਦਿੱਤਾ, ਹਰ ਇੱਕ ਵਿਅਕਤੀ ਕੀ ਕਰੇਗਾ, ਇਸ ਮੂਰਤੀ ਦੇ ਅੱਗੇ ਕੀ ਕਰੇਗਾ, ਮੱਥਾ ਟੇਕੇਗਾ। ਅਤੇ ਬਾਈਬਲ ਦੇ ਵਿੱਚ ਲਿਖਿਆ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਸੀ, ਇੱਕ ਗੱਲ ਨੂੰ ਯਾਦ ਰੱਖੋ, ਇਹ ਅੰਤ ਦਾ ਦਿਨ ਆ,
ਪਾਪੀ ਆਲਰੇਡੀ ਜਿਹੜੇ ਆ ਆਪਣੇ ਵਿਸ਼ਵਾਸ ਤੋਂ ਰੱਥੇ ਹੋਏ ਆ, ਆਪਣੇ ਉਹ ਵਿਸ਼ਵਾਸ ਵਿੱਚ ਨਹੀਂ ਆ, ਉਹ ਈਮਾਨ ਦੇ ਵਿੱਚ ਨਹੀਂ ਆ, ਪਰ ਅੰਤ ਦੇ ਦਿਨਾਂ ਦੀ ਸ਼ੁਰੂਆਤ ਹੋ ਗਈ ਆ। ਅੱਜ ਉਹਨਾਂ ਡਰ ਇੱਕ ਪਾਪੀ ਨੂੰ ਨਹੀਂ ਆ ਜਿੰਨਾ ਡਰ ਇੱਕ ਵਿਸ਼ਵਾਸੀ ਦੀ ਲਾਈਫ ਦੇ ਵਿੱਚ ਆ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਅੰਤ ਦੇ ਦਿਨਾਂ ਵਿੱਚ ਬੜੇ ਵਿਸ਼ਵਾਸੀ ਜਿਹੜੇ ਆ ਭਰਮਾਏ ਜਾਣਗੇ। ਅੰਤ ਦੇ ਦਿਨਾਂ ਵਿੱਚ ਬੜੇ ਵਿਸ਼ਵਾਸੀ ਜਿਹੜੇ ਆ ਆਪਣੇ ਵਿਸ਼ਵਾਸ ਤੋਂ ਹਟ ਜਾਣਗੇ, ਆਪਣੇ ਭਰੋਸੇ ਤੋਂ ਕੀ ਹੋ ਜਾਣਗੇ, ਹਟ ਜਾਣਗੇ। ਆਪਣੇ ਖੁਦਾ ਦੇ ਵਿੱਚ ਤੇ ਦੂਜਿਆਂ ਦੇ ਖੁਦਾ ਦੇ ਵਿੱਚ ਉਹ ਕੀ ਆ, ਇੱਕੋ ਜਿਹਾ ਉਹਨਾਂ ਨੂੰ ਲੱਗਣਾ ਕੀ ਹੋ ਜਾਏਗਾ, ਸ਼ੁਰੂ ਕਰਨਾ ਕੀ ਉਹ ਸ਼ੁਰੂ ਹੋ ਜਾਣਗੇ। ਬਾਈਬਲ ਦੇ ਵਿੱਚ ਲਿਖਿਆ ਬਹੁਤ ਸਾਰੇ, ਜਦੋਂ ਉਸ ਰਾਜੇ ਨੇ ਕਿਹਾ ਹਰ ਇੱਕ ਵਿਅਕਤੀ ਜਿਸ ਮੂਰਤੀ ਦੇ ਅੱਗੇ ਮੱਥਾ ਟੇਕੇਗਾ ਉਹ ਕੀ ਹੋ ਜਾਏਗਾ, ਬਚਾਇਆ ਜਾਏਗਾ। ਬੜੇ ਵਿਸ਼ਵਾਸੀਆਂ ਨੇ ਕੀ ਕੀਤਾ, ਬੜੇ ਇਸਰਾਏਲੀਆਂ ਲੋਕਾਂ ਨੇ ਕੀ ਕੀਤਾ, ਖੁਦਾ ਨੂੰ ਮੰਨਣ ਵਾਲੇ ਲੋਕਾਂ ਨੇ ਕੀ ਕੀਤਾ, ਉਸ ਮੂਰਤੀ ਦੇ ਅੱਗੇ ਮੱਥਾ ਟੇਕਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਅੱਜ ਜਦੋਂ ਆਪਾਂ ਸ਼ੈਤਾਨ ਦੀ ਗੱਲ ਨੂੰ ਮੰਨਦੇ ਆ, ਮੱਥਾ ਸਿਰਫ ਤੁਸੀਂ ਇਹ ਗੱਲ ਨਾ ਵੇਖੋ ਕਿ ਜਦੋਂ ਆਪਾਂ ਕਿਸੇ ਦੇ ਅੱਗੇ ਝੁਕਦੇ ਆ ਤਾਂ ਸਿਰਫ ਉਹੀ ਮੱਥਾ ਆ, ਝੁਕ ਜਾਣਾ, ਥੱਲੇ ਹੋ ਕੇ ਮੱਥਾ ਟੇਕਣਾ, ਇਸ ਨੂੰ ਸ਼ਾਇਦ ਤੁਸੀਂ ਸੋਚੋ ਕਿ ਇਹੋ ਹੀ ਮੱਥਾ ਆ, ਪਰ ਨਹੀਂ। ਹਰ ਇੱਕ ਗੱਲ ਜੋ ਸ਼ੈਤਾਨ ਸਾਨੂੰ ਆਖਦਾ ਆ, ਜੋ ਸ਼ੈਤਾਨ ਸਾਨੂੰ ਆਖਦਾ ਆ, ਜੋ ਸ਼ੈਤਾਨ ਸਾਨੂੰ ਕਹਿੰਦਾ ਆ, ਉਹਦੀ ਗੱਲ ਨੂੰ ਮੰਨ ਲੈਂਦੇ ਆ, ਉਹਦੀ ਗੱਲ ਨੂੰ ਕਬੂਲ ਕਰ ਲੈਂਦੇ ਆ, ਉਸ ਨੂੰ ਵੀ ਝੁਕਣਾ ਕਹਿੰਦੇ ਆ। ਬਾਈਬਲ ਦੇ ਵਿੱਚ ਲਿਖਿਆ ਆਦਮ ਹਵਾ ਨੇ ਕੀ ਕੀਤਾ, ਹਵਾ ਨੇ ਕੀ ਕੀਤਾ, ਸ਼ੈਤਾਨ ਨੇ ਕਿਹਾ ਇਹ ਫਲ ਖਾ ਲਾ। ਬਾਈਬਲ ਦੇ ਵਿੱਚ ਲਿਖਿਆ ਉਹਨਾਂ ਨੇ ਖਾ ਲਿਆ, ਉਹ ਝੁਕ ਗਏ। ਜਿਸ ਤਰ੍ਹਾਂ ਬਾਕੀ ਲੋਕ ਉਸ ਮੂਰਤੀ ਦੇ ਅੱਗੇ ਝੁਕ ਗਏ, ਉਸੇ ਤਰ੍ਹਾਂ ਦੇ ਨਾਲ ਅੱਜ ਬਹੁਤ ਸਾਰੇ ਵਿਸ਼ਵਾਸੀ ਕਈ ਇਦਾਂ ਦੇ ਆ, ਉਹ ਜੋ ਸ਼ੈਤਾਨ ਉਹਨਾਂ ਨੂੰ ਕਹਿੰਦਾ, ਜੇ ਸ਼ੈਤਾਨ ਉਹਨਾਂ ਨੂੰ ਕਹਿੰਦਾ ਪ੍ਰੇਅਰ ਨਾ ਕਰ, ਉਹ ਪ੍ਰੇਅਰ ਨਹੀਂ ਕਰਦੇ। ਜੇ ਸ਼ੈਤਾਨ ਉਹਨਾਂ ਨੂੰ ਕਹਿੰਦਾ ਵਰਤ ਨਾ ਰੱਖੋ, ਉਹ ਵਰਤ ਨਹੀਂ ਰੱਖਦੇ। ਜੇ ਸ਼ੈਤਾਨ ਉਹਨਾਂ ਨੂੰ ਕਿ ਚਰਚ ਨਹੀਂ ਜਾਂਦਾ, ਉਹ ਚਰਚ ਨਹੀਂ ਜਾਂਦੇ। ਸੋ ਇਹ ਝੁਕ ਰਹੇ ਆ, ਇਹ ਝੁਕਦੇ ਆ ਆਪਾਂ, ਇਹ ਦੂਜੇ ਦੇਵਤੇ ਦੇ ਅੱਗੇ ਝੁਕਦੇ ਆ, ਇਹ ਸ਼ੈਤਾਨ ਦੇ ਅੱਗੇ ਝੁਕਦੇ ਆ। ਪਰ ਬਾਈਬਲ ਦੇ ਵਿੱਚ ਲਿਖਿਆ ਇੱਕੋ ਹੀ ਖੁਦਾ ਦੇ ਅੱਗੇ ਝੁਕਣਾ ਆ, ਹੋਰ ਕਿਸੇ ਦੇ ਵੀ ਖੁਦਾ ਦੇ ਅੱਗੇ ਨਹੀਂ ਝੁਕਣਾ, ਹੋਰ ਕਿਸੇ ਵੀ ਪਰਮਾਤਮਾ ਦੇ ਅੱਗੇ ਨਹੀਂ ਝੁਕਣਾ। ਬਾਈਬਲ ਦੇ ਵਿੱਚ ਲਿਖਿਆ ਇੱਕ ਗੀਤ ਵੀ ਆਪਾਂ ਸ਼ਾਇਦ ਮੈਂ ਵੀ ਜ਼ਬੂਰ ਹੈ ਸ਼ਾਇਦ, ਦਰ ਦਰ ਤੇ ਸਿਰ ਝੁਕਾਇਆ ਨਹੀਂ ਜਾਂਦਾ। ਇਹ ਨਹੀਂ ਆ ਕਦੀ ਉੱਥੇ ਵੀ ਝੁਕ ਗਏ, ਉੱਥੇ ਵੀ ਝੁਕ ਗਏ, ਉੱਥੇ ਵੀ ਝੁਕ ਗਏ, ਉੱਥੇ। ਜੇ ਹਰ ਪਾਸੇ ਝੁਕਾਂਗੇ ਤੇ ਖੜਾ ਕੌਣ ਸਾਨੂੰ ਕਰੇਗਾ? ਸਾਨੂੰ ਆਪਣੇ ਖੁਦਾ ਦਾ ਭੁੱਲ ਹੀ ਜਾਣਾ ਸਾਡਾ ਅਸਲੀ ਖੁਦਾ ਕੌਣ ਆ, ਕਿਉਂਕਿ ਆਪਾਂ ਹਰ ਇੱਕ ਦੇ ਅੱਗੇ ਝੁਕਣਾ ਕੀ ਕਰ ਦਿੱਤਾ, ਸਟਾਰਟ ਕਰ ਦੇਣਾ। ਸਾਡਾ ਅਸਲੀ ਖੁਦਾ ਕੌਣ ਆ, ਰੀਜਨਲ ਖੁਦਾ ਕੌਣ ਆ, ਉਹ ਸਾਨੂੰ ਭੁੱਲ ਜਾਣਾ ਕਿ ਆਪਾਂ ਹਰ ਇੱਕ ਦੇ ਖੁਦਾਵਾਂ ਦੇ ਅੱਗੇ ਆਪਾਂ ਝੁਕਣਾ ਕੀ ਕਰ ਦੇਵਾਂਗੇ, ਆਪਾਂ ਸ਼ੁਰੂ ਕਰ ਦੇਵਾਂਗੇ। ਆਈ ਹੋਪ ਦੈਟ, ਮੈਨੂੰ ਵਿਸ਼ਵਾਸ ਆ ਤੁਹਾਨੂੰ ਵਚਨ ਸਮਝ ਦੇ ਵਿੱਚ ਆ ਰਿਹਾ ਹੋਵੇਗਾ। ਇੱਕੋ ਖੁਦਾ ਦੇ ਨਾਲ ਰਹੋਗੇ, ਬਹੁਤ ਸਾਰੀਆਂ ਆਸ਼ੀਸ਼ਾਂ ਮਿਲਣਗੀਆਂ, ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ, ਅਣਗਿਣਤ ਬਰਕਤਾਵਾਂ ਤੁਸੀਂ ਆਪਣੀ ਲਾਈਫ ਵਿੱਚ ਦੇਖੋਗੇ। ਬਾਈਬਲ ਦੇ ਵਿੱਚ ਲਿਖਿਆ ਜਿਹੜੀਆਂ ਨਾ ਕਦੇ ਸੁਣੀਆਂ, ਜਿਹੜੀਆਂ ਨਾ ਕਦੇ ਦੇਖੀਆਂ, ਉਹੋ ਜਿਹੀਆਂ ਆਸ਼ੀਸ਼ਾਂ, ਉਹੋ ਜਿਹੀਆਂ ਬਰਕਤਾਂ ਵੀ ਜਿਹੜੀਆਂ ਤੁਹਾਨੂੰ ਕੀ ਮਿਲਣਗੀਆਂ। ਕਿਉਂ ਨਹੀਂ ਮਿਲ ਰਹੀਆਂ ਜੇ? ਕਿਉਂਕਿ ਖੁਦਾ ਨੂੰ ਪਿੱਛੇ ਕਰਕੇ ਉਸ ਸ਼ੈਤਾਨ ਦੀ ਆਵਾਜ਼ ਨੂੰ ਸੁਣਨਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਉਸ ਦੁਸ਼ਟ ਦੀ ਆਵਾਜ਼ ਨੂੰ ਕਰਨਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਉਹ ਦੁਸ਼ਟ ਦੇ ਹੁਕਮ ਨੂੰ ਮੰਨਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਜਿਸ ਕਰਕੇ ਜੋ ਹੈ ਆ ਸਾਡੀ ਲਾਈਫ ਵਿੱਚ ਉਹ ਵੀ ਕਈ ਵੇਲੇ ਕੀ ਆ ਜਾਂਦਾ ਕੀ ਹੋ ਜਾਂਦਾ, ਜਾਣਾ ਕੀ ਹੋ ਜਾਂਦਾ, ਸ਼ੁਰੂ ਹੋ ਜਾਂਦਾ ਹੈ। ਬਾਈਬਲ ਵਿੱਚ ਲਿਖਿਆ, ਫਿਰ ਮੈਂ ਇਸ ਵਚਨ ਨੂੰ ਕਹਿ ਰਿਹਾ, ਜਿੰਨਾ ਚਿਰ ਤੱਕ ਉਹ ਆਪਣੇ ਪਿਤਾ ਦੇ ਨਾਲ ਸੀ, ਜਿੰਨਾ ਚਿਰ ਤੱਕ ਆਪਣੇ ਡੈਡੀ ਦੇ ਨਾਲ ਸੀ, ਉਹਨਾਂ ਚਿਰ ਤੱਕ ਉਹਦੇ ਡੈਡੀ ਨੇ ਉਹਨੂੰ ਬਹੁਤ ਕੁਛ ਦਿੱਤਾ। ਜਿੰਨਾ ਚਿਰ ਤੱਕ ਉਹ ਆਪਣੇ ਖੁਦਾ ਦੇ ਨਾਲ ਜੁੜਿਆ ਰਿਹਾ, ਉਹਨੂੰ ਬਹੁਤ ਕੁਛ ਮਿਲਦਾ ਰਿਹਾ। ਪਰ ਜਿਸ ਦਿਨ ਉਹਨੇ ਬਾਹਰ ਝਾਤੀ ਮਾਰਨੀ ਕੀ ਕਰ ਦਿੱਤੀ, ਸ਼ੁਰੂ ਕਰ ਦਿੱਤੀ, ਜਿਸ ਦਿਨ ਉਹਨੇ ਬਾਹਰ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ, ਉਸੇ ਦਿਨ ਤੋਂ ਜੋ ਕੁਛ ਉਸਦਾ ਸੀ, ਉਸੇ ਦਿਨ ਤੋਂ ਉਹਦਾ ਯਾਰੂ ਪੁੱਤਰ ਨਾਮ ਪੈਣਾ ਕੀ ਹੋ ਗਿਆ, ਸ਼ੁਰੂ ਹੋ ਗਿਆ। ਇੱਕੋ ਖੁਦਾ ਦੀ ਆਰਾਧਨਾ ਕਰਨੀ ਹੈ। ਬਾਈਬਲ ਦੇ ਵਿੱਚ ਲਿਖਿਆ, ਤੂੰ ਇੱਕੋ ਖੁਦਾ ਦੀ ਆਰਾਧਨਾ ਕਰ, ਤੂੰ ਇੱਕੋ ਖੁਦਾ ਦੀ ਤੂੰ ਕੀ ਕਰ, ਸਤੁਤੀ ਕਰ। ਹੁਣ ਅੱਗੇ ਆਪਾਂ ਹੋਰ ਖੁਦਾ ਦੇ ਪਾਕ ਵਚਨ ਦੇ ਵੱਲ ਆਪਾਂ ਦੇਖਦੇ ਹਾਂ। ਸਾਡਾ ਇੱਕੋ ਹੀ ਖੁਦਾ ਹੋਣਾ ਚਾਹੀਦਾ ਆ।
साडा इक्को पास्टर होना चाहिए, साडा इक्को ही आत्मिक पिता की आ, साडा की होना चाहिए। हुण बाइबल दे विच इहदी 13 ऐत नूं असीं पढ़दे हां, थोड़े दिनां पिछों छोटा पुत्र सभे कुछ इकट्ठा करके दूर देश नूं चला गया और उत्थे अपना माल बद चलनी नाल उड़ा दिता। बाइबल विच मैं विश्वास करदा तुसीं बड़े साफ तरीके दे नाल वचन नूं सुनिया होएगा, नहीं तो तुसीं अपनी बाइबल दे विच तुसीं पढ़ सकदे जी। मैं पढ़ रहा हां लूका दी अंजील 15 बाब और 13 आयत नूं पढ़ रहा मैं। थोड़े दिन पिछों छोटा पुत्र सभे कुछ इकट्ठा करके दूर देश नूं चला गया और उत्थे अपना माल बद चलनी नाल उड़ा दिता। ਜਿਹੜੀ पिछली पहली आयत ਅਸੀਂ पढ़ते हाँ तो बाइबल ਵਿੱਚ लिखिया पहली आयत ਦੇ ਵਿੱਚ ਜਿਹੜੀ 12 आयत ਦੇ ਵਿੱਚ इस मुंडे ने अपने पिता ਦੇ ਕੋਲ ਲਿਆਇਆ, खर्च नहीं किया, वेस्ट नहीं किया, गवाया नहीं आ, फजूल खर्चा नहीं किया, क्योंकि उन्हें अपने पिता ਦੇ ਕੋਲ ਲਿਆਇਆ। जिन्ना चेर तक असीं अपने पिता दे नाल रहिंदे आ ना, मिलदा आ जांदा कुछ भी नहीं है। जे अपने पिता दे नाल आपां रहिंदे आ, अपने आत्मिक पिता दे नाल आपां रहिंदे, अपने पास्टर दे नाल आपां रहिंदे, अपने इक्को ही खुदा दे नाल आपां रहिंदे आ ना, वो जांदा नहीं आ, वो आंदा ही आंदा आ, वो आंदा ही आंदा आ। सो बाइबल दे विच लिखिया जद इस व्यक्ति ने की किया, छोटे पुत्र ने किता अपना सब कुछ जो उन्हें अपने पिता दे कोलों लिया सी, दुआवां कर करके, प्रार्थनावां कर करके, सेवा कर करके, स्तुति करके, आराधना करके, महिमा करके, वर्त रख के, आत्मा दे द्वारा प्रेरणा कर करके जो कुछ उन्हें अपने पिता दे कोलों लिया सी, बाइबल दे विच लिखिया जो जो उन्हें अपने पिता दे कोलों मंगिया खुदा ने उन्हें सबे कुछ उन्हें दिता। खुदा ने बहुत सारी आशीषां तुहानूं दित्तियां, खुदा ने बहुत सारिया बरकतावां जिहड़ियां तुहानूं दित्तियां होईयां आ, पर अज कई वेले साडी लाइफ दे विचों बरकतावां आशीषां जिहड़ियां ओ जाणियां कि हो जांदियां, शुरू हो जांदियां। बाइबल दे विच लिखिया, बाइबल दे विच आपां सुनिया जदों उन्हें की कीता, उस मुंडे ने अपने पिता नूं छड्ड के, अपने पास्टर नूं छड्ड के, अपने आत्मिक पिता नूं छड्ड के बाहर झाती मारनी की कर दी, शुरू कर दी, बाहर दियां लोकां दे वल वेखना की कर दिता, शुरू कर दिता। बाइबल दे विच लिखिया उस दिन तो हुण तुसीं इह गल नूं देखो, तुसीं समझण दी कोशिश करियो। खुदा तुहानूं आशीष देवे, खुदा तुहानूं बरकत देवे। जो तुसीं एक खुदा दे नाल तुसीं रहोगे। हुण मैनूं मैं इन्हां दिनां दे विच मैं देख सकदा हां कि ਆਪਾਂ बहुत सारे पास्टरां दा वचन ਆਪਾਂ सुन रहे हैं, बहुत सारे पास्टरां दा ਆਪਾਂ फेसबुक ते राਹੀਂ जो आ वचन सुन रहे हैं। सुनन दे विच कोई मनाही नहीं आ, सुनन दे विच कोई प्रॉब्लम नहीं आ। मैं भी वचन सुन रहा, वख-वख पास्टरां दा मैं भी वचन सुनदा, सुनन दे विच कोई मनाही नहीं आ। सुनो तुसीं डेली, तुसीं मैं चाहता डेली तुसीं तुहाडे घरां दे विच खुदा दी आराधना होनी चाहिदी आ। डेली तुसीं कोई ना कोई खुदा दा पाक वचन तुसीं जरूर तुसीं की करो, सुनो। पर एक गल नूं जरूर तुसीं याद रखो, किस गल नूं याद रखो, जिहड़ी आशीष आ, जिहड़ी बरकत आ, वो इक्को पिता दे द्वारा, इक्को पास्टर दे द्वारा, तर इक्को ही आत्मिक पिता दे द्वारा ही तुहानूं मिलनी है। क्योंकि बाइबल दे विचों जिहड़ा आपां कर देखीए, बाइबल दे विच लिखिया इस्राएलियां लोकां नूं कहा, इस्राएली लोगों मूसा नूं, ये जो मूसा आ, ये जो हारून आ, इन्हां नूं मैं तुहाडे लई नियुक्त किया होया आ, तुहाडे लई अपॉइंट किया होया। ये तुहाडे पास्टर आ, ये तुहाडे गुरु आ, ये तुहाडे आत्मिक पिता आ। अज तो बाद जो कुछ भी तुहानूं मिलेगा, अज तो बाद जो कुछ तुहानूं आशीषां मिलन, अज तो बाद जो कुछ तुहानूं बरकतां मिलन, वो सिर्फ ते सिर्फ इसे मूसा दे द्वारा, इसे हारून दे द्वारा तुहाडी लाइफ विच बरकतावां, तुहाडी लाइफ विच आशीषां मिलणगीਆਂ। मैं विश्वास करदा तुहानूं ये गल समझ विच आई होवेगी। पास्टरां दा वचन सुनना माड़ी गल नहीं आ, सुनो, रज के सुनो।
पर जिहड़े को पास्टर जो खुदा ने तुहाडे लई नियुक्त कीता आ, जां जिस पास्टर दी तुसीं चर्च दे विच जा रहे जे, जिस पास्टर दी तुसीं हजूरी विच जांदे, जिस खुदा दी हजूरी विच जांदे, जिस चर्च विच तुसीं जा रहे जे, सब तो पहला उस पास्टर दी आग्याकारी दे विच रहो। तुसीं ਉਹ ਪਾਸਟਰ ਤੁਹਾਡੀ ਉਹ ਪਾਸਟਰ ਨੂੰ खुदा ने ਤੁਹਾਡੇ ਲਈ ਨਿਯੁਕਤ ਕੀਤਾ ਹੋਇਆ ਆ। पूरे वर्ल्ड ਦੇ ਲਈ ਨਿਯੁਕਤ ਨਹੀਂ ਕੀਤਾ, पूरे ਸੰਸਾਰ ਦੇ ਲਈ ਨਿਯੁਕਤ ਨਹੀਂ ਕੀਤਾ। हर एक व्यक्ति ਨੂੰ खुदा ने की ਕੀਤਾ, ਤੁਹਾਡੇ ਲਈ ਕੀ ਕੀਤਾ, ਨਿਯੁਕਤ ਕੀਤਾ ਹੋਇਆ ਆ। जिदा क्लास होंदी है, क्लास ਦੇ ਵਿੱਚ हर एक टीचर ਨੂੰ ਉਹਨਾਂ ਬੱਚਿਆਂ ਦੇ ਲਈ ਨਿਯੁਕਤ ਕੀਤਾ ਹੁੰਦਾ। ਇੱਕੋ टीचर ਨੂੰ ਸਾਰਿਆਂ ਲਈ ਨਿਯੁਕਤ ਨਹੀਂ ਕੀਤਾ ਹੁੰਦਾ। ਇੱਕੋ टीचर ਨੂੰ ਇਹ ਨਹੀਂ ਕਹਿ ਦਿੱਤਾ ਗਿਆ ਜਾਂ ਵੀ ਉੱਥੇ ਵੀ ਚਲ ਜੀ, ਉੱਥੇ ਵੀ ਚਲ ਜੀ, ਉੱਥੇ ਵੀ ਚਲ ਜੀ। नहीं, एक टीचर ਜਿਹੜੀ ਹੁੰਦੀ ਹੈ ਇੱਕ ਕਲਾਸ ਦੀ ਇੰਚਾਰਜ ਹੁੰਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਹਰ ਇੱਕ ਵਿਅਕਤੀ खुदा ने ਇਸਰਾਏਲੀਆਂ ਲੋਕਾਂ ਨੂੰ ਕੀ ਕਿਹਾ, ਇਹ ਇਸਰਾਏਲੀ ਲੋਕੋ ਤੁਹਾਡੇ ਲਈ ਮੈਂ मूसा ਨੂੰ ਨਿਯੁਕਤ ਕੀਤਾ, ਤੁਹਾਡੇ ਲਈ ਮੈਂ ਹਾरून ਨੂੰ ਕੀ ਕੀਤਾ ਹੈ, ਨਿਯੁਕਤ ਕੀਤਾ। ਅੱਜ ਤੋਂ ਬਾਅਦ ਚੋਂ ਤੁਸੀਂ ਇਹਨਾਂ ਦੀ ਆਵਾਜ਼ ਨੂੰ ਸੁਣਨਾ ਆ, ਅੱਜ ਤੋਂ ਬਾਅਦ ਚੋਂ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਸੁਣਨਾ ਆ। ਜਿੱਦਾਂ ਇਹ ਤੁਹਾਨੂੰ ਕਹਿਣ, ਜਿੱਦਾਂ ਇਹ ਤੁਹਾਨੂੰ ਚਲਾਉਣ, ਤੁਸੀਂ ਉਸੇ ਤਰ੍ਹਾਂ ਦੇ ਨਾਲ ਤੁਸੀਂ ਚੱਲਣਾ ਆ। ਜਿਸ ਤਰ੍ਹਾਂ ਦੇ ਨਾਲ ਜਿਸ ਪਾਸਟਰ ਦੀ ਤੁਸੀਂ ਆਰਾਧਨਾ ਚਰਚ ਜਾ ਰਹੇ, ਜਿਸ ਪਾਸਟਰ ਦੀ ਤੁਸੀਂ ਚਰਚ ਦੇ ਵਿੱਚ ਜਾ ਰਹੇ ਜੇ, ਉਹ ਪਾਸਟਰ ਨੂੰ खुदा ਨੇ ਤੁਹਾਡੇ ਲਈ ਨਿਯੁਕਤ ਕੀਤਾ ਆ। ਉਸ ਪਾਸਟਰ ਨੂੰ ਸਿਰਫ ਤੇ ਸਿਰਫ ਉਸ खुदा ਨੇ ਤੁਹਾਡੇ ਲਈ ਕੀ ਕੀਤਾ, ਨਿਯੁਕਤ ਕੀਤਾ। ਤੁਹਾਡੀ ਰਿਸਪੌਂਸਿਬਿਲਟੀ ਕੀ ਆ, ਤੁਹਾਡੀ ਜ਼ਿੰਮੇਵਾਰੀ ਕੀ ਆ ਕਿ ਤੁਸੀਂ ਸੁਣੋ ਸਾਰਿਆਂ ਦਾ ਵਚਨ, ਸੁਣੋ ਸਭ ਪਾਸਟਰਾਂ ਦਾ ਵਚਨ। ਸੁਣਨਾ ਕੋਈ ਮਨਾਹੀ ਨਹੀਂ ਆ, ਪਰ ਜੇ ਤੁਹਾਡੀ ਲਾਈਫ ਵਿੱਚ ਕੁਛ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ, ਤੁਹਾਡੀ ਲਾਈਫ ਵਿੱਚ ਕੁਛ ਇਸ ਤਰ੍ਹਾਂ ਦਾ ਆ ਰਿਹਾ, ਸਭ ਤੋਂ ਪਹਿਲਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਤੁਹਾਨੂੰ ਕੋਈ ਦੁੱਖ ਆ ਰਿਹਾ, ਤੁਹਾਨੂੰ ਕੋਈ ਤਕਲੀਫ ਆ ਰਹੀ ਆ, ਤੁਸੀਂ ਆਪਣੇ ਪਾਸਟਰ ਦੀ ਸਲਾਹ ਲਵੋ। ਤੁਸੀਂ ਜਿਸ ਪਾਸਟਰ ਦੀ ਚਰਚ ਵਿੱਚ ਜਾ ਰਹੇ, ਉਸ ਪਾਸਟਰ ਨੂੰ ਤੁਸੀਂ ਪੁੱਛੋ, ਪਾਸਟਰ ਜੀ ਸਾਡੀ ਲਾਈਫ ਵਿੱਚ ਇਹ ਪ੍ਰੋਬਲਮ ਆ ਰਹੀ ਹੈ, ਦੱਸੋ ਇਸ ਦੇ ਬਾਰੇ ਸਾਨੂੰ ਕੀ ਕੀਤਾ ਜਾਏ। ਕੋਈ ਪਾਸਟਰ ਤੁਹਾਨੂੰ ਕੁਛ ਕਹਿ ਰਿਹਾ, ਫੇਸਬੁੱਕ ਰਾਹੀਂ ਤੁਸੀਂ ਸੁਣ ਰਿਹਾ, ਕੁਛ ਵੀ ਤੁਸੀਂ ਵਚਨ ਸੁਣ ਰਿਹਾ, ਕੁਛ ਵੀ ਤੁਸੀਂ खुदा ਦਾ ਵਚਨ ਤੁਸੀਂ ਸੁਣ ਰਿਹਾ, ਜਾਂ ਤੁਹਾਨੂੰ ਮੰਨ ਲਓ WhatsApp ਰਾਹੀਂ ਕੋਈ ਮੈਸੇਜ ਆਈ ਜਾ ਰਿਹਾ, ਵੱਖ-ਵੱਖ ਪਾਸਟਰਾਂ ਤੁਹਾਨੂੰ ਮੈਸੇਜ ਆ ਰਿਹਾ, ਤੁਸੀਂ ਉਸ ਮੈਸੇਜ ਨੂੰ ਸੁਣ ਕੇ, ਉਸ ਦੀ ਗੱਲ ਨੂੰ ਸੁਣ ਕੇ ਉਹਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਕਰਨਾ ਕੀ ਕਰ ਦਿੰਦੇ ਜੀ, ਸ਼ੁਰੂ ਕਰ ਦਿੰਦੇ ਜੇ। ਨਹੀਂ, ਸਭ ਤੋਂ ਪਹਿਲਾਂ ਕੁਛ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਕਰਨਾ ਆ, ਸਭ ਤੋਂ ਪਹਿਲਾਂ ਤੁਸੀਂ ਆਪਣੇ ਪਾਸਟਰ ਦੀ ਸਲਾਹ ਤੁਸੀਂ ਜ਼ਰੂਰ ਲਵੋ। ਤੁਸੀਂ ਉਸ ਪਾਸਟਰ ਦੀ ਸਲਾਹ ਤੁਸੀਂ ਲਵੋ, ਉਸ ਆਤਮਿਕ ਪਿਤਾ ਦੀ ਸਲਾਹ ਲਵੋ, ਉਸ खुदा ਦੀ ਸਲਾਹ ਜ਼ਰੂਰ। ਵੇਖੋ, ਇੱਕ ਤੁਹਾਨੂੰ ਗੱਲ ਦੱਸਣਾ ਮੈਂ ਚਾਹਾਂਗਾ, ਇੱਕ खुदा ਦਾ ਹੱਥ, ਇੱਕ ਤੁਹਾਡੇ ਆਤਮਿਕ ਪਿਤਾ ਦਾ ਹੱਥ ਜਿਹੜਾ ਤੁਹਾਡੇ ਉੱਤੇ ਹੋਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ खुदा ਦਾ ਹੱਥ, ਇੱਕ ਤੁਹਾਡੇ ਆਤਮਿਕ ਪਿਤਾ ਦਾ ਹੱਥ ਹੋਣਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਨਹੀਂ ਪਤਾ ਤੁਸੀਂ ਇਸ ਗੱਲ ਨੂੰ ਕਿੰਨੇ ਜਣੇ ਸਮਝ ਰਹੇ ਜੇ ਜਾਂ ਤੁਸੀਂ ਨਹੀਂ ਸਮਝ ਰਹੇ, ਪਰ खुदा ਦਾ ਹੱਥ ਸਾਡੇ ਆਲਰੇਡੀ ਸਾਡੇ ਉੱਤੇ ਹੈ। खुदा ਦਾ ਹੱਥ ਸਾਡੇ ਉੱਤੇ ਆਲਰੇਡੀ ਸਾਡੇ ਉੱਤੇ ਹੈ, ਪਰ ਉਹਦੇ ਨਾਲ ਸਾਡੇ ਆਤਮਿਕ ਪਿਤਾ ਦਾ ਹੱਥ ਹੋਣਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਸਾਡੇ ਸਿਰਾਂ ਦੇ ਉੱਤੇ ਸਾਡੇ ਆਤਮਿਕ ਪਿਤਾ ਦਾ ਹੱਥ ਨਹੀਂ ਆ, ਅਸੀਂ ਆਪਣੀ ਲਾਈਫ ਦੇ ਕੁਝ ਵੀ ਰਿਸੀਵ ਨਹੀਂ ਕਰ ਸਕਦੇ। ਕੀ ਇਸਰਾਏਲੀਆਂ ਲੋਕਾਂ ਦੇ ਉੱਤੇ खुदा ਦਾ ਹੱਥ ਨਹੀਂ ਸੀ? ਕਿ ਇਸਰਾਏਲੀ ਕੌਮ ਦੇ ਉੱਤੇ खुदा ਦਾ ਹੱਥ ਨਹੀਂ ਸੀ, ਪਰ ਉਹਦੇ ਨਾਲ ਉਹਨਾਂ ਦਾ ਜਿਹੜਾ ਪਾਸਟਰ ਹੈ, ਉਹਨਾਂ ਦਾ ਜਿਹੜਾ ਆਤਮਿਕ ਪਿਤਾ मूसा ਜਿਹੜਾ ਆ, ਉਹਦਾ ਹੱਥ ਵੀ ਆ ਗਿਆ, ਇਸਰਾਏਲੀਆਂ ਦੇ ਉੱਤੇ ਆ ਗਿਆ, ਜਿਸ ਦੇ ਦੁਆਰਾ ਇਸਰਾਏਲੀਆਂ ਲੋਕਾਂ ਨੂੰ ਛੁਟਕਾਰਾ ਮਿਲਣਾ ਕੀ ਹੋ ਗਿਆ, ਸ਼ੁਰੂ ਹੋ ਗਿਆ। ਇਸਰਾਏਲੀਆਂ ਲੋਕਾਂ ਨੂੰ ਬਰਕਤ ਮਿਲਣੀ ਕੀ ਹੋ ਗਈ, ਸ਼ੁਰੂ ਹੋ ਗਈ। ਇਸਰਾਏਲੀ ਲੋਕੀ ਉਸ ਬੰਧਨ ਦੇ ਵਿੱਚੋਂ, ਉਸ ਰੁਕਾਵਟ ਦੇ ਵਿੱਚੋਂ, ਉਹ ਮੁਸ਼ਕਲ ਦੇ ਵਿੱਚੋਂ ਬਾਹਰ ਨਿਕਲਣਾ ਕੀ ਹੋ ਗਏ, ਸ਼ੁਰੂ ਹੋ ਗਏ। ਸੋ ਤੁਹਾਡੀ ਲਾਈਫ ਵਿੱਚ ਇੱਕ ਪਾਸਟਰ ਜ਼ਰੂਰ ਹੋਣਾ ਚਾਹੀਦਾ, ਇੱਕ ਆਤਮਿਕ ਪਿਤਾ ਜ਼ਰੂਰ ਹੋਣਾ ਚਾਹੀਦਾ, ਤੇ ਇੱਕੋ ਹੀ खुदा ਦੀ ਤੁਸੀਂ ਕੀ ਕਰਨੀ ਚਾਹੀਦੀ ਹੈ, ਤੁਹਾਨੂੰ ਕੀ ਕਰਨੀ ਚਾਹੀਦੀ ਹੈ, ਆਰਾਧਨਾ ਕਰਨੀ ਚਾਹੀਦੀ ਹੈ। ਤਾਂ ਦੂਜੇ 13 ਆਇਤ ਵਿੱਚ ਪੜ੍ਹ ਰਹੇ ਹਾਂ, ਜੋ ਕੁਛ ਉਹਨੇ ਆਪਣੇ ਪਾਸਟਰ ਦੇ ਕੋਲੋਂ, ਜੋ ਕੁਛ ਉਹਨੇ ਆਪਣੇ ਆਤਮਿਕ ਪਿਤਾ ਦੇ ਕੋਲੋਂ, ਜੋ ਕੁਛ ਉਹਨੇ ਆਪਣੇ खुदा ਦੇ ਕੋਲੋਂ ਲਿਆ ਸੀ, ਸਭ ਕੁਛ ਲੈ ਕੇ ਦੂਰ ਦੇਸ਼ ਦੇ ਵਿੱਚ ਉਹ ਕੀ ਹੋ ਗਿਆ, ਚਲਾ ਗਿਆ। ਦੂਰ ਦੇਸ਼ ਦੇ ਵਿੱਚ ਕੀ ਆ, ਚਲਾ ਗਿਆ।
दूर देश ਦੇ ਵਿੱਚ ਚਲਾ ਗਿਆ। ਬਾਈਬਲ ਦੇ ਵਿੱਚ ਲਿਖਿਆ ਉੱਥੇ ਉਹਨੇ ਜੋ ਕੁਝ ਇਕੱਠਾ ਕੀਤਾ ਸੀ ਆਪਣੇ ਘਰ ਵਿੱਚ, ਆਪਣੇ ਪਾਸਟਰ ਦੇ ਕੋਲੋਂ, ਆਪਣੇ ਆਤਮਿਕ ਪਿਤਾ ਦੇ ਕੋਲੋਂ, ਆਪਣੇ ਗੁਰੂ ਦੇ ਕੋਲੋਂ, ਆਪਣੇ ਖੁਦਾ ਦੇ ਕੋਲੋਂ ਉਹਨੇ ਜੋ ਕੁਝ ਇਕੱਠਾ ਕੀਤਾ ਸੀ, ਜਦੋਂ ਦੂਰ ਦੇਸ਼ ਦੇ ਵਿੱਚ ਚਲਾ ਗਿਆ, ਬਾਈਬਲ ਦੇ ਵਿੱਚ ਲਿਖਿਆ ਬਦ ਚੱਲਣੀ ਦੇ ਨਾਲ ਉਹਨੇ ਉਜਾੜਨਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਬਾਈਬਲ ਦੇ ਵਿੱਚ ਲਿਖਿਆ ਆ ਕਿ खुदा हर जगह उत्ते मौजूद है। खुदा की प्रैजेंस, खुदा की हजूरी जी हर एक जगह उत्ते की आ मौजूद है। इस व्यक्ति ने की किया, इस व्यक्ति की लाइफ विच बरकतां जानियां कदों शुरू हो गई। इस लाइफ विच यारू पुत्र ये बनना कदों स्टार्ट होया, जदों इन्हें अपने गुरु नूं पिछे कर दिता, अपने रब नूं पिछे कर दिता, जो इन्हें अपने पास्टर नूं पिछे कर दिता, जो इन्हें अपने आत्मिक पिता नूं पिछे करके, तो जो रस्ते दे विच इहनूं मिलदा गया, जो इहनूं रस्ते दे विच मिलदा गया, क्योंकि खुदा दी हजूरी तेरे नाल है, पर खुदा ने की कीता आ, खुदा ने उस व्यक्ति दे लई उहनूं ओहदे पास्टर नूं नियुक्त कीता ही, लै इस व्यक्ति दे लई मैं तैनूं नियुक्त करदा आ। हुण जदों ਉਹ व्यक्ति ने की किया, अपने आत्मिक पिता नूं छड्ड के, अपने पास्टर नूं छड्ड के होर दे मगर जा रहा आ, होर वख-वख जगह दे उत्ते जा रहा आ। बाइबल दे विच लिखिया हुण कोई भी उहनूं समझाउण वाला नहीं आ, कोई भी उहनूं गाइड करन वाला नहीं आ, ਉਹ प्रॉब्लम दे विच कोई भी उहनूं समझाउण वाला नहीं आ, ਉਹ मुश्किल दे विच कोई भी उहनूं समझाउण वाला नहीं आ, ਉਹ तकलीफ दे विच कोई भी उहनूं समझाउण वाला नहीं आ। तू इदा ना खर्चा कर, तू इदा ना खर्चा कर, तू इदा ना खर्चा कर। एक गलती इस गल नूं जो मैं बोलने जा रहा, इस गल ना आई होप दैट तू इस गल दे नाल सहमत होवोगे। असीं अपने घर दे विच आपां रहिंदे आ, जदों आपां एक बच्चा जदों पैसे खर्च करदा आ, एक बच्चा जदों अपने घर विच जदों उहनूं पैसे मिलदे ते जदों खर्च करदा आ, उहदा डैडी हमेशा उन्होंने ये गल जरूर कहता होएगा, वाधू खर्चा ना कर, जिन्नी ते लोड़ आ ना तू उसे दे हिसाब दे नाल तू की कर, खर्चा कर। मैं विश्वास करदा तू ये गल दे नाल सहमत होवोगे। मैं फिर ये गल नूं कह रहा, तुसीं अपने घरां दे विच रह रहे जे, तुहानूं पैसे दिते गए आ, तुहानूं कोई चीज़ दिती गई आ, तुसीं की करोगे? हुण उस पैसे नूं किदां खर्च करोगे? तुहाडा डैडी जिहड़ा आ ओह तुहानूं दस्सेगा कि जो पैसे तेरी हक दे विच ने इहनूं बड़े हिसाब दे नाल तूं की करी, खर्च करी। ऐदां ना होए भी सारे पैसे तो इक्को वारी खर्च कर लेवे ते बाद च तूं मूँह देखे, एक दूजे दे मूँह वाल नूं तूं की करे। सो ओह डैडी की करदा आ, ओहदा पिता की करदा, उहनूं समझांदा आ कि तू अपने पैसे नूं किदां खर्च करना आ, गाइड करदा आ, उहनूं समझांदा आ। कदी चाचा सानूं गाइड नहीं करेगा, कभी ताया सानू गाइड नहीं करेगा भी तेरे तो 10,000 आ तो तू इनू 1,000 रुपया करके या 500 करके तू की कर, खर्च कर। उन्होंने की लोड़ है कहन दी, उन्होंने की लोड़ है तुहानू कहन दी कि तू तुहाडा पैसा आ, तुहाडा मुंडा आ, उन्होंने की लोड़ कहन दी, किसी दूजे नू की कहन दी लोड़ आ कि तुसीं अपना पैसा इस तरह दे नाल की करो, खर्च करो। तुहाडा जिहड़ा पिता होएगा ना उही तुहानू दस्सेगा भी तू अपने पैसे नूं, अपनी आशीष नूं, अपनी बरकत नूं तू किस तरह दे नाल तू की करना, इस्तेमाल करना। आपां यारू पुत्र दे नाल भी सेम कहानी बनी। किहड़ी कहानी बनी? बरकतां तिने अपने पिता दे कोलों लै लईआं, बरकतावां तिने अपने आत्मिक पिता दे कोलों लै लईआं, बरकतावां तिने अपने पास्टर दे कोलों लै लईआं, पर बाद चों की होया? बाद चों ने अपने पिता नूं ना पसंद करना की कर दिता, शुरू कर दिता। अपने पिता नूं गल्लां करनियां की कर दित्तियां, शुरू कर दित्तियां। अपने पास्टर नूं गल्लां करनियां की कर दित्तियां, शुरू कर दित्तियां। अपने आत्मिक पिता नूं पिछे रखना की कर दिता, शुरू कर दिता। हुण जदों ने अपने आत्मिक पिता नूं रखना शुरू कर दिता, जदों ने अपने पास्टर नूं पिछे रखना की कर दिता, शुरू कर दिता। हुण बाइबल दे विच लिखिया आ उन्हें बद चलनी दे नाल उजाड़ना की कर दिता, शुरू कर दिता। हुण जदों पास्टर उहदे नाल नहीं आ, जदों आत्मिक पिता उहदे नाल नहीं आ, हुण आत्मिक हत्थ उहदे उत्ते नहीं आ, बाइबल दे विच लिखिया उन्हें बद चलनी दे नाल उन्हें की कीता, गवाया।
ਉਹਨੇ ਵੱਧ ਚੱਲਣੇ ਦੇ ਨਾਲ ਉਹਨੇ ਕੀ ਕੀਤਾ ਆ, ਗਵਾਇਆ। ਆਈ ਹੋਪ ਡੈਟ ਤੁਹਾਨੂੰ ਇਹ ਗੱਲ ਨੂੰ ਸਮਝ ਵਿੱਚ ਇਹ ਗੱਲ ਆ ਰਹੀ ਹੋਵੇਗੀ। ਹਮੇਸ਼ਾ ਤੁਹਾਡਾ ਆਤਮਿਕ ਪਿਤਾ ਜਿਹੜਾ ਆ ਉਹ ਤੁਹਾਨੂੰ ਆਤਮਿਕ ਲਾਈਫ ਵਿੱਚ ਤੁਹਾਨੂੰ ਸਮਝਾਏਗਾ, ਫਿਜ਼ੀਕਲ ਦੇ ਵਿੱਚ ਵੀ ਉਹ ਤੁਹਾਨੂੰ ਸਮਝਾਏਗਾ, ਆਤਮਿਕ ਲਾਈਫ ਦੇ ਵਿੱਚ ਵੀ ਉਹ ਤੁਹਾਨੂੰ ਸਮਝਾਏਗਾ। ਮੇਰੀ ਭੈਣ ਤੈਨੂੰ ਇੰਨੀ ਤਰੀਕੇ ਨਾਲ ਇਸ ਤਰ੍ਹਾਂ ਦੇ ਨਾਲ ਪ੍ਰੇਅਰ ਕਰਨੀ ਪਏਗੀ, ਮੇਰੇ ਭਰਾ ਤੈਨੂੰ ਇਸ ਤਰ੍ਹਾਂ ਦੇ ਨਾਲ ਕਰਨਾ ਪਏਗਾ, ਤੈਨੂੰ ਇਸ ਤਰ੍ਹਾਂ ਦੇ ਨਾਲ ਕਰਨਾ ਪਏਗਾ, ਤੈਨੂੰ ਆਪਣੀ ਲਾਈਫ ਨੂੰ ਇਸ ਤਰ੍ਹਾਂ ਦੇ ਨਾਲ ਚਲਾਉਣਾ ਪਏਗਾ। ਪਰ ਜਿਹੜਾ ਤੁਹਾਡਾ ਆਤਮਿਕ ਪਿਤਾ ਹੀ ਨਹੀਂ ਆ, ਜਿਹੜਾ ਤੁਹਾਡਾ ਪਾਸਟਰ ਹੀ ਨਹੀਂ, ਜਿਹੜਾ ਤੁਹਾਡਾ ਗੁਰੂ ਹੀ ਨਹੀਂ, ਜਿਹੜਾ ਤੁਹਾਡਾ ਰੱਬ ਹੀ ਨਹੀਂ ਆ, ਉਹਨੂੰ ਕੀ ਲੋੜ ਆ ਤੁਹਾਨੂੰ ਪ੍ਰੋਬਲਮ ਵਿੱਚ ਤੁਸੀਂ ਹੋਵੋ, ਦੁੱਖ ਵਿੱਚ ਤੁਸੀਂ ਹੋਵੋ, ਤਕਲੀਫ ਦੇ ਵਿੱਚ ਹੋਵੋ, ਉਹ ਤੁਹਾਨੂੰ ਗਾਈਡ ਕਰੇ, ਉਹ ਤੁਹਾਨੂੰ ਸਮਝਾਏ। ਬਾਈਬਲ ਦੇ ਵਿੱਚ ਲਿਖਿਆ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆਈ, ਸਭ ਤੋਂ ਵੱਡੀ ਪ੍ਰੋਬਲਮ ਇਹਦੀ ਲਾਈਫ ਵਿੱਚ ਇਹ ਆਈ ਜਦੋਂ ਉਹਨੇ ਆਪਣੇ ਆਤਮਿਕ ਪਿਤਾ ਨੂੰ ਪਿੱਛੇ ਕਰ ਦਿੱਤਾ, ਜਦੋਂ ਉਹਨੇ ਆਪਣੇ ਪਾਸਟਰ ਨੂੰ ਪਿੱਛੇ ਕਰ ਦਿੱਤਾ, ਜਦੋਂ ਉਹਨੇ ਆਪਣੇ ਖੁਦਾ ਨੂੰ ਪਿੱਛੇ ਕਰ ਦਿੱਤਾ। ਇਹ ਗੱਲਾਂ ਨੂੰ ਮੈਂ ਕਿਉਂ ਕਹਿ ਰਿਹਾ, ਜੋ ਮੈਂ ਤੁਹਾਨੂੰ ਕਹਿ ਰਿਹਾ, ਮੈਂ ਲਾਸਟ ਵਿੱਚ ਇਹ ਗੱਲ ਨੂੰ ਮੈਂ ਦੱਸਾਂਗਾ ਕਿਉਂ ਇਸ ਵਚਨ ਨੂੰ ਮੈਂ ਦੇਣਾ ਜਿਹੜਾ ਉਹ ਜ਼ਰੂਰੀ ਸਮਝਿਆ। ਮੈਂ ਆਤਮਿਕ ਪਿਤਾ ਕੌਣ ਹੈ? ਜਿਸ ਤਰ੍ਹਾਂ ਮੇਰਾ ਸੰਸਾਰਿਕ ਪਿਤਾ ਕੌਣ ਹੈ? ਮੇਰਾ ਸੰਸਾਰਿਕ ਪਿਤਾ ਉਹ ਜਿਸ ਨੇ ਮੈਨੂੰ ਇਸ ਧਰਤੀ ਦੇ ਉੱਤੇ ਭੇਜਿਆ, ਜਿਸ ਦੇ ਦੁਆਰਾ ਮੈਂ ਇਸ ਧਰਤੀ ਦੇ ਉੱਤੇ ਆਇਆ, ਜਿਹੜਾ ਮੈਨੂੰ ਸਮਝਾਉਂਦਾ ਆ, ਜਿਹੜਾ ਮੈਨੂੰ ਗਾਈਡ ਕਰਦਾ, ਜਿਹਨੇ ਮੈਨੂੰ ਚੱਲਣਾ, ਜਿਹਨੇ ਮੈਨੂੰ ਉੱਠਣਾ, ਜਿਹਨੇ ਮੈਨੂੰ ਬੈਠਣਾ, ਜਿਹਨੇ ਮੈਨੂੰ ਖਾਣਾ ਖਵਾਉਣਾ, ਜਿਹਨੇ ਮੈਨੂੰ ਤੁਰਨਾ, ਜਿਹਨੇ ਮੈਨੂੰ ਬੈਠਣਾ, ਉੱਠਣਾ, ਚੱਲਣਾ, ਬੋਲਣਾ ਸਿਖਾਇਆ, ਉਹ ਆ ਮੇਰਾ ਪਿਤਾ। ਇਹ ਤਾਂ ਫਿਜ਼ੀਕਲੀ ਹੈ। ਮੇਰਾ ਆਤਮਿਕ ਪਿਤਾ ਕੌਣ ਆ? ਮੇਰਾ ਆਤਮਿਕ ਪਿਤਾ ਉਹ ਆ ਜਿਹਦੇ ਦੁਆਰਾ ਮੈਂ ਮਸੀਹ ਦੇ ਵਿੱਚ ਆਇਆ। ਹੁਣ ਉਸ ਤੋਂ ਬਾਅਦ ਚੋਂ ਜੇਕਰ ਇੱਕ ਗੱਲ ਆਪਾਂ ਦੇਖੀਏ, ਪਿਤਾ ਸਿਰਫ ਉਹੀ ਨਹੀਂ ਆ ਜੋ ਸਿਰਫ ਬੱਚੇ ਨੂੰ, ਮਾਂ-ਬਾਪ ਸਿਰਫ ਉਹੀ ਨਹੀਂ ਹੁੰਦੇ ਜੋ ਸਿਰਫ ਬੱਚੇ ਨੂੰ ਜਨਮ ਦਿੰਦੇ ਆ। ਮਾਂ-ਬਾਪ ਅਸਲੀ ਉਹ ਹੁੰਦਾ ਆ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਚੋਂ ਉਹਦੀ ਪਾਲਣਾ ਪੋਸ਼ਣਾ ਵੀ ਕਰਦਾ, ਉਸਨੂੰ ਮਾਂ-ਬਾਪ ਕਿਹਾ ਜਾਂਦਾ। ਜੋ ਉਹਨੂੰ ਉੱਠਣਾ ਦੱਸਦਾ, ਜੋ ਉਹਨੂੰ ਬੈਠਣਾ ਦੱਸਦਾ, ਜੋ ਉਹਨੂੰ ਕਿੱਦਾਂ ਖਾਣਾ ਉਹ ਦੱਸਦਾ, ਕਿੱਦਾਂ ਬੋਲਣਾ ਉਹ ਉਹਨੂੰ ਦੱਸਦਾ, ਕਿੱਦਾਂ ਲੋਕਾਂ ਦੇ ਵਿੱਚ ਰਹਿਣਾ ਉਹ ਉਹਨੂੰ ਦੱਸਦਾ, ਹਰ ਇੱਕ ਗੱਲ ਦੇ ਵਿੱਚ ਡਾਂਟਦਾ, ਹਰ ਇੱਕ ਗੱਲ ਦੇ ਵਿੱਚ ਉਹਨੂੰ ਸਮਝਾਉਂਦਾ, ਉਹਨੂੰ ਇੱਕ ਅਸਲੀ ਮਾਂ-ਬਾਪ ਕਿਹਾ ਜਾਂਦਾ। ਤੁਸੀਂ ਨਿਊਜ਼ ਦੇ ਰਾਹੀਂ ਤੁਸੀਂ ਸੁਣਿਆ ਹੋਵੇਗਾ, ਬੜੇ ਇਹੋ ਜਿਹੇ ਮਾਂ-ਬਾਪ ਹੋਣਗੇ, ਉਹ ਬੱਚਾ ਪੈਦਾ ਹੋ ਜਾਂਦਾ ਆ, ਹਸਪੀਟਲ ਦੇ ਵਿੱਚ ਛੱਡ ਕੇ ਚਲੇ ਜਾਂਦੇ ਆ। ਬੱਚਾ ਪੈਦਾ ਹੋ ਜਾਂਦਾ, ਉਹ ਵੇਚ ਦਿੰਦੇ ਆ। ਧੀਆਂ ਪੈਦਾ ਹੋ ਗਈਆਂ, ਵੇਚ ਦਿੱਤੇ, ਮੁੰਡੇ ਪੈਦਾ ਹੋਏ, ਵੇਚ ਦਿੱਤੇ। ਕੀ ਤੁਸੀਂ ਇਹਨਾਂ ਨੂੰ ਮਾਂ-ਬਾਪ ਪਾਓਗੇ ਤੁਸੀਂ? ਸੋ ਇਸ ਆਤਮਿਕ ਤਰੀਕੇ ਦੇ ਨਾਲ ਸਾਡਾ ਆਤਮਿਕ ਪਿਤਾ ਕੌਣ ਆ? ਸਾਡਾ ਆਤਮਿਕ ਪਿਤਾ ਉਹ ਜਿਸ ਦੇ ਦੁਆਰਾ ਮਸੀਹ ਦੇ ਵਿੱਚ ਆਏ, ਜਿਹਨੇ ਸਾਨੂੰ ਮਸੀਹ ਦੇ ਵਿੱਚ ਆ ਕੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ, ਖੁਦਾ ਦੇ ਨਾਲ ਸਾਡਾ ਰਿਸ਼ਤਾ ਮਿਲਾਇਆ, ਆਰਾਧਨਾ ਕਿੱਦਾਂ ਕਰਨੀ ਉਹ ਸਾਨੂੰ ਦੱਸਿਆ, ਸਤੁਤੀ ਕਿੱਦਾਂ ਕਰਨੀ ਉਹ ਸਾਨੂੰ ਦੱਸਿਆ। ਸਾਡੇ ਦੁੱਖ ਵਿੱਚ, ਸਾਡੇ ਸੁੱਖ ਵਿੱਚ, ਸਾਡੀ ਪਰੇਸ਼ਾਨੀ ਵਿੱਚ, ਫਿਜ਼ੀਕਲੀ, ਸਪਿਰਚੁਅਲ, ਹਰ ਚੀਜ਼ ਵਿੱਚ ਜੋ ਤੁਹਾਡਾ ਆਤਮਿਕ ਪਿਤਾ ਜਿਹੜਾ ਤੁਹਾਡੇ ਨਾਲ ਅੜਾ ਤੇ ਖੜਾ ਰਹਿੰਦਾ ਆ, ਉਸ ਨੂੰ ਕਹਿੰਦੇ ਆ ਆਤਮਿਕ ਪਿਤਾ। ਜਿਸ ਤਰ੍ਹਾਂ ਸੰਸਾਰਿਕ ਵਿੱਚ ਜਦੋਂ ਕਿਸੇ ਬੱਚੇ ਨੂੰ ਪ੍ਰੋਬਲਮ ਹੁੰਦੀ ਆ, ਜੋ ਕੋਈ ਬੱਚਾ ਕੋਈ ਬੜੀ ਵੱਡੀ ਤਕਲੀਫ, ਬੜੀ ਵੱਡੀ ਪ੍ਰੋਬਲਮ ਦੇ ਵਿੱਚ ਹੁੰਦਾ ਆ, ਬੜੇ ਵੱਡੇ ਦੁੱਖ ਦੇ ਵਿੱਚ ਹੁੰਦਾ, ਉਹ ਇਹ ਨਹੀਂ ਕਹਿੰਦਾ ਮੇਰੇ ਚਾਚੇ ਨੂੰ ਬੁਲਾਇਓ, ਮੇਰੇ ਤਾਏ ਨੂੰ ਬੁਲਾ ਲਓ, ਮੇਰੇ ਮਾਮੇ ਨੂੰ ਬੁਲਾ ਲਓ। ਉਹ ਇਹੋ ਹੀ ਕਹਿੰਦਾ ਆ ਮੇਰੇ ਮਾਂ-ਬਾਪ ਨੂੰ ਸਭ ਤੋਂ ਪਹਿਲਾਂ ਕੀ ਕਰੋ, ਬੁਲਾਓ ਤੁਸੀਂ। ਜਦੋਂ ਉਸਦਾ ਮਾਂ-ਬਾਪ ਉਸਦੇ ਲਾਗੇ ਆ ਜਾਂਦਾ ਆ, ਜਦੋਂ ਉਸਦਾ ਮਾਂ-ਬਾਪ ਉਸਦੇ ਕੋਲ ਆ ਜਾਂਦਾ ਆ, ਉਹ ਬੱਚੇ ਨੂੰ ਬੜਾ ਆਪਣੀ ਲਾਈਫ ਵਿੱਚ ਉਹ ਇੱਕ ਆਰਾਮ ਜਾਂ ਕੀ ਕਰਦਾ, ਮਹਿਸੂਸ ਕਰਦਾ। ਇਸ ਤਰ੍ਹਾਂ ਫਿਜ਼ੀਕਲ ਲਾਈਫ ਵਿੱਚ ਜੋ ਤੁਸੀਂ ਦੁੱਖ ਵਿੱਚ ਜੇ, ਜੋ ਤੁਸੀਂ ਤਕਲੀਫ ਵਿੱਚ ਜੇ, ਜੋ ਤੁਸੀਂ ਪਰੇਸ਼ਾਨੀ ਵਿੱਚ ਜੇ, ਜੋ ਤੁਸੀਂ ਕਿਸੇ ਬੰਧਨ ਦੇ ਵਿੱਚ, ਕਿਸੇ ਪ੍ਰੋਬਲਮ ਦੇ ਵਿੱਚ ਆ ਗਏ ਜੇ, ਤਾਂ ਉਹ ਜਿਹਦੇ ਦੁਆਰਾ ਤੁਸੀਂ ਖੁਦਾ ਦੇ ਵਿੱਚ ਆਏ ਜੇ, ਜਿਹਦੇ ਦੁਆਰਾ ਉਹਨੇ ਤੁਹਾਨੂੰ ਜੋ ਤੁਹਾਡਾ ਆਤਮਿਕ ਪਿਤਾ, ਜਿਹਦੇ ਦੁਆਰਾ ਉਹਨੇ ਤੁਹਾਨੂੰ ਪ੍ਰਾਰਥਨਾ ਕਰਨੀ, ਖੁਦਾ ਦੇ ਨਾਲ ਮੇਲ ਕਰਾਣਾ, ਜਿਹਨੇ ਤੁਹਾਨੂੰ ਹਰ ਇੱਕ ਚੀਜ਼ ਦੱਸੀ ਆ ਵੀ ਖੁਦਾ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦੇ ਨਾਲ ਮਜ਼ਬੂਤ ਕਰਨਾ ਆ, ਉਹ ਸਾਡਾ ਆਤਮਿਕ ਪਿਤਾ ਜਦੋਂ ਉਹ ਸਾਡੇ ਨੇੜੇ ਆ ਜਾਂਦਾ ਨਾ, ਦੁੱਖ ਵੇਲੇ, ਤਕਲੀਫ ਵਿੱਚ, ਪ੍ਰੋਬਲਮ ਵੇਲੇ, ਅੱਧਾ ਦੁੱਖ ਸਾਡਾ ਉਸ ਵੇਲੇ ਸਾਡਾ ਕੀ ਚਲੇ ਜਾਂਦਾ ਹੈ। ਪਰ ਇਸ ਵਿਅਕਤੀ ਦੇ ਨਾਲ ਕੀ ਹੋ ਰਿਹਾ?
ਆਪਣੇ ਖੁਦਾ ਨੂੰ ਛੱਡ ਦਿੱਤਾ, ਆਪਣੇ ਪਾਸਟਰ ਨੂੰ ਛੱਡ ਦਿੱਤਾ, ਆਪਣੇ ਆਤਮਿਕ ਪਿਤਾ ਨੂੰ ਛੱਡ ਕੇ ਤੇ ਇੱਧਰ ਉੱਧਰ ਦੇ ਜਿੰਨੇ ਵੀ ਪਾਸਟਰ ਸੀ ਉਹਨਾਂ ਦੇ ਵੱਲ ਉਹਨੇ ਕੀ ਕਰ ਦਿੱਤਾ, ਜਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਹੁਣ ਕੋਈ ਵੀ ਉਹਨੂੰ ਸਮਝਾਉਣ ਵਾਲਾ ਨਹੀਂ ਆ, ਕੋਈ ਵੀ ਉਹਦਾ ਹੱਥ ਫੜਨ ਵਾਲਾ ਨਹੀਂ ਆ, ਕੋਈ ਵੀ ਉਹਦੀ ਬਾਂਹ ਫੜਨ ਵਾਲਾ ਨਹੀਂ ਆ, ਕੋਈ ਵੀ ਉਹਨੂੰ ਉਹਦੀ ਪ੍ਰੋਬਲਮ ਵਿੱਚੋਂ ਬਾਹਰ ਕੱਢਣ ਵਾਲਾ ਨਹੀਂ ਆ, ਕੋਈ ਵੀ ਉਹਨੂੰ ਉਹਦੇ ਦੁੱਖ ਦੇ ਵਿੱਚੋਂ ਬਾਹਰ ਕੱਢਣ ਵਾਲਾ ਨਹੀਂ ਆ, ਕੋਈ ਵੀ ਉਹਨੂੰ ਉਹਦੀ ਉਸ ਤੰਗੀ ਦੇ ਵਿੱਚੋਂ ਬਾਹਰ ਕੱਢਣ ਵਾਲਾ ਨਹੀਂ ਆ। ਕਿਉਂਕਿ ਉਸ ਕਈ ਵੇਲੇ ਅੱਜ ਵੀ ਸਾਡੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆ, ਜੋ ਸਾਡਾ ਓਰੀਜਨਲ ਪਾਸਟਰ ਜਿਹਦੇ ਦੁਆਰਾ ਅਸੀਂ ਬਚਾਏ ਗਏ ਹਾਂ, ਜਿਹਦੇ ਦੁਆਰਾ ਆਪਾਂ ਮਸੀਹ ਦੇ ਵਿੱਚ ਆਏ ਹਾਂ, ਜਿਹਦੇ ਦੁਆਰਾ ਅਸੀਂ ਪ੍ਰਭੂ ਦੇ ਦੁਆਰਾ ਸਾਡਾ ਮੇਲ ਮਿਲਾਪ ਹੋਇਆ, ਜਿਹਦੇ ਦੁਆਰਾ ਸਾਨੂੰ ਪ੍ਰਾਰਥਨਾ ਕਰਨੀ ਆਇਆ, ਜਿਹਦੇ ਦੁਆਰਾ ਸਾਨੂੰ ਆਤਮਿਕ ਬਰਕਤਾਂ ਮਿਲੀਆਂ, ਜਿਹਦੇ ਦੁਆਰਾ ਸਾਨੂੰ ਫਿਜ਼ੀਕਲੀ ਬਰਕਤਾਂ ਮਿਲੀਆਂ ਆ, ਅੱਜ ਉਸ ਪਾਸਟਰ ਨੂੰ ਕੀ ਆ, ਉਹਨੂੰ ਪਿੱਛੇ ਕਰ ਦਿੱਤਾ ਤੇ ਦੂਸਰਿਆਂ ਪਾਸਟਰਾਂ ਦੀਆਂ ਗੱਲਾਂ ਨੂੰ ਮੰਨਣਾ ਆਪਾਂ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਮੈਂ ਫਿਰ ਇਹ ਗੱਲ ਨੂੰ ਕਹਿ ਰਿਹਾ, ਮੈਂ ਕਿਉਂ ਇਹ ਗੱਲਾਂ ਨੂੰ ਕਹਿ ਰਿਹਾ, ਮੈਂ ਲਾਸਟ ਵਿੱਚ ਇਹ ਗੱਲ ਨੂੰ ਮੈਂ ਕਹਿ ਰਿਹਾ, ਬਦ ਚਲਣੀ ਕਿਉਂ ਹੋਈ, ਮਾਲ ਲੁੱਟਿਆ ਕਿਉਂ ਗਿਆ, ਪੈਸੇ ਤਬਾਹ ਤੋਂ ਹੋਏ, ਕਿਉਂ ਖਰਚੇ ਇੰਨੇ ਜ਼ਿਆਦਾ ਹੋ ਗਏ, ਕਿਉਂ ਨਹੀਂ ਉਹਨੂੰ ਕੋਈ ਸਮਝਾਉਣ ਵਾਲਾ ਹੀ, ਕਿਉਂ ਉਹਨੂੰ ਉਸ ਵੇਲੇ ਉਹਦੀ ਪ੍ਰੋਬਲਮ ਵਿੱਚ ਉਹਨੂੰ ਗਾਈਡ ਕਰਨ ਵਾਲਾ ਕਿਉਂ ਨਹੀਂ ਸੀ ਉਹਦੇ ਨਾਲ ਕੋਈ ਹੈ। ਕਿਉਂਕਿ ਉਸ ਵਿਅਕਤੀ ਨੇ ਕੀ ਕੀਤਾ, ਆਪਣੇ ਪਾਸਟਰ ਨੂੰ, ਆਪਣੇ ਗੁਰੂ ਨੂੰ, ਆਪਣੇ ਆਤਮਿਕ ਪਿਤਾ ਨੂੰ ਕੀ ਕਰ ਦਿੱਤਾ, ਪਿੱਛੇ ਕਰ ਦਿੱਤਾ। ਤੇ ਵੱਖਰੇ ਇੱਕ ਗੁਰੂ ਬਣਾਣੇ, ਵੱਖਰੇ ਇੱਕ ਪਾਸਟਰ ਬਣਾਣੇ, ਵੱਖਰੇ ਇੱਕ ਇਦਾਂ ਦੇ ਬਣਾਣੇ ਕੀ ਕਰ ਦਿੱਤੇ, ਸ਼ੁਰੂ ਕਰ ਦਿੱਤੇ। ਵਚਨ ਸਾਰਿਆਂ ਦਾ ਸੁਣੋ, ਮੈਂ ਇਹ ਨਹੀਂ ਕਹਿੰਦਾ ਵਚਨ ਸਾਰਿਆਂ ਦਾ ਨਾ ਸੁਣੋ, ਵਚਨ ਸਾਰਿਆਂ ਦਾ ਸੁਣੋ, ਪਰ ਉਸੇ ਹੀ ਜਦ ਤੁਸੀਂ ਕਿਸੇ ਪ੍ਰੋਬਲਮ ਵਿੱਚ, ਕਿਸੇ ਦੁੱਖ ਵਿੱਚ, ਤੁਹਾਨੂੰ ਕੋਈ ਗੱਲ ਸਮਝ ਵਿੱਚ ਨਹੀਂ ਆ ਰਹੀ, ਕੋਈ ਉਲਝਣ ਦੇ ਵਿੱਚ ਫਸੇ ਹੋਏ ਜੇ, ਸਭ ਤੋਂ ਪਹਿਲਾਂ ਤੁਸੀਂ ਉਸ ਪਾਸਟਰ ਨੂੰ ਫੋਨ ਕਰੋ, ਤੁਸੀਂ ਆਪਣੇ ਆਤਮਿਕ ਪਿਤਾ ਨੂੰ ਫੋਨ ਕਰਕੇ ਕਹੋ, ਆਤਮਿਕ ਪਿਤਾ ਜੀ ਮੈਂ ਇਸ ਪ੍ਰੋਬਲਮ ਦੇ ਵਿੱਚ ਆ, ਮੈਂ ਇਸ ਦੁੱਖ ਦੇ ਵਿੱਚ, ਤੁਸੀਂ ਮੈਨੂੰ ਦੱਸੋ ਮੈਂ ਇਸ ਪ੍ਰੋਬਲਮ ਵਿੱਚ, ਦੁੱਖ ਦੇ ਵਿੱਚੋਂ ਮੈਂ ਕਿੱਦਾਂ ਬਾਹਰ ਨਿਕਲਾਂ। ਮੈਂ ਐਵੇਂ ਕਿਸੇ ਦੇ ਗੱਲਾਂ ਸੁਣ ਕੇ, ਕਿਸੇ ਦੀਆਂ ਪਾਸਟਰਾਂ ਦੀਆਂ ਗੱਲਾਂ ਸੁਣ ਕੇ ਆਪਣੀ ਲਾਈਫ ਵਿੱਚ ਉਦਾਂ ਕਰਨਾ ਨਾ ਤੁਸੀਂ ਸ਼ੁਰੂ ਕਰੋ। ਤੁਹਾਡਾ ਪਾਸਟਰ ਜਿਸ ਦੇ ਚਰਚ ਦੇ ਵਿੱਚ ਤੁਸੀਂ ਜਾਂਦੇ ਜੇ, ਜਿਸ ਦੇ ਵੀ ਚਰਚ ਵਿੱਚ ਜਾਂਦੇ ਜੋ, ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਲੋੜ ਆ, ਇਹ ਆਪਣੇ ਪਾਸਟਰ ਦੇ ਕੋਲ ਉਹ ਸਲਾਹ ਲਵੋ, ਪਾਸਟਰ ਜੀ ਸਾਨੂੰ ਇਹ ਪ੍ਰੋਬਲਮ ਹੈ, ਸਾਨੂੰ ਇਹ ਪ੍ਰੋਬਲਮ ਹੈ, ਤੁਸੀਂ ਦੱਸੋ ਆਪਾਂ ਉਸ ਪ੍ਰੋਬਲਮ ਵਿੱਚ ਕਿੱਦਾਂ ਬਾਹਰ ਨਿਕਲੀ। ਯਾਰੂ ਪੁੱਤਰ ਬਾਈਬਲ ਦੇ ਵਿੱਚ ਲਿਖਿਆ, ਪਹਿਲਾਂ ਇਸ ਦੇ ਕੋਲ ਸਾਰਾ ਕੁਝ ਸੀ, ਜਿੰਨਾ ਚਿਰ ਤੱਕ ਇਹਨੇ ਆਪਣੇ ਪਾਸਟਰ ਦਾ ਕਹਿਣਾ ਮੰਨਿਆ, ਜਿੰਨਾ ਚਿਰ ਤੱਕ ਇਹਨੇ ਆਪਣੇ ਆਤਮਿਕ ਪਿਤਾ ਦਾ ਕਹਿਣਾ ਮੰਨਿਆ, ਉਹਨਾਂ ਚਿਰ ਤੱਕ ਇਹਨੂੰ ਬਹੁਤ ਕੁਝ ਮਿਲਦਾ ਰਿਹਾ, ਬਹੁਤ ਕੁਝ ਮਿਲਦਾ ਰਿਹਾ, ਬਹੁਤ ਕੁਝ ਇਹਨੂੰ ਕੀ ਮਿਲਦਾ ਰਿਹਾ। ਪਰ ਜਦੋਂ ਇਹਨੇ ਆਪਣੇ ਆਤਮਿਕ ਪਿਤਾ ਨੂੰ ਪਿੱਛੇ ਕਰ ਦਿੱਤਾ, ਬਾਹਰ ਚਲਾ ਗਿਆ, ਉਸੇ ਦਿਨ ਤੋਂ ਬਾਅਦ ਚਲਦੀ ਦੇ ਨਾਲ ਉਹਨੇ ਗਵਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਹੁਣ ਅਗਲੇ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜਾਂ ਸਭ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ, ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਰ ਦੇ ਚਾਰਨ ਲਈ ਘੱਲਿਆ। ਹੁਣ ਤੁਸੀਂ ਵੇਖੋ ਕੀ ਹਾਲ ਕੀ ਹੋਇਆ ਆ। ਜਦੋਂ ਅਸੀਂ ਵੱਖ-ਵੱਖ ਗੁਰੂਆਂ ਦੀ ਆਰਾਧਨਾ ਕਰਦੇ ਹਾਂ, ਵੱਖ-ਵੱਖ ਗੁਰੂਆਂ ਦੀ ਜਦੋਂ ਆਪਾਂ ਸੰਗਤੀ ਕਰਦੇ ਹਾਂ, ਵੱਖ ਦੇਵੀ ਦੇਵਤੇ ਦੇ ਅੱਗੇ ਮੱਥਾ ਟੇਕਦੇ ਹਾਂ, ਆਪਾਂ ਵੱਖ ਪਾਸਟਰਾਂ ਦੀਆਂ ਸੁਣ ਕੇ ਉਹਨਾਂ ਦੇ ਵਚਨਾਂ ਦੇ ਮੁਤਾਬਕ ਚੱਲਦੇ ਹਾਂ। ਹਰ ਇੱਕ ਨੂੰ ਅਸੀਂ ਆਪਣਾ ਆਤਮਿਕ ਪਿਤਾ ਜਿਹੜਾ ਮੰਨ ਲੈਂਦੇ ਆ, ਤੇ ਜੋ ਓਰੀਜਨਲ ਆ ਉਸ ਨੂੰ ਛੱਡ ਕੇ ਹੁਣ ਬਾਈਬਲ ਦੇ ਵਿੱਚ ਵਚਨ ਦੇ ਵਿੱਚੋਂ ਕੀ ਪੜਿਆ, ਹੁਣ ਜਦੋਂ ਦੂਰ ਦੇਸ਼ ਦੇ ਵਿੱਚ ਚਲਾ ਗਿਆ, ਲਾਈਫ ਫਿਰ ਕਿੱਦਾਂ ਦੀ ਹੋ ਗਈ। ਜਦੋਂ ਉਹਨੇ ਆਪਣੇ ਪਾਸਟਰ ਨੂੰ ਛੱਡ ਦਿੱਤਾ, ਜਦੋਂ ਉਹਨੇ ਆਪਣੇ ਆਤਮਿਕ ਪਿਤਾ ਨੂੰ ਛੱਡ ਦਿੱਤਾ, ਜਦੋਂ ਉਹਨੇ ਆਪਣੇ ਅਸਲੀ ਗੁਰੂ ਨੂੰ ਜਦੋਂ ਛੱਡ ਦਿੱਤਾ, ਦੀ ਲਾਈਫ ਕਿੱਦਾਂ ਦੀ ਹੋ ਗਈ। ਬਾਈਬਲ ਦੇ ਵਿੱਚ ਲਿਖਿਆ, ਪਹਿਲਾਂ ਬਦ ਚਲਣੀ ਦੇ ਨਾਲ ਇਹਨੇ ਗਵਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ, ਕਿਉਂਕਿ ਉਹਨੂੰ ਸਮਝਾਉਣ ਵਾਲਾ ਕੋਈ ਨਹੀਂ ਹੈ, ਇਹਨੂੰ ਕੋਈ ਗਾਈਡ ਕਰਨ ਵਾਲਾ ਕੋਈ ਨਹੀਂ ਹੈ, ਇਹਨੂੰ ਕੋਈ ਸਲਾਹ ਦੇਣ ਵਾਲਾ ਨਹੀਂ, ਕੋਈ ਵੀ ਨਹੀਂ ਹੈ, ਕੋਈ ਇਹਦੀ ਬਾਂਹ ਫੜਨ ਵਾਲਾ ਨਹੀਂ ਆ, ਕੋਈ ਇਹਨੂੰ ਖੜਾ ਕਰਨ ਵਾਲਾ ਹੁਣ ਨਹੀਂ ਆ, ਕਿਉਂਕਿ ਇਹਨੇ ਵੱਖ ਜਗ੍ਹਾ ਦੇ ਉੱਤੇ ਜਾਣਾ ਕੀ ਕਰ ਦਿੱਤਾ ਹੀ, ਸ਼ੁਰੂ ਕਰ ਦਿੱਤਾ। ਕੌਣ ਇਹਦੀ ਬਾਂਹ ਫੜੇ, ਕਿਉਂਕਿ ਇਹਨੇ ਵੱਖ ਜਗ੍ਹਾ ਦੇ ਉੱਤੇ ਜਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਹੈ ਬੰਦਾ ਪ੍ਰੋਬਲਮ ਦੇ ਵਿੱਚ ਹੈ, ਪਰ ਹੁਣ ਬਾਂਹ ਕੌਣ ਫੜੇ ਇਹਦੀ, ਕੋਈ ਵੀ ਫੜਨ ਲਈ ਇਹਦੀ ਬਾਂਹ ਤਿਆਰ ਨਹੀਂ ਆ।
ਹੁਣ ਦੂਸਰੀ ਅੱਗੇ ਕੀ ਪ੍ਰੋਬਲਮ ਆਈਆਂ, ਜਦ ਉਸ ਜਿਸ ਦੇਸ਼ ਦੇ ਵਿੱਚ ਗਿਆ, ਉਸ ਦੇਸ਼ ਦੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਕਾਲ ਪੈ ਗਿਆ। ਜਦੋਂ ਕਾਲ ਪੈ ਗਿਆ, ਹੁਣ ਹਾਲਾਤ ਕਿੱਦਾਂ ਦੇ ਹੋ ਗਏ? ਹਾਲਾਤ ਇਸ ਤਰ੍ਹਾਂ ਦੇ ਇਸ ਵਿਅਕਤੀ ਦੇ ਹੋ ਗਏ ਕਿ ਇਹ ਇੱਕ ਤਾਂ ਇਹਨੂੰ ਕਾਲ ਪੈ ਗਿਆ, ਦੂਜਾ ਇਹ ਸੂਰਾਂ ਦੇ ਖੇਤਾਂ ਦੇ ਵਿੱਚ, ਜਿਸ ਜਗ੍ਹਾ ਦੇ ਉੱਤੇ ਸੂਰ ਰਹਿੰਦੇ ਆ, ਉੱਥੇ ਉਹਨੂੰ ਕੰਮ ਮਿਲ ਗਿਆ। ਹੁਣ ਅੱਗੇ ਕੀ ਦਿੱਤਾ ਗਿਆ? ਇਹ ਗੱਲ ਕਹਿ ਦਿੱਤੀ ਗਈ, ਜੋ ਇੱਦਾਂ ਸੂਰਾਂ ਤੋਂ ਖਾਣਾ ਬਚੇਗਾ ਉਹ ਤੈਨੂੰ ਕੀ ਆ, ਖਾਣਾ ਪਏਗਾ। ਜੋ ਖਾਣਾ ਬਚੇਗਾ ਸੂਰਾਂ ਦਾ, ਉਹ ਤੈਨੂੰ ਕੀ ਆ, ਖਾਣਾ ਪਵੇਗਾ। ਕਈ ਵਾਰ ਸਾਡੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ, ਜੋ ਸਾਡੇ 15 ਪਾਸਟਰ ਹੋ ਜਾਂਦੇ ਨਾ, ਇੱਕ ਵਿਸ਼ਵਾਸੀ ਦੇ ਜਦੋਂ 10 ਪਾਸਟਰ ਹੋ ਜਾਂਦੇ ਆ, ਜਦੋਂ ਇੱਕ ਵਿਸ਼ਵਾਸੀ ਦੇ ਜਦੋਂ 5 ਪਾਸਟਰ ਹੋ ਜਾਂਦੇ ਆ, ਇੱਕ ਵਿਸ਼ਵਾਸੀ ਦੇ ਜਦੋਂ ਹਰ ਰੋਜ਼ ਕੋਈ ਨਾ ਕੋਈ ਨਵਾਂ ਪਾਸਟਰ ਜਦੋਂ ਹੋ ਜਾਂਦਾ ਆ, ਉਦੋਂ ਕਈ ਵਾਰ ਸਾਡੀ ਲਾਈਫ ਦੇ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਹੋ ਜਾਂਦੇ ਆ। ਪਰ ਜਿੰਨਾ ਚਿਰ ਤੱਕ ਤੁਸੀਂ ਇੱਕੋ ਦੇ ਕੋਲ ਹੁੰਦੇ ਜੇ, ਬੜਾ ਕੁਛ ਮਿਲਦਾ ਤੁਹਾਨੂੰ, ਬਹੁਤ ਕੁਛ ਮਿਲਦਾ। ਜਦੋਂ ਵੱਖ-ਵੱਖ ਥਾਂ ਅਸੀਂ ਜਾਣਾ ਸ਼ੁਰੂ ਕਰ ਦਿੰਦੇ ਆ, ਵੱਖ-ਵੱਖ ਜਗ੍ਹਾ ਤੇ ਅਸੀਂ ਜਦੋਂ ਜਾਣਾ ਸ਼ੁਰੂ ਕਰ ਦਿੰਦੇ ਆ ਨਾ, ਫਿਰ ਸਾਡੀ ਲਾਈਫ ਦੇ ਵਿੱਚ ਪ੍ਰੋਬਲਮ ਦੇ ਉੱਤੇ ਪ੍ਰੋਬਲਮ ਆਣੀ ਕੀ ਹੋ ਜਾਂਦੀ ਹੈ, ਸ਼ੁਰੂ ਹੋ ਜਾਂਦੀ ਹੈ। ਪਤਾ ਨਹੀਂ ਲੱਗਦਾ ਕਿ ਇਦਾਂ ਕਿਉਂ ਸਾਡੀ ਲਾਈਫ ਵਿੱਚ ਹੋ ਰਿਹਾ, ਕਿਉਂ ਸਾਡੀ ਲਾਈਫ ਵਿੱਚ ਇਸ ਤਰ੍ਹਾਂ ਦੇ ਨਾਲ ਹੋ ਰਿਹਾ। ਯਾਰ ਪੁੱਤਰ ਦੇ ਨਾਲ ਵੀ ਇਸੇ ਤਰ੍ਹਾਂ ਦੇ ਨਾਲ ਹੋਇਆ। ਇੱਕ ਪਿਤਾ ਨੂੰ ਛੱਡ ਕੇ, ਇੱਕ ਬਾਪ ਨੂੰ ਛੱਡ ਕੇ, ਉਹਦੀਆਂ ਗੱਲਾਂ ਨੂੰ ਛੱਡ ਕੇ, ਉਹਦੇ ਹੁਕਮਾਂ ਨੂੰ ਨਹੀਂ ਮੰਨਿਆ, ਇੱਧਰ ਉੱਧਰ ਦੀਆਂ ਹੁਕਮਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਇੱਧਰ ਉੱਧਰ ਦੀਆਂ ਗੱਲਾਂ ਨੂੰ ਮੰਨਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ, ਤਾਂ ਪ੍ਰੋਬਲਮ ਤਾਂ ਲਾਈਫ ਦੇ ਵਿੱਚ ਆਣੀ ਸੀ, ਦੁੱਖ ਤਾਂ ਲਾਈਫ ਦੇ ਵਿੱਚ ਆਣਾ ਸੀ, ਤਕਲੀਫ ਤਾਂ ਲਾਈਫ ਦੇ ਵਿੱਚ ਆਣਾ ਸੀ। ਇੱਕ ਗੱਲ ਮੈਂ ਫਿਰ ਗੱਲ ਕਹਿ ਰਿਹਾ, ਖੁਦਾ ਦਾ ਹੱਥ ਸਾਡੀ ਲਾਈਫ ਵਿੱਚ ਆਲਰੇਡੀ ਹੈ। ਖੁਦਾ ਦਾ ਹੱਥ ਸਾਡੇ ਉੱਤੇ ਆਲਰੇਡੀ ਹੈ। ਉਹਦੇ ਨਾਲ ਨਾਲ ਸਾਡੀ ਲਾਈਫ ਦੇ ਵਿੱਚ ਆਤਮਿਕ ਪਿਤਾ ਦਾ ਹੱਥ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਸਾਡੇ ਸਿਰ ਦੇ ਉੱਤੇ ਆਤਮਿਕ ਪਿਤਾ ਦਾ ਹੱਥ ਨਹੀਂ ਨਾ ਹੋਏਗਾ, ਕੁਛ ਵੀ ਰਿਸੀਵ ਆਪਾਂ ਆਪਣੀ ਲਾਈਫ ਵਿੱਚ ਨਹੀਂ ਕਰਾਂਗੇ, ਕੁਛ ਵੀ ਰਿਸੀਵ ਆਪਾਂ ਆਪਣੀ ਲਾਈਫ ਵਿੱਚ ਨਹੀਂ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ 3 ਦਿਨ ਪਹਿਲਾਂ ਇੱਕ ਵਿਅਕਤੀ ਆਇਆ, ਤਾਂ ਉਹ ਵਿਅਕਤੀ ਆਇਆ ਤਾਂ ਉਹਨੂੰ ਕੋਈ ਜਾਦੂ ਟੋਣਾ ਉਹਦੇ ਉੱਤੇ ਕਿਸੇ ਨੇ ਕੀਤਾ ਹੋਇਆ ਸੀ। ਤਾਂ ਉਹ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਹਨੇ ਗੱਲਬਾਤ ਦੇ ਵਿੱਚ ਕਹਿੰਦਾ ਵੀ ਮੈਂ ਬੜਾ ਇੱਧਰ ਉੱਧਰ ਕਰਕੇ ਦੇਖਿਆ, ਪਰ ਮੈਨੂੰ ਕੋਈ ਵੀ ਜਿਹੜਾ ਫਰਕ ਨਹੀਂ ਪੈ ਰਿਹਾ, ਕੋਈ ਵੀ ਜਿਹੜਾ ਆਰਾਮ ਨਹੀਂ ਮਿਲ ਰਿਹਾ। ਬਾਕੀ ਮੇਰੀ ਪ੍ਰੋਬਲਮ, ਮੇਰੇ ਦੁੱਖ ਜਿਹੜੀ ਆ, ਪਹਿਲਾਂ ਮੈਨੂੰ ਸੀ, ਕਹਿੰਦਾ ਹੁਣ ਮੇਰੀ ਪਤਨੀ ਨੂੰ ਵੀ ਆ, ਮੇਰੇ ਬੱਚਿਆਂ ਦੇ ਉੱਤੇ ਵੀ ਜਾਦੂ ਟੋਣਾ ਉਹਨਾਂ ਨੇ ਕੀਤਾ ਹੋਇਆ। ਤਰ੍ਹਾਂ ਤਰ੍ਹਾਂ ਦੀਆਂ ਜੋ ਆ ਸਾਡੇ ਘਰਾਂ ਦੇ ਵਿੱਚ ਹਰਕਤਾਂ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ। ਮੈਂ ਉਹਨੂੰ ਕਿਹਾ, ਮੈਂ ਚੱਲ ਠੀਕ ਆ, ਪਹਿਲਾਂ ਤੂੰ ਪ੍ਰੇਅਰ ਕਰਦਾ ਸੀ, ਠੀਕ ਆ, ਪਹਿਲਾਂ ਤੂੰ ਪ੍ਰਾਰਥਨਾ ਕਰਦਾ ਹੋਏਗਾ, ਮੈਂ ਅੱਜ ਤੋਂ ਬਾਅਦ ਚੋਂ ਮੈਂ ਪ੍ਰੇਅਰ ਤੇਰੇ ਲਈ ਕਰਾਂਗਾ। ਖੁਦਾ ਦਾ ਹੱਥ ਤੇਰੇ ਉੱਤੇ ਆਲਰੇਡੀ ਹੈ। ਅੱਜ ਤੋਂ ਬਾਅਦ ਚ ਤੇਰੇ ਆਤਮਿਕ ਪਿਤਾ ਦਾ ਹੱਥ, ਮੇਰਾ ਹੱਥ ਜਿਹੜਾ ਤੇਰੇ ਸਿਰ ਦੇ ਉੱਤੇ ਹੋਵੇਗਾ। ਅੱਜ ਸਵੇਰ ਦੇ ਟਾਈਮ ਪ੍ਰੇਅਰ ਕੀਤੀ ਗਈ, ਅੱਜ ਤੋਂ 3 ਦਿਨ ਪਹਿਲਾਂ ਪ੍ਰੇਅਰ ਕੀਤੀ ਗਈ। 3 ਦਿਨ ਪਹਿਲਾਂ ਉਹ ਸਵੇਰ ਦੇ ਟਾਈਮ ਮੇਰੇ ਕੋਲ ਆਇਆ, 9-10 ਵਜੇ ਆਇਆ, ਉਹਦੇ ਉੱਤੇ ਪ੍ਰੇਅਰ ਕੀਤੀ ਗਈ। ਸ਼ਾਮੀ ਉਹਦਾ ਫੋਨ ਆਇਆ, ਪਾਦੀ ਸਾਹਿਬ ਅੱਗੇ ਨਾਲ ਕਾਫੀ ਜ਼ਿਆਦਾ ਮੈਂ ਫਰਕ ਹੈ। ਖੁਦਾ ਦਾ ਹੱਥ ਆਲਰੇਡੀ ਸਾਡੇ ਉੱਤੇ ਹੈ, ਪਰ ਉਹਦੇ ਨਾਲ ਦਾ ਆਤਮਿਕ ਪਿਤਾ ਦਾ ਵੀ ਹੱਥ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜਾ ਤੁਹਾਨੂੰ ਸਮਝਾਏਗਾ, ਜਿਹੜਾ ਤੁਹਾਨੂੰ ਗਾਈਡ ਕਰੇਗਾ, ਜਿਹੜਾ ਤੁਹਾਨੂੰ ਸਲਾਹ ਦੇਵੇਗਾ ਤੂੰ ਇਸ ਪ੍ਰੋਬਲਮ ਦੇ ਵਿੱਚੋਂ ਕਿੱਦਾਂ ਬਾਹਰ ਨਿਕਲਣਾ, ਇਸ ਦੁੱਖ ਦੇ ਵਿੱਚੋਂ ਕਿੱਦਾਂ ਬਾਹਰ ਨਿਕਲਣਾ, ਇਸ ਤਕਲੀਫ ਵਿੱਚੋਂ ਤੂੰ ਕਿੱਦਾਂ ਬਾਹਰ ਨਿਕਲਣਾ। ਉਹ ਤੁਹਾਡਾ ਸਿਰਫ ਤੇ ਸਿਰਫ ਆਤਮਿਕ ਪਿਤਾ ਹੀ ਤੁਹਾਨੂੰ ਦੱਸੇਗਾ, ਹੋਰ ਕੋਈ ਵੀ ਨਹੀਂ ਦੱਸੇਗਾ। ਹੋਰ ਕਿਸੇ ਨੂੰ ਲੋੜ ਕੀ ਆ? ਕਿਸੇ ਨੂੰ ਨਹੀਂ ਲੋੜ ਹੈ ਕਿ ਉਹ ਤੁਹਾਨੂੰ ਕੋਈ ਸਲਾਹ ਦੇਵੇ, ਤੁਹਾਨੂੰ ਕੋਈ ਗਾਈਡ ਕਰੇ, ਕਿਸੇ ਨੂੰ ਨਹੀਂ ਲੋੜ। ਸਿਰਫ ਤੁਹਾਡੇ ਆਤਮਿਕ ਪਿਤਾ ਹੀ ਇਹ ਕਹੇਗਾ, ਕਿਉਂਕਿ ਇਹ ਮੇਰਾ ਆਤਮਿਕ ਪੁੱਤਰ ਆ, ਇਹ ਮੇਰੀ ਆਤਮਿਕ ਧੀ ਆ, ਇਹ ਪ੍ਰੋਬਲਮ ਵਿੱਚ ਹੈ, ਦੁੱਖ ਵਿੱਚ ਹੈ, ਤਕਲੀਫ ਵਿੱਚ ਆ, ਮੇਰਾ ਜਾਣਾ, ਮੇਰਾ ਇਹਦੇ ਨਾਲ ਖੜਾ ਹੋਣਾ, ਮੇਰੇ ਨਾਲ ਇਹਦੇ ਨਾਲ ਸਟੈਂਡ ਹੋਣਾ, ਮੈਨੂੰ ਇਹ ਲਈ ਸਮਝਾਉਣਾ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਇਹਨੂੰ ਮੇਰੇ ਲਈ ਕੀ ਆ, ਬਹੁਤ ਜ਼ਿਆਦਾ ਕੀ ਆ, ਜ਼ਰੂਰੀ ਆ। ਓਕੇ, ਵਚਨ ਸੁਣ ਰਹੇ ਆ। ਹੁਣ ਇਹ ਵਿਅਕਤੀ ਕੀ ਆ, ਜਦੋਂ ਵੱਖ-ਵੱਖ ਜਗ੍ਹਾ ਦੇ ਤੇ ਇਹਨੇ ਜਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਤੇ ਬਾਈਬਲ ਦੇ ਵਿੱਚ ਲਿਖਿਆ ਜੋ ਸੂਰ ਖਾਣਾ ਖਾਂਦੇ ਸੀ ਉਹੀ ਖਾਣਾ ਇਹਨੂੰ ਕੀ ਆ, ਖਾਣਾ ਪਿਆ। ਹੁਣ ਬਾਈਬਲ ਦੇ ਵਿੱਚ ਅਗਲੇ ਵਚਨ ਦੇ ਵਿੱਚ ਲਿਖਿਆ, ਜਦੋਂ ਅੱਛੇ ਹਾਲਾਤ ਇਹਦੇ ਹੋ ਗਏ, ਅੱਛੇ ਮਾੜੇ ਹਾਲਾਤ ਜਦੋਂ ਇਹਦੇ ਹੋ ਗਏ,
ਤੰਗੀ ਵਾਲੇ, ਦੁੱਖ ਵਾਲੇ, ਤਕਲੀਫ ਵਾਲੇ, ਗਰੀਬੀ ਵਾਲੇ, ਜਿਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ, ਜਿਹਨਾਂ ਨਾਲ ਕੋਈ ਵੀ ਖੜਾ ਨਹੀਂ ਹੋਣ ਵਾਲਾ, ਜਿਨ੍ਹਾਂ ਦੇ ਮਗਰ ਲੱਗਾ ਹੀ, ਉਹਨਾਂ ਦੇ ਮਗਰ ਲਾ ਕੇ ਇਹਨੇ ਆਪਣੀ ਲਾਈਫ ਦਾ ਕੀ ਹਾਲ ਕਰ ਦਿੱਤਾ। ਜਿਨ੍ਹਾਂ ਦੇ ਮਗਰ ਲੱਗਾ ਹੀ ਉਹਨਾਂ ਨੇ ਕੀ ਕਰੀ, ਲਾਈਫ ਦਾ ਕੀ ਹਾਲ ਕਰ ਦਿੱਤਾ। ਬਾਈਬਲ ਦੇ ਵਿੱਚ ਲਿਖਿਆ, ਹੁਣ ਸੂਰਾਂ ਦਾ ਖਾਣਾ ਖਾ ਰਿਹਾ, ਸ਼ਕਲ ਚਵਰੇ ਦੀ ਕਿੱਦਾਂ ਹੋ ਗਈ ਹੋਏਗੀ, ਕੱਪੜੇ ਇਹਦੇ ਫਟ ਕੇ, ਕਿੰਨੇ ਮਾੜੇ ਹਾਲਾਤ ਜਿਹੜੇ ਇਹਦੇ ਇਸ ਤਰ੍ਹਾਂ ਦੇ ਕੀ ਹੋ ਗਏ ਆ, ਕਿਉਂ ਹੋਏ ਆ, ਕਿਉਂਕਿ ਇਹਨੇ ਆਪਣੇ ਆਤਮਿਕ ਪਿਤਾ ਨੂੰ ਕੀ ਕਰ ਦਿੱਤਾ, ਪਿੱਛੇ ਛੱਡ ਦਿੱਤਾ। ਇਹਨੇ ਆਪਣੇ ਪਾਸਟਰ ਨੂੰ ਕੀ ਕਰ ਦਿੱਤਾ, ਪਿੱਛੇ ਛੱਡ ਦਿੱਤਾ। ਇਹਨੇ ਆਪਣੇ ਗੁਰੂ, ਇਹਨੇ ਆਪਣੇ ਪਰਮਾਤਮਾ ਨੂੰ ਕੀ ਕਰ ਦਿੱਤਾ, ਪਿੱਛੇ ਛੱਡ ਦਿੱਤਾ, ਜਿਸ ਵਜ੍ਹਾ ਦੇ ਕਰਕੇ ਇਹ ਹਾਲਾਤ ਹੋਏ ਆ। ਪਰ ਜਿੰਨਾ ਚਿਰ ਤੱਕ ਇਹ ਆਪਣੇ ਪਿਤਾ ਦੇ ਨਾਲ ਸੀ, ਜਿੰਨਾ ਚਿਰ ਤੱਕ ਇਹ ਆਪਣੇ ਗੁਰੂ ਦੇ ਨਾਲ ਸੀ, ਇਹਦੀ 12 ਆਇਤ ਨੂੰ ਤੁਸੀਂ ਪੜ੍ਹ ਸਕਦੇ ਜੇ, ਇਹਦੇ ਪਿਤਾ ਨੇ ਇਹਨੂੰ ਬਹੁਤ ਕੁਛ ਦਿੱਤਾ। ਇਹਦੇ ਪਿਤਾ ਨੇ ਇਹਨੂੰ ਕੀ ਦਿੱਤਾ, ਬਹੁਤ ਕੁਛ ਇਹਨੂੰ ਕੀ ਆ ਦਿੱਤਾ। ਗਿਆ ਕਿੱਦਾਂ ਗਿਆ ਉਦੋਂ ਜਦੋਂ ਇਹਨੇ ਵੱਖ-ਵੱਖ ਜਗ੍ਹਾ ਦੇ ਉੱਤੇ ਇਹਨੇ ਜਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਵੱਖ-ਵੱਖ ਜਗ੍ਹਾ ਦੇ ਉੱਤੇ ਇਹਨੇ ਜਾਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਉਸ ਦਿਨ ਤੋਂ ਉਹਦੀ ਲਾਈਫ ਵਿੱਚ ਜੋ ਕੁਛ ਇਹਨੇ ਇਕੱਠਾ ਕੀਤਾ ਸੀ, ਸਾਰਾ ਨਾਸ਼ ਹੋਣਾ ਕੀ ਹੋ ਗਿਆ, ਸ਼ੁਰੂ ਹੋ ਗਿਆ। ਹੁਣ ਅਗਲੇ ਵਚਨ ਦੇ ਵਿੱਚ ਜੇਕਰ ਆਪਾਂ ਦੇਖੀਏ, ਇਹਦੀ ਆਪਾਂ 17 ਆਇਤ ਨੂੰ ਪੜ੍ਹਦੇ ਹਾਂ ਤਾਂ ਬਾਈਬਲ ਵਿੱਚ ਲਿਖਿਆ, ਪਰ ਉਹਨੇ ਸੁਰਤ ਵਿੱਚ ਆਣ ਕੇ ਕਿਹਾ, ਭਈ ਮੇਰੇ ਪਿਓ ਦੇ ਕਿੰਨੇ ਹੀ ਕਾਮੇ ਲਈ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ। ਜਦੋਂ ਉਹ ਵਿਅਕਤੀ ਸੁਰਤ ਦੇ ਵਿੱਚ ਆਇਆ, ਸੁਰਤ ਵਿੱਚ ਕਦੋਂ ਆਇਆ, ਜਦੋਂ ਦੁੱਖ ਵਿੱਚ ਆ, ਜਦੋਂ ਤਕਲੀਫ ਵਿੱਚ ਆ, ਜਦੋਂ ਪਰੇਸ਼ਾਨੀ ਵਿੱਚ ਆ, ਜਦੋਂ ਬਿਮਾਰੀ ਵਿੱਚ ਆ ਗਿਆ। ਕੋਈ ਵੀ ਉਹਦੇ ਹਾਲ ਚਾਲ ਉਹਨੂੰ ਪੁੱਛਣ ਵਾਲਾ ਨਹੀਂ ਆ, ਕੋਈ ਵੀ ਉਹਦੀ ਦੇਖ ਰੇਖ ਕਰਨ ਵਾਲਾ ਨਹੀਂ ਆ, ਕੋਈ ਵੀ ਇਹਦੀ ਬਾਂਹ ਫੜਨ ਵਾਲਾ ਨਹੀਂ ਆ। ਫਿਰ ਇਹਨੂੰ ਆਪਣੇ ਪਿਤਾ ਦੀ ਯਾਦ ਆਈ, ਉਸ ਪਿਤਾ ਦੀ ਯਾਦ ਆਈ ਜਿਹਦੇ ਦੁਆਰਾ ਇਹ ਬਚਾਇਆ ਗਿਆ, ਜਿਹਦੇ ਦੁਆਰਾ ਇਹ ਮਸੀਹ ਦੇ ਵਿੱਚ ਆਇਆ, ਜਿਹਦੇ ਦੁਆਰਾ ਇਹਨੂੰ ਆਸ਼ੀਸ਼ਾਂ ਮਿਲੀਆਂ, ਜਿਹਦੇ ਦੁਆਰਾ ਇਹਨੂੰ ਬਰਕਤਾਂ ਮਿਲੀਆਂ। ਫਿਰ ਇਹਨੂੰ ਉਸੇ ਹੀ ਪਿਤਾ ਦੀ ਕੀ ਆਈ, ਯਾਦ ਆਈ ਕਿ ਮੇਰੇ ਪਿਤਾ ਦੇ ਘਰ ਦੇ ਵਿੱਚ ਕਿੰਨੇ ਨੌਕਰ ਆ ਤੇ ਮੈਂ ਇੱਥੇ ਮੇਰੇ ਹਾਲਾਤ ਕਿੱਦਾਂ ਦੇ ਹੋਏ ਆ। ਦੂਜੇ ਕਿਉਂ ਨਹੀਂ ਯਾਦ ਆਏ? ਦੂਜੇ ਕਿਉਂ ਨਹੀਂ ਯਾਦ ਆਏ? ਦੂਜੇ ਕਿਉਂ ਨਹੀਂ ਉਹਨੂੰ ਯਾਦ ਆਏ? ਮੈਂ ਸ਼ੁਰੂ ਤੋਂ ਕਹਿ ਰਿਹਾ, ਜਦੋਂ ਇੱਕ ਵਿਅਕਤੀ, ਜਦੋਂ ਇੱਕ ਮੁੰਡਾ ਜਦੋਂ ਕਿਸੇ ਪ੍ਰੋਬਲਮ ਵਿੱਚ, ਜੋ ਤਕਲੀਫ ਦੇ ਵਿੱਚ ਹੁੰਦਾ ਹੈ ਨਾ, ਉਹ ਇਹ ਨਹੀਂ ਕਹੇਗਾ ਮੇਰੇ ਚਾਚੇ ਨੂੰ ਬੁਲਾ ਲਓ, ਮੇਰੀ ਚਾਚੀ ਨੂੰ ਬੁਲਾ ਲਓ, ਮੇਰੇ ਤਾਏ ਨੂੰ ਬੁਲਾ ਲਓ, ਮੇਰੇ ਮਾਮੇ ਨੂੰ ਬੁਲਾ ਲਓ। ਉਹ ਇਹੋ ਹੀ ਕਹੇਗਾ ਮੇਰੇ ਮਾਂ ਬਾਪ ਨੂੰ ਤੁਸੀਂ ਕੀ ਕਰੋ, ਬੁਲਾ ਲਓ। ਕਿਉਂਕਿ ਉਹਨੂੰ ਪਤਾ ਆ ਮੈਂ ਪ੍ਰੋਬਲਮ ਦੇ ਵਿੱਚ ਆ, ਮੇਰਾ ਬਾਪ ਮੇਰੇ ਨਾਲ ਹੋਏਗਾ, ਮੇਰੀ ਮਾਂ ਮੇਰੇ ਨਾਲ ਹੋਏਗੀ ਤਾਂ ਮੈਂ ਇਸ ਪ੍ਰੋਬਲਮ ਦੇ ਵਿੱਚੋਂ ਬਾਹਰ ਨਿਕਲ ਸਕਦਾ, ਵਰਨਾ ਨਹੀਂ ਨਿਕਲ ਸਕਦਾ। ਮੈਂ ਵਿਸ਼ਵਾਸ ਕਰਦਾ ਤੁਹਾਨੂੰ ਗੱਲ ਸਮਝ ਵਿੱਚ ਆ ਰਹੀ ਹੋਵੇਗੀ। ਵੱਖ-ਵੱਖ ਚਰਚਾਂ ਦੇ ਵਿੱਚ ਵਚਨ ਸਾਰਿਆਂ ਦਾ ਸੁਣੋ, ਤੁਸੀਂ ਸਭ ਪਾਸਟਰਾਂ ਦਾ ਵਚਨ ਸੁਣੋ, ਪਰ ਜੋ ਤੁਸੀਂ ਕੋਈ ਵੱਡੀ ਪ੍ਰੋਬਲਮ ਦੇ ਵਿੱਚ ਜੇ, ਜੋ ਤੁਸੀਂ ਵੱਡੇ ਦੁੱਖ ਵਿੱਚ ਜੇ, ਜੋ ਤੁਸੀਂ ਵੱਡੀ ਤਕਲੀਫ ਵਿੱਚ ਜੇ, ਜੋ ਤੁਸੀਂ ਵੱਡੀ ਪਰੇਸ਼ਾਨੀ ਵਿੱਚ ਜੇ, ਜੋ ਤੁਹਾਨੂੰ ਲੱਗਦਾ ਕਿ ਇੱਥੇ ਮੇਰੇ ਆਤਮਿਕ ਪਿਤਾ ਦਾ ਹੋਣਾ ਜ਼ਰੂਰੀ ਹੈ, ਜੋ ਤੁਹਾਨੂੰ ਲੱਗਦਾ ਇੱਥੇ ਇਸ ਵੇਲੇ ਇਸ ਹਾਲਾਤ ਵਿੱਚ ਮੇਰੇ ਆਤਮਿਕ ਪਿਤਾ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਵੱਖ-ਵੱਖ ਪਾਸਟਰਾਂ ਦੀ ਮਗਰ ਨਾ ਆਪਾਂ ਲੱਗੇ, ਇੱਕੋ ਹੀ ਪਾਸਟਰ ਦੇ ਜਾਈਏ ਜਿਸ ਦੇ ਦੁਆਰਾ ਤੁਸੀਂ ਮਸੀਹ ਦੇ ਵਿੱਚ ਆਏ ਹੋਏ। ਜਦੋਂ ਉਹ ਸੁਰਤ ਦੇ ਵਿੱਚ ਆਇਆ, ਸੁਰਤ ਦੇ ਵਿੱਚ ਆ ਕੇ ਉਹਨੇ ਕੀ ਕਿਹਾ, ਕਹਿੰਦਾ ਮੇਰੇ ਪਿਤਾ ਦੇ ਘਰ ਵਿੱਚ ਇੰਨੇ ਨੌਕਰ ਤੇ ਮੈਂ ਇੱਥੇ ਕੀ ਆ, ਭੁੱਖਾ ਕੀ ਆ, ਮਰ ਰਿਹਾ। ਅਗਲੇ ਵਚਨ ਦੇ ਵਿੱਚ ਆਪਾਂ ਜੇਕਰ ਪੜ੍ਹਦੇ ਹਾਂ, ਬਾਈਬਲ ਦੇ ਵਿੱਚ ਲਿਖਿਆ, ਹਰ ਰੋਜ਼ ਉਹਦਾ ਪਿਤਾ ਉਹਦੀ ਕੀ ਕਰਦਾ, ਇੰਤਜ਼ਾਰ ਕਰਦਾ। ਹਰ ਰੋਜ਼ ਉਹਦਾ ਪਿਤਾ ਕੀ ਕਰਦਾ, ਉਹਦੀ ਕੀ ਕਰਦਾ, ਇੰਤਜ਼ਾਰ ਕਰਦਾ। ਹੁਣ ਇੱਥੇ ਇੱਕ ਗੱਲ ਨੂੰ ਤੁਸੀਂ ਦੇਖੋ, ਅਗਲੇ ਵਚਨ ਦੇ ਵਿੱਚੋਂ ਲਿਖਿਆ ਹੋਇਆ, ਉਸ ਵਿਅਕਤੀ ਦੇ ਹਾਲਾਤ, ਉਸ ਪੁੱਤਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ। ਜਦੋਂ ਉਹ ਆਇਆ, ਜਦੋਂ ਉਹ ਆਪਣੇ ਸੁਰਤ ਵਿੱਚ ਆ ਕੇ ਜਦੋਂ ਆਪਣੇ ਘਰ ਵਾਪਸ ਆ ਰਿਹਾ, ਜਾਂ ਆਪਣੇ ਪਾਸਟਰ ਦੇ ਕੋਲੋਂ ਵਾਪਸ ਆ ਰਿਹਾ, ਆਪਣੇ ਆਤਮਿਕ ਪਿਤਾ ਦੇ ਕੋਲੋਂ ਜਦੋਂ ਵਾਪਸ ਆ ਰਿਹਾ, ਤਾਂ ਕੀ ਹੋਇਆ, ਅਜੇ ਉਹ ਦੂਰ ਹੀ ਸੀ ਤਾਂ ਉਹਨੇ ਕਹਿ ਦਿੱਤਾ, ਮੇਰਾ ਉਹ ਮੁੰਡਾ ਆ ਨਾ, ਉਹ ਮੁੰਡੇ ਦਾ ਨਾਮ ਆ, ਉਹ ਮੁੰਡੇ ਦਾ ਨਾਮ ਆ, ਇਹ ਮੇਰਾ ਮੁੰਡਾ ਆ, ਉਹ ਕੀ ਆ, ਮੇਰੇ ਕੋਲ ਕੀ ਆ ਰਿਹਾ। ਹੁਣ ਬਾਈਬਲ ਦੇ ਵਿੱਚ ਲਿਖਿਆ ਆ, ਹਰ ਇੱਕ ਬਾਈਬਲ ਦੇ ਵਿੱਚ ਇੱਕ ਵਚਨ ਦੇ ਵਿੱਚ ਲਿਖਿਆ, ਮੈਂ ਵੀ ਯਹੋਨਾ 10:10 ਵਿੱਚ ਲਿਖਿਆ, ਕਹਿੰਦਾ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਆ, ਮੈਂ ਆਪਣੀਆਂ ਭੇਡਾਂ ਨੂੰ ਕੀ ਕਰਦਾ, ਜਾਣਦਾ। ਉਹ ਜਿਹੜਾ ਚਰਵਾਹਾ ਆ,
ਉਹਦੀ ਭੇਡ ਜਿੰਨੀ ਮਰਜ਼ੀ ਗੰਦੀ ਕਿਉਂ ਨਾ ਹੋਵੇ, ਜਿੰਨੀ ਮਰਜ਼ੀ ਚਿੱਕੜ ਦੇ ਵਿੱਚ ਕਿਉਂ ਨਾ ਹੋਵੇ, ਜਿੰਨੀ ਮਰਜ਼ੀ ਲਿਬੜੀ ਵੀ ਕਿਉਂ ਨਾ ਹੋਵੇ, ਉਹ ਜਿਹੜਾ ਚਰਵਾਹਾ ਆ, ਜਿਹੜਾ ਉਹਨੂੰ ਰੋਜ਼ ਉਹਦੀ ਦੇਖ ਰੇਖ ਕਰਦਾ, ਉਹਨੂੰ ਰਖਵਾਲੀ ਕਰਦਾ, ਉਹਦੀ ਮਦਦ ਕਰਦਾ, ਉਹਨੂੰ ਸੰਭਾਲ ਕੇ ਰੱਖਦਾ, ਉਹਦੀ ਭੇਡ ਜਿੰਨੀ ਮਰਜ਼ੀ ਗੰਦੀ ਕਿਉਂ ਨਾ ਹੋਏ, ਉਹਦਾ ਚਰਵਾਹਾ ਉਹ ਆਪਣੀ ਭੇਡ ਨੂੰ ਕੀ ਕਰੇਗਾ, ਪਛਾਣ ਲਵੇਗਾ। ਹੁਣ ਜਿਹੜਾ ਚਰਵਾਹਾ ਉਹ ਸਾਫ਼ ਵੀ ਹੋਏ, ਭੇਡ ਸਾਫ਼ ਸੁਥਰੀ ਵੀ ਹੋਵੇ, ਤੇ ਉਹ ਆਏ, ਮੰਨ ਲਓ ਮੇਰੇ ਕੋਲ ਕੋਈ ਵਿਅਕਤੀ ਆਇਆ, ਉਹ ਸਦਾ ਮੇਰੇ ਚਰਚ ਦੇ ਵਿੱਚ ਆਂਦਾ ਹੋਵੇਗਾ, ਉਹ ਮੇਰੇ ਕੋਲ ਆਇਆ ਤੇ ਮੈਂ ਆ ਕੇ ਕਹਿੰਦਾ ਹਾਂਜੀ ਭਾਈ ਦੱਸੋ ਕਿਹਨੂੰ ਮਿਲਣਾ, ਕੀ ਨਾਮ ਤੁਹਾਡਾ? ਉਹ ਕਹੇਗਾ ਜੀ ਮੇਰਾ ਨਾਮ ਆ ਜੀ, ਮੈਂ ਤੁਹਾਡੇ ਪਿਛਲੇ 2 ਮਹੀਨਿਆਂ ਤੋਂ ਤੁਹਾਡੇ ਚਰਚ ਵਿੱਚ ਆ ਰਿਹਾ। ਅੱਛਾ ਚਲੋ ਠੀਕ ਹੈ ਜੀ, ਹਾਂਜੀ ਦੱਸੋ ਕੀ ਕੰਮ ਹੈ? ਚਰਵਾਹਾ ਦਾ ਕੰਮ ਹੈ ਕਿ ਉਹ ਆਪਣੀ ਭੇਡ ਨੂੰ ਜਾਣੇ। ਬਾਈਬਲ ਦੇ ਵਿੱਚ ਲਿਖਿਆ, ਮੈਂ ਆਪਣੀ ਭੇਡਾਂ ਦਾ ਨਾਮ ਲੈ ਕੇ ਕੀ ਕਰਦਾ, ਪੁਕਾਰਦਾ। ਮੈਨੂੰ ਪਤਾ ਮੇਰੀ ਭੇਡ ਦਾ ਨਾਮ ਕੀ ਆ, ਮੈਨੂੰ ਪਤਾ ਮੇਰੇ ਉਹ ਭੇਡ ਦਾ ਨਾਮ ਕੀ, ਮੈਨੂੰ ਪਤਾ ਮੇਰੀ ਉਹ ਭੇਡ ਦਾ ਨਾਮ ਕੀ ਆ। ਬਾਈਬਲ ਦੇ ਵਿੱਚ ਲਿਖਿਆ, ਜਦੋਂ ਉਹ ਵਾਪਸ ਆਇਆ, ਉਹਦੇ ਪਿਤਾ ਨੇ ਉਹਨੂੰ ਕੀ ਕਰ ਲਿਆ, ਪਛਾਣ ਲਿਆ। ਬੇਸ਼ੱਕ ਉਹਦੇ ਵਾਲ ਵੱਡੇ ਸੀ, ਉਹਦੀ ਦਾੜੀ ਬਹੁਤ ਜ਼ਿਆਦਾ ਵੱਡੀ ਹੋਈ ਸੀ, ਗੰਦਾ ਬਣਿਆ ਸੀ, ਕੱਪੜੇ ਫਟੇ ਹੋਏ ਸੀ, ਬੇਸ਼ੱਕ ਦੂਜਿਆਂ ਨੇ ਸ਼ਾਇਦ ਹੋ ਸਕਦਾ ਉਹਨੂੰ ਪਛਾਣਿਆ ਹੋਵੇਗਾ ਜਾਂ ਨਹੀਂ ਪਛਾਣਿਆ ਹੋਵੇਗਾ, ਪਰ ਉਸ ਦੇ ਪਿਤਾ ਨੇ ਉਹਨੂੰ ਕੀ ਕਰ ਲਿਆ, ਪਛਾਣ ਲਿਆ। ਉਹਨੇ ਕਿਹਾ ਉਹ ਮੇਰਾ ਛੋਟਾ ਮੁੰਡਾ ਜਿਹੜਾ ਨਾ, ਉਹ ਕੀ ਆ, ਵਾਪਸ ਕੀ ਆ ਰਿਹਾ ਹੈ। ਤੁਹਾਡਾ ਆਤਮਿਕ ਪਿਤਾ ਤੁਹਾਨੂੰ ਜਾਣਦਾ ਆ। ਹਰ ਇੱਕ ਪਾਸਟਰ ਤੁਹਾਨੂੰ ਨਹੀਂ ਜਾਣਦਾ, ਪਰ ਜਿਹੜਾ ਤੁਹਾਡਾ ਆਤਮਿਕ ਪਿਤਾ ਉਹ ਤੁਹਾਡੇ ਇੱਕ ਇੱਕ ਗੱਲ ਨੂੰ ਤੁਹਾਨੂੰ ਜਾਣਦਾ ਆ। ਉਹਨੂੰ ਪਤਾ ਆ ਇਸ ਕਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਉਹਨੂੰ ਪਤਾ ਇਸ ਪੈਰ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਉਹਨੂੰ ਪਤਾ ਇਸ ਪਾਈ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਜਿਹੜਾ ਤੁਹਾਡਾ ਆਤਮਿਕ ਪਿਤਾ ਹੀ ਨਹੀਂ ਹੈ, ਜਿਹੜਾ ਤੁਹਾਡਾ ਪਾਸਟਰ ਹੀ ਨਹੀਂ ਹੈ, ਉਹਨੂੰ ਕੀ ਪਤਾ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਜਾਂ ਕਿਹੜੀ ਚੀਜ਼ ਦੀ ਨਹੀਂ ਲੋੜ। ਸੁਣੋ ਸਭ ਦਾ ਵਚਨ, ਸੁਣੋ ਸਭ ਦਾ ਵਚਨ, ਸੁਣਨ ਵਿੱਚ ਕੋਈ ਪ੍ਰੋਬਲਮ ਨਹੀਂ। ਸੁਣੋ ਸਭ ਦਾ ਵਚਨ, ਸੁਣੋ ਸਭ ਦਾ ਵਚਨ ਸੁਣੋ। ਪਰ ਜੋ ਤੁਸੀਂ ਪ੍ਰੋਬਲਮ ਵਿੱਚ ਆ, ਜੋ ਤੁਸੀਂ ਦੁੱਖ ਸੁੱਖ ਵਿੱਚ ਕਿਸੇ ਤਰ੍ਹਾਂ ਵੀ ਨਾ, ਸਭ ਤੋਂ ਪਹਿਲਾਂ ਆਪਣੇ ਆਤਮਿਕ ਪਿਤਾ ਦੀ ਸਲਾਹ ਜ਼ਰੂਰ ਲਵੋ। ਤੁਸੀਂ ਆਤਮਿਕ ਪਿਤਾ ਨੂੰ ਤੁਸੀਂ ਜ਼ਰੂਰ ਕੀ ਕਰੋ, ਤੁਸੀਂ ਪੁੱਛੋ। ਆਪਣੇ ਆਤਮਿਕ ਪਿਤਾ ਨੂੰ ਕਦੇ ਵੀ ਪਿੱਛੇ ਨਾ ਰੱਖੋ, ਆਪਣੇ ਪਾਸਟਰ ਨੂੰ ਕਦੇ ਵੀ ਪਿੱਛੇ ਨਾ ਰੱਖੋ ਜਿਸ ਦੇ ਤੁਸੀਂ ਚਰਚ ਦੇ ਵਿੱਚ ਜਾਂਦੇ ਜਾਪਾ। ਖੁਦਾ ਦਾ ਹੱਥ ਆਲਰੇਡੀ ਸਾਡੇ ਉੱਤੇ ਆ, ਪਰ ਉਹਦੇ ਨਾਲ ਨਾਲ ਸਾਡੇ ਆਤਮਿਕ ਪਿਤਾ ਦਾ ਹੱਥ ਹੋਣਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਕੀ ਆ, ਜ਼ਰੂਰੀ ਆ। ਸੋ ਅਗਲੇ ਵਚਨ ਦੇ ਵਿੱਚ ਆਪਾਂ ਦੇਖਦੇ ਹਾਂ। ਹੁਣ ਬਾਈਬਲ ਦੇ ਵਿੱਚ ਇਹਦੀ ਅਗਲੀ ਆਇਤ ਦੇ ਵਿੱਚ ਲਿਖਿਆ, ਔਰ 19 ਆਇਤ ਦੇ ਵਿੱਚ ਲਿਖਿਆ, ਉਸ ਮੁੰਡਾ ਜਦੋਂ ਵਾਪਸ ਆਇਆ, ਇਹਦੀ 18 ਆਇਤ ਵਿੱਚ ਲਿਖਿਆ, ਮੈਂ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡੇ ਪੁੱਤਰ ਸਤਾਵਾਂ। ਮੈਨੂੰ ਆਪਣੇ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਵੋ। ਸੋ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ, ਪਰ ਉਹ ਅਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਦਿੱਤਾ ਅਤੇ ਉਹਨੂੰ ਤਰਸ ਆਇਆ ਅਤੇ ਦੌੜ ਕੇ ਉਹਨੂੰ ਗਲੇ ਲਾ ਲਿਆ। ਹੁਣ ਵੇਖੋ, ਨਾ ਕੇਵਲ ਪਛਾਣਿਆ ਬਲਕਿ ਉਹਨੂੰ ਆਪਣੇ ਗਲੇ ਵੀ ਕੀ ਕੀਤਾ, ਲਗਾਇਆ। ਨਾ ਕੇਵਲ ਉਹਨੂੰ ਵੇਖਿਆ ਬਲਕਿ ਉਹਨੂੰ ਗਲੇ ਵੀ ਲਗਾਇਆ। ਉਹਦੇ ਉੱਤੇ ਤਰਸ ਵੀ ਆਇਆ, ਉਹਨੂੰ ਗਲੇ ਵੀ ਲਗਾਇਆ, ਉਹਨੂੰ ਚੁੰਮਿਆ ਵੀ। ਬਾਈਬਲ ਦੇ ਵਿੱਚ ਲਿਖਿਆ ਹੈ। ਇਹ ਪਿਓ ਹੀ ਕਰ ਸਕਦਾ ਆ, ਕੋਈ ਚਾਚਾ ਤਾਇਆ ਨਹੀਂ ਕਰ ਸਕਦਾ। ਕੋਈ ਹੋਰ ਤੁਹਾਡਾ ਜਿੰਨੇ ਮਰਜ਼ੀ ਤੁਸੀਂ ਪਾਸਟਰਾਂ ਦੇ ਚਰਚ ਵਿੱਚ ਜਾਓਗੇ, ਸਿਰਫ ਜਿਹੜਾ ਤੁਹਾਡਾ ਆਤਮਿਕ ਪਿਤਾ ਹੋਏਗਾ ਨਾ, ਸਿਰਫ ਉਹੀ ਹੀ ਇਹ ਕਰੇਗਾ। ਤੁਹਾਨੂੰ ਉਹੀ ਹੀ ਤੁਹਾਨੂੰ ਪਛਾਣੇਗਾ। ਤੁਸੀਂ ਜਿੰਨੇ ਮਰਜ਼ੀ ਚਿੱਕੜ ਦੇ ਵਿੱਚ ਕਿਉਂ ਨਾ ਹੋਵੇਗਾ, ਉਹ ਤੁਹਾਨੂੰ ਗੰਦੇ ਵੀ ਤੁਸੀਂ ਕਿਉਂ ਨਾ ਹੋਗੇ, ਉਹ ਤੁਹਾਨੂੰ ਫਿਰ ਵੀ ਪਛਾਣ ਲਵੇਗਾ। ਉਹ ਤੁਹਾਨੂੰ ਆਪਣੇ ਗਲੇ ਲਗਾਏਗਾ, ਕਿਉਂਕਿ ਤੁਸੀਂ ਉਹਦੀ ਭੇਡ ਜੇ, ਤੁਸੀਂ ਉਹਦੇ ਆਤਮਿਕ ਪਿਤਾ, ਤੁਸੀਂ ਉਹਦੇ ਆਤਮਿਕ ਪੁੱਤਰ ਜੇ, ਤੁਸੀਂ ਉਹਦੀ ਆਤਮਿਕ ਧੀ ਜੇ, ਜਿਸ ਲਈ ਉਹ ਤੁਹਾਨੂੰ ਪਛਾਣੇਗਾ, ਜਿਸ ਲਈ ਉਹ ਤੁਹਾਨੂੰ ਗਲੇ ਕੀ ਕਰੇਗਾ, ਲਗਾਏਗਾ। ਅੱਗੇ ਬਾਈਬਲ ਦੇ ਵਿੱਚ ਅਗਲੇ ਵਚਨ ਪੜ੍ਹਦੇ ਹਾਂ। ਅਰ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਤਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਵਸਤਰ ਛੇਤੀ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਵਿੱਚ ਅੰਗੂਠੀ, ਪੈਰੀ ਜੁੱਤੀ ਪਾਓ।
ਹੁਣ ਬਾਈਬਲ ਦੇ ਵਿੱਚ ਲਿਖਿਆ, ਜਿੰਨਾ ਚਿਰ ਤੱਕ ਦੂਰ ਰਿਹਾ ਬਰਕਤਾਂ ਗਈਆਂ। ਜਿੰਨਾ ਚਿਰ ਤੱਕ ਆਪਣੇ ਪਿਤਾ, ਆਤਮਿਕ ਪਿਤਾ ਤੋਂ ਦੂਰ ਰਿਹਾ ਬਰਕਤਾਂ ਗਈਆਂ। ਜਿੰਨਾ ਚਿਰ ਤੱਕ ਆਪਣੇ ਪਾਸਟਰ ਤੋਂ ਦੂਰ ਰਿਹਾ ਬਰਕਤਾਂ ਗਈਆਂ। ਜਿੰਨਾ ਚਿਰ ਤੱਕ ਆਪਣੇ ਗੁਰੂ ਤੋਂ ਦੂਰ ਰਿਹਾ ਬਰਕਤਾਂ ਗਈਆਂ। ਹੁਣ ਜਦੋਂ ਫੇਰ ਇਹ ਵਿਅਕਤੀ ਆਪਣੇ ਫਿਰ ਆਤਮਿਕ ਪਿਤਾ ਦੇ ਨਾਲ ਜੁੜ ਗਿਆ, ਆਪਣੇ ਆਤਮਿਕ ਪਿਤਾ ਦੇ ਨਾਲ ਮਿਲ ਗਿਆ, ਆਪਣੇ ਪਾਸਟਰ ਦੇ ਨਾਲ ਮਿਲ ਗਿਆ, ਆਪਣੇ ਪਿਤਾ ਦੇ ਨਾਲ ਮਿਲ ਗਿਆ, ਆਪਣੇ ਖੁਦਾ ਦੇ ਨਾਲ ਮਿਲ ਗਿਆ, ਬਾਈਬਲ ਦੇ ਵਿੱਚ ਲਿਖਿਆ ਉਸ ਮੁੰਡੇ ਨੂੰ ਇਹ ਕਹਿਣ ਦੀ ਲੋੜ ਨਹੀਂ ਪਈ ਮੇਰੇ ਕੱਪੜੇ ਫਟ ਗਏ ਆ, ਮੈਨੂੰ ਕੱਪੜਿਆਂ ਦੀ ਲੋੜ ਆ, ਮੇਰੇ ਹੱਥ ਵਿੱਚ ਅੰਗੂਠੀ ਨਹੀਂ, ਮੈਨੂੰ ਹੱਥ ਵਿੱਚ ਅੰਗੂਠੀ ਦੀ ਲੋੜ ਆ, ਮੇਰੇ ਪੈਰੀ ਜੁੱਤੀ ਨਹੀਂ, ਮੈਨੂੰ ਪੈਰੀ ਦੀ ਕੀ ਜੁੱਤੀ ਦੀ ਕੀ ਲੋੜ ਆ। ਕਿਉਂਕਿ ਤੁਹਾਡਾ ਆਤਮਿਕ ਪਿਤਾ ਜਾਣਦਾ ਆ ਇਸ ਆਤਮਿਕ ਭੈਣ ਨੂੰ, ਇਸ ਆਤਮਿਕ ਭਾਈ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਆਮੀਨ ਕਹਿ ਸਕਦੇ ਜੇ। ਉਸ ਮੁੰਡੇ ਨੇ ਨਹੀਂ ਕਿਹਾ ਮੈਨੂੰ ਆਹ ਚੀਜ਼ ਦੀ ਲੋੜ ਆ, ਮੈਨੂੰ ਆਹ ਚੀਜ਼ ਦੀ ਲੋੜ ਆ, ਮੈਨੂੰ ਆਹ ਚੀਜ਼ ਦੀ ਲੋੜ ਆ। ਜਦ ਤੁਸੀਂ ਦੂਸਰੇ ਦੇ ਚਰਚ ਵਿੱਚ ਜਾ ਰਹੇ, ਜਿਹੜਾ ਪਾਸਟਰ ਤੁਹਾਨੂੰ ਜਾਣਦਾ ਨਹੀਂ ਆ, ਜਿਹੜਾ ਪਾਸਟਰ ਤੁਹਾਨੂੰ ਪਛਾਣਦਾ ਨਹੀਂ ਆ, ਤੁਸੀਂ ਉਹਦੀਆਂ ਗੱਲਾਂ ਨੂੰ ਤੁਸੀਂ ਮੰਨਦੇ ਜੇ। ਤੁਹਾਨੂੰ ਉਹਦੇ ਕੋਲ, ਤੁਸੀਂ ਉਸਦੇ ਕੋਲ ਜਾਓਗੇ, ਤੁਸੀਂ ਉਹਨੂੰ ਕਹੋਗੇ ਪਾਸਟਰ ਸਾਹਿਬ ਮੇਰੀ ਆਹ ਪ੍ਰੋਬਲਮ, ਮੇਰੀ ਆਹ ਪ੍ਰੋਬਲਮ, ਮੇਰੀ ਆਹ ਪ੍ਰੋਬਲਮ, ਮੇਰੀ ਆਹ ਪ੍ਰੋਬਲਮ। ਪਰ ਜਦੋਂ ਤੁਸੀਂ ਆਪਣੇ ਆਤਮਿਕ ਪਿਤਾ ਦੇ ਕੋਲ ਜਾਓਗੇ, ਜੋ ਤੁਸੀਂ ਆਪਣੇ ਪਾਸਟਰ ਦੇ ਕੋਲ ਜੋ ਤੁਸੀਂ ਜਾਓਗੇ, ਜੋ ਤੁਸੀਂ ਆਪਣੇ ਗੁਰੂ ਦੇ ਕੋਲ ਜਾਓਗੇ, ਆਪਣੇ ਖੁਦਾ ਦੇ ਕੋਲ ਜਾਓਗੇ, ਉਹਨੂੰ ਕਹਿਣ ਦੀ ਲੋੜ ਨਹੀਂ ਪਣੀ ਮੈਨੂੰ ਆਹ ਚੀਜ਼ ਦੀ ਲੋੜ ਆ, ਮੇਰੇ ਲਈ ਇਹਦੇ ਲਈ ਪ੍ਰੇਅਰ ਕਰੋ। ਤੁਸੀਂ ਤੁਹਾਡਾ ਆਤਮਿਕ ਪਿਤਾ ਤੁਹਾਨੂੰ ਜਾਣਦਾ ਆ ਤੁਹਾਨੂੰ ਕਿਹੜੀ ਚੀਜ਼ ਦੀ ਕੀ ਲੋੜ ਆ। ਤੁਸੀਂ ਜਿਸ ਵੀ ਚਰਚ ਵਿੱਚ ਜਾਂਦੇ ਜੇ ਉਸੇ ਚਰਚ ਦੇ ਵਿੱਚ ਰਹੋ। ਤੁਸੀਂ ਜਿਹੜਾ ਵੀ ਤੁਹਾਡਾ ਆਤਮਿਕ ਪਿਤਾ ਆ ਉਸੇ ਆਤਮਿਕ ਪਿਤਾ ਦੇ ਨਾਲ ਬਣੇ ਰਹੋ। ਤੁਸੀਂ ਸਭ ਤੋਂ ਪਹਿਲਾਂ ਆਪਣੇ ਆਤਮਿਕ ਪਿਤਾ ਦੀ ਸਲਾਹ ਲਵੋ। ਐਵੇਂ ਇੱਧਰ ਉੱਧਰ ਦੀਆਂ ਗੱਲਾਂ ਨੂੰ ਸੁਣ ਕੇ ਆਪਣੀ ਲਾਈਫ ਦੇ ਵਿੱਚ ਨੁਕਸਾਨ ਨਾ ਤੁਸੀਂ ਕਰੋ। ਹੁਣ ਬਾਈਬਲ ਦੇ ਵਿੱਚ ਦੇਖਦੇ ਹਾਂ, ਹੁਣ ਆਪਾਂ ਥੋੜੀ ਜੀ ਗੱਲ ਜਿਸ ਵਿਸ਼ੇ ਦੇ ਲਈ ਮੈਂ ਅੱਜ ਜੋ ਵਚਨ ਨੂੰ ਜੋ ਮੈਂ ਸੁਣਾਇਆ ਪਿਛਲੇ ਦਿਨਾਂ ਦੇ ਵਿੱਚ, ਇਸ ਤੋਂ ਪਹਿਲਾਂ ਪਾਮ ਸੰਡੇ ਤੋਂ ਪਹਿਲਾਂ ਇੱਕ WhatsApp ਦੇ ਰਾਹੀਂ ਮੈਸੇਜ ਆਏ, ਬਹੁਤ ਸਾਰਿਆਂ ਲੋਕਾਂ ਦੇ ਫੋਨ ਕਾਲ ਵੀ ਆਏ। ਫੋਨ ਕਾਲ ਇਹ ਆਏ ਕਿ ਇੱਕ ਸੁਣਿਆ ਗਿਆ ਕਿ ਬਾਈਬਲ ਦੇ ਵਿੱਚੋਂ ਵਾਲ ਨਿਕਲਣਗੇ। ਬਾਈਬਲ ਦੇ ਵਿੱਚੋਂ ਕੀ ਨਿਕਲਣਗੇ? ਵਾਲ ਨਿਕਲਣਗੇ। ਓਕੇ, ਬਹੁਤ ਸਾਰਿਆਂ ਲੋਕਾਂ ਦੀਆਂ ਬਾਈਬਲਾਂ ਦੇ ਵਿੱਚੋਂ ਵਾਲ ਨਿਕਲਣੇ ਕੀ ਹੋ ਗਏ, ਸ਼ੁਰੂ ਹੋ ਗਏ। ਕਿਤੇ ਬਲੈਕ, ਕਿਤੇ ਗੋਲਡਨ, ਕਿਤੇ ਇਸ ਤਰ੍ਹਾਂ ਦੇ ਵਾਲ ਜਿਹੜੇ ਉਹ ਨਿਕਲਣੇ ਕੀ ਹੋ ਗਏ, ਸ਼ੁਰੂ ਹੋ ਗਏ। ਹੁਣ ਉਸੇ WhatsApp ਦੇ ਵਿੱਚ ਇੱਕ ਗਰੁੱਪ ਦੇ ਵਿੱਚ ਇੱਕ ਮੈਸੇਜ ਆਇਆ ਕਿ ਇਹ ਜਿਹੜਾ ਵਾਲ ਜਿਹੜਾ ਨਿਕਲਿਆ ਆ, ਇਹਨੂੰ ਤੁਸੀਂ ਕੀ ਕਰਨਾ ਆ, ਭਿਉਂ ਲੈਣਾ ਆ। ਪਾਣੀ ਵਿੱਚ ਭਿਉਂ, ਤੇ ਪਾਣੀ ਵਿੱਚ ਭਿਉਂ ਕੇ ਇਹਨੂੰ ਕੀ ਕਰੋ, ਤੁਸੀਂ ਪੀ ਲਿਓ, ਤੇ ਇਹ ਵਾਲ ਜਿਹੜਾ ਉਹਨੂੰ ਫੇਰ ਕੀ ਕਰ ਲਿਓ, ਤੁਸੀਂ ਬਾਹਰ ਕੱਢ ਲਿਓ। ਓਕੇ, ਇਹ ਖਬਰ ਜਿਹੜੀ ਹੈ ਮੈਂ ਕਹਿ ਸਕਦਾ ਇੱਕ ਅੱਗ ਵਾਂਗੂ ਫੈਲੀ। ਬਹੁਤ ਸਾਰਿਆਂ ਜਣਿਆਂ ਦੇ ਫੋਨ ਕਾਲ ਆਏ, ਪਾਜ ਸਾਹਿਬ ਸਾਡੀ ਵੀ ਬਾਈਬਲ ਦੇ ਵਿੱਚ ਵਾਲ ਨਿਕਲਿਆ, ਸਾਡੀ ਵੀ ਬਾਈਬਲ ਵਿੱਚ ਵਾਲ ਨਿਕਲਿਆ, ਸਾਡੀ ਵੀ ਬਾਈਬਲ ਦੇ ਵਿੱਚੋਂ ਕੀ ਨਿਕਲਿਆ, ਵਾਲ ਨਿਕਲਿਆ। ਹੁਣ ਵਾਲ ਨਿਕਲਿਆ, ਚਲੋ ਇੱਥੋਂ ਤੱਕ ਤੇ ਗੱਲ ਚਲੋ ਠੀਕ ਆ, ਚਲੋ ਵਾਲ ਨਿਕਲ ਗਿਆ, ਚਲੋ ਕੋਈ ਗੱਲ ਨਹੀਂ। ਹੁਣ ਅੱਗੇ ਸਭ ਤੋਂ ਵੱਡੀ ਗੱਲ ਇਹ ਨਿਕਲ ਗਈ ਵੀ ਕਈ ਇੱਦਾਂ ਦੇ ਵੀ ਲੋਕ ਨਿਕਲੇ, ਉਹਨਾਂ ਨੇ ਕੀ ਕੀਤਾ ਕਿ ਪਾਣੀ ਲਿਆ, ਪਾਣੀ ਦੇ ਵਿੱਚ ਵਾਲ ਨੂੰ ਭਿਓਇਆ ਤੇ ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਪਾਣੀ ਲਿਆ, ਉਹ ਵਾਲ ਨੂੰ ਉਹਦੇ ਵਿੱਚ ਪਾਇਆ, ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਹੁਣ ਇਹ ਜੋ ਸੁਣਨ ਦੇ ਵਿੱਚ ਗੱਲ ਆਈ ਸੀ ਵੀ ਇੱਕ ਪਾਸਟਰ ਆ, ਕੋਈ ਅਨਵਰ ਫਜ਼ਲ ਆ, ਉਹ ਆ, ਇਹ ਜਦ ਕਿ ਸੱਚਾਈ ਨਹੀਂ ਆ, ਉਹ ਸੱਚਾਈ ਇਸ ਤਰ੍ਹਾਂ ਦੀ ਨਹੀਂ ਸੀ। ਐਵੇਂ ਉਸ ਪਾਸਟਰ ਦਾ ਜਿਹੜਾ ਨਾਮ ਲਿਆ ਗਿਆ ਕਿ ਉਹ ਪਾਸਟਰ ਰੋਜ਼ਿਆਂ ਦੇ ਵਿੱਚ ਬੈਠਾ ਆ, ਰੋਜ਼ਿਆਂ ਦੇ ਵਿੱਚ ਖੁਦਾ ਨੇ ਉਹਨੂੰ ਕਿਹਾ ਆ ਇੱਦਾਂ ਬਾਈਬਲ ਦੇ ਵਿੱਚੋਂ ਵਾਲ ਨਿਕਲਣਗੇ, ਇੱਦਾਂ ਕਰਕੇ ਤੁਸੀਂ ਕੀ ਕਰਿਓ, ਪੀ ਲਿਓ, ਤੇ ਕਰੋਨਾ ਵਾਇਰਸ ਜਿਹੜਾ ਉਹ ਤੁਹਾਡੇ ਪਰਿਵਾਰ ਦੇ ਉੱਤੇ, ਤੁਹਾਡੇ ਘਰਾਂ ਦੇ ਉੱਤੇ ਨਹੀਂ ਆਏਗਾ। ਬਹੁਤ ਸਾਰਿਆਂ ਵਿਸ਼ਵਾਸੀਆਂ ਨੇ ਕੀ ਕੀਤਾ, ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਜਾਂ ਜਿਸ ਤਰ੍ਹਾਂ ਦੇ ਨਾਲ ਉਹਨੇ ਕਿਹਾ, ਉਹਨਾਂ ਨੇ ਵਿਸ਼ਵਾਸੀਆਂ ਕਈਆਂ ਨੇ ਉਸੇ ਤਰ੍ਹਾਂ ਦੇ ਨਾਲ ਕਰਨਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਹੁਣ ਮੇਨ ਗੱਲ ਮੈਂ ਕੀ ਕਹਿਣਾ ਚਾਹੁੰਦਾ ਹਾਂ,
ਅਜੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਸ਼ਵਾਸੀ ਹੈ ਆ, ਕਿਉਂਕਿ ਇਹ ਲਾਸਟ ਦਿਨ ਚੱਲ ਰਹੇ ਜੇ, ਇਹ ਲਾਸਟ ਦਿਨ ਚੱਲ ਰਹੇ ਆ, ਇਹ ਕੋਈ ਸਟਾਰਟਿੰਗ ਦੇ ਦਿਨ ਨਹੀਂ ਆ। ਮਸੀਹ ਦੇ ਆਉਣਾ ਬਿਲਕੁਲ ਹੀ ਜ਼ਿਆਦਾ ਜਲਦੀ ਆ। ਤੇ ਬਾਈਬਲ ਦੇ ਵਿੱਚ ਮੈਂ ਅੱਜ ਵਿਸ਼ਵਾਸੀਆਂ ਨੂੰ ਤੁਹਾਨੂੰ ਇਸ ਵਚਨ ਦੇ ਦੁਆਰਾ ਹੁਸ਼ਿਆਰ ਕਰਨਾ ਚਾਹਾਂਗਾ ਤੁਹਾਨੂੰ ਮੈਂ, ਕਿ ਅੰਤ ਦੇ ਦਿਨ ਆ। ਅਜੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਤੁਸੀਂ ਸੁਣੋਗੇ, ਅਜਿਹੀਆਂ ਗੱਲਾਂ ਨੂੰ ਤੁਸੀਂ ਸੁਣੋਗੇ ਜਿਨ੍ਹਾਂ ਨੂੰ ਗੱਲਾਂ ਨੂੰ ਸੁਣ ਕੇ ਤੁਹਾਡਾ ਵਿਸ਼ਵਾਸ ਡਾਵਾਂਡੋਲ ਹੋ ਜਾਏਗਾ, ਭਰਮਾਏ ਦੇ ਵਿੱਚ ਤੁਸੀਂ ਪੈ ਜਾਓਗੇ। ਤੁਸੀਂ ਉਹ ਗੱਲਾਂ ਕਰਨ ਦੇ ਉੱਤੇ ਮਜਬੂਰ ਹੋ ਜਾਓਗੇ ਜਿਸ ਤਰ੍ਹਾਂ ਤੁਸੀਂ ਵਾਲ ਨੂੰ ਪਾਣੀ ਦੇ ਵਿੱਚ ਭਿਉਂ ਲਿਆ, ਉਹਨੂੰ ਪੀਣ ਦੇ ਉੱਤੇ ਮਜਬੂਰ ਹੋ ਗਏ। ਅਜੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋਣਗੀਆਂ, ਤੁਸੀਂ ਉਹ ਵੀ ਕੰਮ ਕਰਨ ਦੇ ਲਈ ਤੁਸੀਂ ਮਜਬੂਰ ਹੋ ਜਾਓਗੇ, ਤੁਸੀਂ ਮਜਬੂਰ ਹੋ ਜਾਏ। ਤੁਸੀਂ ਜਿਸ ਪਾਸਟਰ ਨੂੰ ਤੁਸੀਂ ਦੇਖਿਆ ਹੀ ਨਹੀਂ ਆ, ਜਿਸ ਪਾਸਟਰ ਦੇ ਬਾਰੇ ਤੁਸੀਂ ਜਾਣਦੇ ਹੀ ਨਹੀਂ ਆ, ਉਹ ਪਾਸਟਰ ਕੌਣ ਆ? ਜਿਹਨੇ ਨਾ ਕਦੀ ਤੁਸੀਂ ਚਰਚ ਵਿੱਚ ਗਏ, ਨਾ ਕਦੀ ਉਹਦਾ ਤੁਸੀਂ ਵਚਨ ਸੁਣਿਆ, ਜਸਟ ਇੱਕ WhatsApp ਰਾਹੀਂ ਇੱਕ ਭੈਣ ਨੇ ਕਿ ਐਵੇਂ ਫਲਾਹ ਦਿੱਤੀ ਕਿ ਠੀਕ ਹੈ ਜੀ ਇੱਦਾਂ ਦਾ ਕਰਕੇ ਪੀਣਾ ਕੀ ਕਰ ਦਵੋ, ਸ਼ੁਰੂ ਕਰ ਦਵੋ। ਉਹ ਤੁਸੀਂ ਉਹ ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਤੁਸੀਂ ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ। ਤੁਸੀਂ ਇਹ ਨਹੀਂ ਸਮਝਿਆ। ਪਹਿਲੀ ਗੱਲ ਤਾਂ ਇਹ ਸਮਾਂ ਜਿਹੜਾ ਆ, ਇਹ ਸਮਾਂ ਬੁੱਧ ਖੋਲਣੀ ਪੈਣੀ ਆ, ਬੁੱਧ ਖੋਲਣੀ ਪੈਣੀ ਆ। ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ, ਸੱਪ ਵਾਂਗੂ ਚਲਾਕ ਤੇ ਕਬੂਤਰ ਵਾਂਗੂ ਭੋਲਾ ਰਹਿਣਾ ਪੈਣਾ। ਦੋਨੋਂ ਚੀਜ਼ਾਂ ਦੱਸੀਆਂ ਆ। ਕਿੱਥੇ ਭੋਲਾ ਲੈਣਾ ਉਹ ਵੀ ਗੱਲ ਦੱਸੀ ਆ, ਕਿੱਥੇ ਚਲਾਕ ਰਹਿਣਾ ਉਹ ਵੀ ਗੱਲ ਦੱਸੀ ਹੋਈ। ਆਪਣੀ ਸਮਝ ਦਾ ਇਸਤੇਮਾਲ ਕਰਨਾ ਆ, ਆਪਣੀ ਬੁੱਧ ਦਾ ਕੀ ਕਰਨਾ, ਇਸਤੇਮਾਲ ਕਰਨਾ। ਕਿ ਖੁਦਾ ਇੰਨਾ ਹੀ ਕਮਜ਼ੋਰ ਹੋ ਗਿਆ ਕਿ ਉਹਦੇ ਲਹੂ ਦੇ ਵਿੱਚ ਤਾਕਤ ਨਹੀਂ ਆ, ਉਹਦੇ ਬਲੱਡ ਦੇ ਵਿੱਚ ਤਾਕਤ ਨਹੀਂ ਆ, ਤੇ ਇੱਕ ਵਾਲ ਦੇ ਵਿੱਚ ਤਾਕਤ ਆ ਗਈ, ਤੇ ਉਸ ਵਾਲ ਨੂੰ ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਕਿ ਯੀਸ਼ੂ ਦਾ ਲਹੂ ਇੰਨਾ ਹੀ ਕਮਜ਼ੋਰ ਹੋ ਗਿਆ ਕਿ ਉਸ ਵਾਲ ਦੇ ਵਿੱਚ ਤਾਕਤ ਆ ਗਈ, ਤੇ ਵਿਸ਼ਵਾਸੀਆਂ ਨੇ ਪੀਣਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਜਾਂ ਉਹਦੇ ਉੱਤੇ ਵਿਸ਼ਵਾਸ ਕਰਨਾ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਯੀਸ਼ੂ ਦੇ ਲਹੂ ਦੇ ਵਿੱਚ ਤਾਕਤ ਆ, ਯੀਸ਼ੂ ਦੇ ਲਹੂ ਦੇ ਵਿੱਚ ਸਾਮਰਥ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਵਚਨ ਸੁਣੀ ਗੱਲ ਸੁਣੀ ਆ ਕਿ ਉਹ ਇਹ ਕੀ ਸੁਣਿਆ ਕਿ ਮਿੱਠੀਆਂ ਚੀਜ਼ਾਂ ਖਾਓ, ਕੁਛ ਵੀ ਇਦਾਂ ਦਾ ਨਹੀਂ ਹੋਵੇਗਾ। ਮਿੱਠੀਆਂ ਚੀਜ਼ਾਂ ਖਾਣੀਆਂ ਕੀ ਕਰ ਦੋ, ਤੁਸੀਂ ਸ਼ੁਰੂ ਕਰ ਦੋ। ਬਾਈਬਲ ਕੁਛ ਵੀ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਨਹੀਂ ਦੱਸਦੀ, ਕੁਛ ਵੀ ਅਜਿਹੀਆਂ ਚੀਜ਼ਾਂ ਦੇ ਬਾਰੇ ਨਹੀਂ ਦੱਸਦੀ ਬਾਈਬਲ ਵੀ। ਮਿੱਠੀਆਂ ਖਾ ਲਓ, ਫਿੱਕੀਆਂ ਖਾ ਲਓ, ਇੱਦਾਂ ਕਰ ਲਓ ਘਰ ਵਿੱਚ, ਇੱਦਾਂ ਕਰ ਲਓ ਘਰ ਵਿੱਚ, ਇੱਦਾਂ ਕਰਿਓ ਅੱਜ ਘਰ ਵਿੱਚ ਜਾ ਕੇ, ਤੁਸੀਂ ਇੱਦਾਂ ਕਰੋ ਅੱਜ ਘਰ ਵਿੱਚ ਜਾ ਕੇ, ਤੁਹਾਡਾ ਕੁਛ ਵੀ ਨਹੀਂ ਹੋਵੇਗਾ। ਇਹੋ ਜਿਹੀਆਂ ਚੀਜ਼ਾਂ ਬਾਈਬਲ ਨਹੀਂ ਸਾਨੂੰ ਦੱਸਦੀਆਂ। ਦੇਖੋ ਤੁਹਾਨੂੰ ਇੱਕ ਗੱਲ, ਤੁਹਾਨੂੰ ਮੈਂ ਵਚਨ, ਮੈਂ ਸ਼ਾਇਦ ਬਹੁਤ ਲੰਬਾ ਹੋਈ ਜਾ ਰਿਹਾ ਪਰ ਮੇਰਾ ਦੱਸਣਾ ਇਹ ਜ਼ਿਆਦਾ ਜ਼ਰੂਰੀ ਆ। ਦੇਖੋ ਕੁਛ ਵੀ ਇਸ ਤਰ੍ਹਾਂ ਦੀਆਂ ਅਫਵਾਹਾਂ ਤੁਹਾਡੀ ਆਉਂਦੀਆਂ, ਤੁਹਾਡੇ WhatsApp ਦੇ ਉੱਤੇ ਆਉਂਦੀਆਂ, ਤੁਸੀਂ ਸੁਣਦੇ ਜੇ। ਜਦ ਤੁਹਾਡੇ ਕੋਲ ਕੋਈ ਵਿਅਕਤੀ ਆ ਕੇ ਕਹਿੰਦਾ ਵੀ ਇੱਦਾਂ ਕਰੀਏ, ਇੱਦਾਂ ਕਰੀਏ, ਇੱਦਾਂ ਕਰੀਏ, ਉਹ ਪਾਦਰੀ ਨੇ ਇੱਦਾਂ ਗੱਲ ਕਹੀ ਆ, ਉਹ ਪਾਸਟਰ ਨੇ ਇਹ ਗੱਲ ਕਹੀ ਆ, ਉਹ ਪਾਸਟਰ ਦਾ ਵਚਨ ਸੁਣਿਆ ਸੀ ਉਹਨੇ ਇੱਦਾਂ ਕਿਹਾ ਹੀ ਕਰਿਓ, ਉਹ ਪਾਸਟਰ ਦਾ ਵਚਨ ਸੁਣਿਆ ਉਹਨੇ ਕਿਹਾ ਹੀ ਇੱਦਾਂ ਕਰਿਓ, ਉਹ ਪਾਸਟਰ ਦਾ ਵਚਨ ਸੁਣਿਆ ਉਹਨੇ ਕਿਹਾ ਹੀ ਇੱਦਾਂ ਕਰਿਓ। ਸੁਣੋ ਸਭ ਦਾ, ਮੈਂ ਇਹ ਨਹੀਂ ਕਹਿੰਦਾ ਕਿਸੇ ਦਾ ਵਚਨ ਸੁਣੋ, ਸੁਣੋ ਸਭ ਦਾ। ਪਰ ਕੁਛ ਇਸ ਤਰ੍ਹਾਂ ਦੀ ਗੱਲ ਜੋ ਤੁਸੀਂ ਸੁਣਦੇ, ਜਿਸ ਤਰ੍ਹਾਂ ਇਹ ਵਾਲ ਦੀ ਗੱਲ ਆਈ ਕਿ ਵਾਲ ਨੂੰ ਕੀ ਕਰੋ, ਪਾਣੀ ਵਿੱਚ ਭਿਓਂਗੇ, ਕੀ ਕਰਿਓ, ਪੀ ਲਿਓ। ਕੁਛ ਇਸ ਤਰ੍ਹਾਂ ਦੀਆਂ ਅਫਵਾਹਾਂ ਤੁਸੀਂ ਸੁਣਦੇ ਜੇ, ਤੁਹਾਨੂੰ ਨਹੀਂ ਸਮਝ ਵਿੱਚ ਲੱਗਦੀ ਗੱਲ, ਕੋਈ ਗੱਲ ਨਹੀਂ। ਤੁਹਾਨੂੰ ਡਾਊਟ ਆ ਕਿ ਇੱਦਾਂ ਕਰੀਏ ਜਾਂ ਨਾ ਕਰੀਏ। ਇਸ ਤੋਂ ਪਹਿਲਾਂ ਵੀ ਤੁਸੀਂ ਉਸ ਕੰਮ ਨੂੰ ਕਰੋ, ਸਭ ਤੋਂ ਪਹਿਲਾਂ ਤੁਸੀਂ ਬਾਈਬਲ ਨੂੰ ਪੜ੍ਹੋ। ਪਹਿਲਾਂ ਤੁਸੀਂ ਪ੍ਰੇਅਰ ਕਾਰੇ ਗੱਲੋਂ ਕਰਦੇ ਜੇ, ਸਪਿਰਿਟ ਖੁਦਾ ਦਾ ਆਤਮਾ ਤੁਹਾਨੂੰ ਕਾਰੇ ਗੱਲੋਂ ਦਿੱਤਾ ਗਿਆ। ਬਾਈਬਲ ਦੇ ਵਿੱਚ ਇਹ, ਬਾਈਬਲ ਜੇ ਤੁਸੀਂ ਯਹੋਨਾ ਦੀ ਇੰਜੀਲ ਪੜ੍ਹਦੇ ਜੇ, ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਕਿਹਾ, ਮੈਂ ਜਾਂਦਾ ਤੁਹਾਡੀ ਜਗ੍ਹਾ ਤਿਆਰ ਕਰਨਾ, ਪਰ ਮੈਂ ਜਾਵਾਂ ਤਾਂ ਮੇਰੇ ਤੋਂ ਬਾਅਦ ਚ ਪਵਿੱਤਰ ਆਤਮਾ ਆਏਗਾ, ਜਿਹੜੀ ਤੁਹਾਡੀ ਹਰ ਪਾਸੋਂ ਤੁਹਾਡੀ ਕੀ ਕਰੇਗਾ, ਮਦਦ ਕਰੇਗਾ, ਜਿਹੜੀ ਤੁਹਾਡੀ ਹਰ ਪਾਸੋਂ ਤੁਹਾਡੀ ਕੀ ਕਰੇਗਾ, ਮਦਦ ਸਹਾਇਤਾ ਕਰੇਗਾ, ਤੇ ਭੁੱਲੀਆਂ ਗੱਲਾਂ ਤੁਹਾਨੂੰ ਕੀ ਕਰੇਗਾ, ਚੇਤੇ ਕਰਾਏਗਾ। ਤੁਸੀਂ ਜਦੋਂ ਪ੍ਰੇਅਰ ਕੀਤੀ, ਤੁਸੀਂ ਇੰਨੀ ਪ੍ਰੇਅਰ ਕਰ ਰਹੇ ਜਿਨ੍ਹਾਂ ਦਿਨਾਂ ਦੇ ਵਿੱਚ,
इन्हां दिनां दे विच इन्नी तुसीं प्रेयर कर रहे जे, एक दिन दे विच मैनूं नहीं पता कितनी बार तुसीं प्रेयर करदे जे, पर मैनूं इन्ना पता भी 2-3 घंटे तो ज़्यादा ही तुसीं की करदे होगे, तुसीं प्रेयर करदे होगे। पर उस प्रेयर दे विच तुसीं आत्मा भी तुहानूं मिलदा होएगा, पवित्र आत्मा मिलदा होएगा, पवित्र आत्मा की सामर्थ मिलती होएगी, पवित्र आत्मा का अभिषेक जिहड़ा वो तुहानूं मिलदा होएगा। ते फिर जो पवित्र आत्मा का अभिषेक तुहानूं मिलिया, पवित्र आत्मा का जो मस्सा मिलिया, तो वो फिर मस्सा उस वेले कित्थे चला गया, वो अभिषेक उस वेले कित्थे चला गया जो तुसीं उस वाल नूं पानी दे विच भिओं के तुसीं पी रहे सी। कि उस वेले पवित्र आत्मा ने तुहानूं ये गल नहीं दसी कि ये गलत आ, तू है गलत चीज़ों के उत्ते विश्वास ना कर, गलत चीज़ों के उत्ते भरोसा ना कर। मैं तेरा जीवित खुदा है, मैं तेनों इहो जे वहमां भरमां दे विच नहीं तेनों मैं पावांगा। इदां कर लो, वो कर लो, वो कर लो, तुसीं बचाए जाओगे। सीधी गल बाइबल दे विच लिखी आ, जिहड़ा विश्वास करेगा, जिहड़ा निचा करेगा, वो बचाया जाएगा। वाल नूं पानी दे विच पीण दे नाल नहीं बचाए जाना, मिठे खाण दे नाल, मिठा ना खाण दे नाल असीं नहीं बचाए जाना। विश्वास करन दे नाल, जदों आपां यीशु दे उत्ते विश्वास करांगे, उहदे उत्ते भरोसा करांगे, आपां बचाए जावांगे। मैं विश्वास करदा तुहानूं गल समझ विच आई होवेगी। इस समां सप वांगू चलाक भी रहना पैना, अंत दे दिनां दे विच सप वांगू चलाक ते कबूतर वांगू भोले भी रहना पैना। सानूं स्पिरिट सानूं लोड़ है, आत्मा की लोड़ है इन्हां दिनां दे विच। बिना आत्मा तो आपां नहीं चल सकदे। आउण वाले दिनां दे विच बहुत सारियां अफवाहां सानूं सुनन नूं मिलणीਆਂ अजे, अफवाहां सानूं सुनन नूं मिलणीਆਂ आ। ये शुरुआत है, अजे होर भी वड्डियां तो वड्डियां अफवाहां जिहड़ियां सानूं सुनन नूं मिलणीਆਂ, वड्डियां तो वड्डियां गल्लां सानूं सुनन नूं सानूं मिलणीਆਂ आ। पर तुसीं एक गल नूं याद रखो, ओ स्पिरिट जिहड़ी, ओ पवित्र आत्मा जिहड़ा खुदा ने तुहानूं दित्ता होया, ओ पवित्र आत्मा जिहड़ा तुहाडी लाइफ दे विच कार्य करदा आ, ओ पवित्र आत्मा दी अगवाई दे नाल तुसीं चलो। ओ पवित्र आत्मा नूं पुछो कि पवित्र आत्मा जो मैं गल सुनी आ, ये गल ठीक है या नहीं। दूसरे नंबर ते जो पवित्र आत्मा मिलिया पहले नंबर, फिर ओ दूजे नंबर ते जे नहीं तो जो बाइबल दिती आ, ये बाइबल नूं पढ़ो कि बाइबल विच कोई इदां दी आयतां देखदियां आ कि वाल पीण दे द्वारा साडा छुटकारा हो जांदा आ, वाल नूं पानी दे विच भिओण दे नाल साडा छुटकारा हो जांदा आ। नहीं, जे नहीं फिर भी गल समझ विच नहीं आ रही, फिर भी तुसीं डाउट दे विच जे, पहला तुसीं समझो। जे नहीं फिर भी गल समझ विच आ रही, जिहड़ा तुहाडा आत्मिक पिता आ, जो तुहाडा पास्टर आ, उस दी गल नूं तुसीं की करो, मन्नो। तुसीं ਉਹਦੇ ਕੋਲ जाओ, ਉਹਨੂੰ ਜਾ के कहो, भाजी साहब साडी ਇਹ प्रॉब्लम आ, दसो असी ये अफवाह सुनी आ, अजिहियां गल्लां सुनियां आ, लोग अजिहा कर रहे आ, तुसीं सानूं दसो, क्योंकि तुसीं साडे आत्मिक पिता जे, तुसीं साडे पास्टर जे। असीं दूसरे दे पास्टर दीयां गल्लां जो कईयां गईयां आपां ਉਹਨੂੰ नहीं सुनना, ਉਹਦੀਆਂ गल्लां दे उत्ते नहीं चलना। जो तुसीं सानूं दसोगे आपां उसे तरीके दे नाल आपां की करना, क्योंकि बाइबल विच लिखिआ, मूसा नूं कहा, इसराइलियां लोकां नूं कहा, इसराइली लोको मूसा नूं मैं तुहाडे लई नियुक्त कीता आ, जो मूसा कहेगा तुहानूं उसे तरह दे नाल तुहानूं की मनना पएगा। एवें हर किसी दा वचन सुन के उन्हें इदां कह दिता, उन्हें इदां कह दिता, उन्हें इदां कह दिता, उन्हें इदां कह दिता, उन्हें कोई वो गल कह दी, उन्हें कोई वो गल कह दी। अज दा विश्वासी उदां ही करना की करी जा रहा, शुरू करी जा रहा। अज दा विश्वासी उदां ही की करना की करी जा रहा, शुरू कर दिता। कोई इदां कह रहा, वो उदां कर दिंदा, कोई इदां कहंदा पास्टर वो इदां कर लैंदा, वो पास्टर इदां कहंदा वो इदां कर दिंदा, वो पास्टर इदां कहंदा वो इदां कर दिंदा। तुहानूं पता यारू पुत्र का नुकसान किदां होया? यारू पुत्र का नुकसान इसे ही कारण होया क्योंकि उन्हें अपने पास्टर नूं छड्ड के, अपने गुरु नूं छड्ड के, अपने आत्मिक पिता नूं छड्ड के वख-वख जगह दे उत्ते जाना शुरू कर दिता। और लाइफ विच जो उसदे कोल सी वो सारा की हो गया, नुकसान हो गया। कईयां ने पानी पीना की कर दिता, शुरू कर दिता। पानी पीने तो बाद फिर एक व्हाट्सअप आया, पास्टर अनवर फजल ने भी ये फिर एक गल अपने फेसबुक के राही ये गल कही, मेरा झूठा नाम लगाया, मैं कोई भी अजिहियां गल्लां मैं ना तो मैनूं खुदा ने कहियां ते ना ही मैं इहो जिहियां गल्लां दे उत्ते मैं की करदा, विश्वास करदा। हुण जिन्हां ने पानी पीता उन्हां दा की होया? फिर जिस पास्टर नूं तुसीं जाणदे नहीं आ,
ਜਿਸ ਨੂੰ ਨਾ ਤੁਸੀਂ ਦੇਖਿਆ, ਨਾ ਕਦੇ ਸੁਣਿਆ, ਨਾ ਤੁਸੀਂ ਉਹਦੇ ਚਰਚ ਜਾਂਦੇ ਜੇ, ਨਾ ਤੁਸੀਂ ਉਹਦੇ ਆਤਮਿਕ ਪਿਤਾ ਆ, ਨਾ ਤੁਹਾਡਾ ਕੁਝ ਵੀ ਤੁਹਾਡਾ ਨਹੀਂ ਆ, ਤੇ ਉਸ ਦੀ ਐਵੇਂ ਅਫਵਾਹ ਸੁਣੀ, ਅਫਵਾਹ ਨੂੰ ਸੁਣ ਕੇ ਉਹ ਕੰਮ ਕਰਨੇ ਕੀ ਕਰ ਦਿੱਤੇ, ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਦੇ ਨਾਲ ਨਾ ਕਰੋ ਤੁਸੀਂ, ਨਾ ਇਸ ਤਰ੍ਹਾਂ ਦੇ ਨਾਲ ਤੁਸੀਂ ਕਰੋ। ਤੁਸੀਂ ਜੇ ਤੁਸੀਂ ਬਹੁਤੀ ਵੱਡੀ ਪ੍ਰੋਬਲਮ ਵਿੱਚ ਆ ਤਾਂ ਆਪਣੇ ਆਤਮਿਕ ਪਿਤਾ ਨੂੰ ਪੁੱਛੋ, ਆਤਮਿਕ ਪਿਤਾ ਜੀ ਸਾਡੀ ਇਹ ਪ੍ਰੋਬਲਮ ਹੈ, ਦੱਸੋ, ਅਸੀਂ ਇਹ ਅਫਵਾਹ ਸੁਣੀ ਆ, ਤੁਸੀਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹੋਗੇ ਆਪਾਂ ਉਸੇ ਤਰ੍ਹਾਂ ਦੇ ਨਾਲ ਕਰਨ ਲਈ ਕੀ ਆ, ਤਿਆਰ ਆ, ਕਿਉਂਕਿ ਤੁਹਾਡੇ ਲਈ ਤੁਹਾਨੂੰ ਕੀ ਕੀਤਾ ਗਿਆ, ਨਿਯੁਕਤ ਕੀਤਾ ਗਿਆ ਹੈ। ਤੋ ਇਸ ਲਈ ਵਚਨ ਦੇ ਵਿੱਚ ਸੁਣਿਆ, ਸਿਰਫ ਤੁਹਾਡਾ ਆਤਮਿਕ ਪਿਤਾ ਹੀ ਜਾਣਦਾ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਬਾਈਬਲ ਵਿੱਚ ਲਿਖਿਆ ਜਦੋਂ ਉਹ ਆਇਆ, ਬਿਨਾਂ ਕਹਿਣ ਤੋਂ ਉਹਨੂੰ ਬਸਤਰ ਵੀ ਦੇ ਦਿੱਤੇ, ਬਿਨਾਂ ਕਹਿਣ ਤੋਂ ਉਹਨੂੰ ਅੰਗੂਠੀ ਵੀ ਦੇ ਦਿੱਤੀ, ਬਿਨਾਂ ਕਹਿਣ ਤੋਂ ਉਹਦੇ ਪੈਰੀ ਜੁੱਤੀ ਵੀ ਕੀ ਕਰ ਦਿੱਤੀ, ਪਾ ਦਿੱਤੀ। ਅਫਵਾਹਾਂ ਤੋਂ ਬਚੋ। ਜੇ WhatsApp ਜਿਹੜੀਆਂ ਅਜਿਹੀਆਂ ਚੀਜ਼ਾਂ ਜੋ ਤੁਹਾਡੇ ਵਿਸ਼ਵਾਸ ਨੂੰ ਡਾਵਾਂਡੋਲ ਕਰਦੀਆਂ, ਜੋ ਤੁਹਾਡੇ ਵਿਸ਼ਵਾਸ ਨੂੰ ਕਮਜ਼ੋਰ ਕਰ ਦਿੰਦੀ ਹੈ, ਅਜਿਹੀਆਂ ਅਫਵਾਹਾਂ ਤੋਂ, ਅੱਛੀਆਂ ਲੋਕਾਂ ਤੋਂ ਤੁਸੀਂ ਕੀ ਕਰੋ, ਬਚੋ। ਤੁਸੀਂ ਵੇਖੋ, ਤੁਹਾਨੂੰ ਇੱਕ ਗੱਲ ਦੀ ਤੁਹਾਨੂੰ ਮੈਂ ਦੱਸ ਦੇਵਾਂ ਗੱਲ, ਯੀਸ਼ੂ ਦਾ ਲਹੂ ਦੇ ਵਿੱਚ ਤਾਕਤ ਹੈ, ਤੇ ਯੀਸ਼ੂ ਦਾ ਲਹੂ ਆਲਰੇਡੀ ਸਾਡੇ ਘਰਾਂ ਦੇ ਵਿੱਚ ਲੱਗਾ ਹੋਇਆ। ਇੱਕ ਵਿਸ਼ਵਾਸੀ ਜਦੋਂ ਆਪਣਾ ਘਰ ਬਣਾਉਂਦਾ ਨਾ, ਇੱਕ ਵਿਸ਼ਵਾਸੀ ਜਦੋਂ ਆਪਣਾ ਘਰ ਬਣਾਉਂਦਾ, ਉਹਦੀ ਨੀਂਹ ਜਦੋਂ ਰੱਖੀ ਜਾਂਦੀ ਆ, ਉਸ ਨੀਂਹ ਦੇ ਉੱਤੇ ਯੀਸ਼ੂ ਦਾ ਲਹੂ ਜਿਹੜਾ ਲਗਾਇਆ ਜਾਂਦਾ ਹੈ। ਫਿਰ ਦੂਜੀ ਗੱਲ, ਜਦੋਂ ਸਾਡੇ ਬੱਚਾ ਜਦੋਂ ਕੋਈ ਪੈਦਾ ਹੁੰਦਾ ਆ, ਉਸ ਵੇਲੇ ਪਾਸਟਰ ਦੇ ਹੱਥ ਵਿੱਚ ਉਹ ਬੱਚਾ ਹੁੰਦਾ ਆ, ਪ੍ਰੇਅਰ ਕੀਤੀ ਜਾਂਦੀ ਹੈ, ਉਹਨੂੰ ਬਲੈਸ ਕੀਤਾ ਜਾਂਦਾ, ਉਹਨੂੰ ਮਸਾ ਕੀਤਾ ਜਾਂਦਾ, ਉਸ ਵੇਲੇ ਉਹਦੇ ਉੱਤੇ ਯੀਸ਼ੂ ਦਾ ਲਹੂ ਲਗਾਇਆ ਜਾਂਦਾ। ਚਰਚਾਂ ਦੇ ਵਿੱਚ 3 ਮਹੀਨੇ ਬਾਅਦ, 4 ਮਹੀਨੇ ਬਾਅਦ, 5 ਮਹੀਨੇ ਬਾਅਦ ਅਨਾਇੰਟਿੰਗ ਆਇਲ ਇੱਕ ਮੀਟਿੰਗ ਹੁੰਦੀ ਆ, ਉਦੋਂ ਅਨਾਇੰਟਿੰਗ ਆਇਲ ਜਿਹੜਾ ਤੁਹਾਡੇ ਉੱਤੇ ਲਗਾਇਆ ਜਾਂਦਾ। ਯੀਸ਼ੂ ਦਾ ਲਹੂ ਆਲਰੇਡੀ ਸਾਡੇ ਉੱਤੇ ਲੱਗਾ ਹੋਇਆ ਹੈ। ਇਹ ਉਹਨਾਂ ਦੇ ਲਈ ਆ, ਨਿਊ ਲੋਕ ਜਿਹੜੇ ਆ, ਉਹਨਾਂ ਦੇ ਲਈ ਇਹ ਗੱਲ ਆ ਕਿ ਤੁਹਾਡੇ ਲਈ ਯੀਸ਼ੂ ਦਾ ਲਹੂ ਤੁਸੀਂ ਲਗਾਓ। ਆਪਾਂ ਜਿਹੜੇ ਵਿਸ਼ਵਾਸੀ ਹੈ, ਜਿਹੜੇ ਪ੍ਰਭੂ ਉੱਤੇ ਵਿਸ਼ਵਾਸ ਕਰਨ ਵਾਲੇ, ਹੁਣ ਆਪਾਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਆਲਰੇਡੀ ਦੇ ਦਿੱਤੀ ਆ। 2 ਸਾਲ ਪਹਿਲਾਂ, 5 ਸਾਲ ਪਹਿਲਾਂ, 10 ਸਾਲ ਪਹਿਲਾਂ, 15 ਸਾਲ ਪਹਿਲਾਂ ਆਪਾਂ ਆਲਰੇਡੀ ਯੀਸ਼ੂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਦਿੱਤੀ। ਆਲਰੇਡੀ ਯੀਸ਼ੂ ਦਾ ਲਹੂ ਸਾਡੀ ਲਾਈਫ ਵਿੱਚ ਲੱਗਾ ਹੋਇਆ। ਯੀਸ਼ੂ ਦਾ ਲਹੂ ਸਾਡੇ ਮੱਥੇ ਉੱਤੇ, ਸਾਡੇ ਸਿਰ ਦੇ ਉੱਤੇ ਕੀ ਆ, ਲੱਗਾ ਹੋਇਆ। ਹੁਣ ਮੈਨੂੰ ਕੀ ਕਰਨ ਦੀ ਲੋੜ ਆ, ਮੈਨੂੰ ਯੀਸ਼ੂ ਦੇ ਲਹੂ ਤੇ ਆਲਰੇਡੀ ਲੱਗਾ ਹੋਇਆ ਆ। ਯੀਸ਼ੂ ਦਾ ਲਹੂ ਤਾਂ ਆਲਰੇਡੀ ਮੇਰੇ ਸਿਰ ਉੱਤੇ, ਮੇਰੇ ਘਰ ਉੱਤੇ ਕੀ ਲੱਗਾ ਹੋਇਆ ਆ। ਹੁਣ ਮੈਨੂੰ ਕੀ ਆ, ਹੁਣ ਮੈਨੂੰ ਕੀ ਕਰਨ ਦੀ ਲੋੜ ਆ, ਮੈਨੂੰ ਹੁਣ ਸਾਰੇ ਉਹਨਾਂ ਭੈੜੇ ਰਾਹਾਂ ਤੋਂ ਮੁੜਨ ਦੀ ਮੈਨੂੰ ਕੀ ਆ ਲੋੜ ਆ। ਮੰਨ ਲਓ ਮੈਂ ਯੀਸ਼ੂ ਦਾ ਲਹੂ ਲਗਾ ਲਿਆ, ਯੀਸ਼ੂ ਦਾ ਲਹੂ ਤੇ ਮੈਂ ਲਾ ਤੇ ਲਿਆ, ਤੇ ਮੈਂ ਝੂਠ ਬੋਲਣ ਦਾ, ਮੈਂ ਧੋਖਾ ਕਰਨ ਦਾ, ਗਾਲਾਂ ਕੱਢਣ ਦਾ, ਨਿੰਦਿਆ ਕਰਨ ਦਾ, ਚੁਗਲੀ ਕਰਨ ਦਾ, ਪੁੱਠੇ ਕੰਮ ਕਰਨ ਦਾ, ਜੇ ਮਾੜੇ ਕੰਮ ਕਰ ਰਿਹਾ, ਉੱਥੇ ਯੀਸ਼ੂ ਦਾ ਲਹੂ ਕੀ ਕਰੇਗਾ। ਯੀਸ਼ੂ ਦਾ ਲਹੂ ਆਲਰੇਡੀ ਲੱਗ ਚੁੱਕਿਆ ਸਾਡੀ ਲਾਈਫ ਦੇ ਵਿੱਚ। ਹੁਣ ਕੀ ਕਰਨ ਦੀ ਲੋੜ ਆ, ਹੁਣ ਸਾਨੂੰ ਆਪਣੇ ਭੈੜੇ ਰਾਹਾਂ ਤੋਂ ਸਾਨੂੰ ਮੁੜਨ ਦੀ ਸਾਨੂੰ ਕੀ ਆ ਲੋੜ ਆ। ਸੋ ਮੈਂ ਵਿਸ਼ਵਾਸ ਕਰਦਾ ਜੋ ਵਚਨ ਅੱਜ ਸੁਣਿਆ ਗਿਆ ਯਾਰੂ ਪੁੱਤਰ ਦੇ ਬਾਰੇ, ਉਹ ਪਹਿਲਾਂ ਯਾਰੂ ਪੁੱਤਰ ਨਹੀਂ ਸੀ। ਜਿੰਨਾ ਚਿਰ ਤੱਕ ਆਪਣੇ ਪਾਸਟਰ ਦੇ ਨਾਲ ਜੁੜਿਆ ਰਿਹਾ, ਬਹੁਤ ਕੁਛ ਉਹਨੂੰ ਮਿਲਿਆ, ਬਹੁਤ ਕੁਛ ਉਹਨੂੰ ਮਿਲਿਆ, ਬਹੁਤ ਕੁਛ ਉਹਨੂੰ ਮਿਲਿਆ। ਪਰ ਜਦੋਂ ਵੱਖ ਹੋ ਗਿਆ, ਜੋ ਕੁਛ ਉਸਦੇ ਕੋਲ ਸੀ, ਜਦੋਂ ਵੱਖ-ਵੱਖ ਪਾਸਟਰਾਂ ਦੀ ਆਪਾਂ ਸੰਗਤੀ ਕਰਦੇ ਹਾਂ, ਵੱਖ-ਵੱਖ ਪਾਸਟਰਾਂ ਦਾ ਵਚਨ ਨੂੰ ਸੁਣ ਕੇ ਉਹਨਾਂ ਦੇ ਮੁਤਾਬਿਕ ਚੱਲਣਾ ਸ਼ੁਰੂ ਕਰ ਦਿੰਦੇ ਆ, ਉਹ ਫਿਰ ਉਹ ਜਿੱਦਾਂ ਉਹ ਕਹਿੰਦੇ ਆ, ਜੇ ਉਹ ਕਹਿੰਦੇ ਆ ਕਿ ਪਾਣੀ ਦੇ ਵਿੱਚ ਵਾਲ ਭਿਓ ਤੇ ਪੀ ਲਓ, ਫਿਰ ਆਪਾਂ ਜਦੋਂ ਉੱਦਾਂ ਵੀ ਕਰਨੇ ਕੰਮ ਸ਼ੁਰੂ ਕਰ ਦਿੰਦੇ ਆ, ਫਿਰ ਸਾਡੀ ਲਾਈਫ ਵਿੱਚ ਪ੍ਰੋਬਲਮ ਆਣੀਆਂ ਕੀ ਹੋ ਜਾਂਦੀਆਂ, ਸ਼ੁਰੂ ਹੋ ਜਾਂਦੀ, ਦੁੱਖ ਆਣੇ ਕੀ ਹੋ ਜਾਂਦੇ, ਸ਼ੁਰੂ ਹੋ ਜਾਂਦੇ। ਇੱਕੋ ਹੀ ਖੁਦਾ ਆ, ਇੱਕੋ ਹੀ ਪਾਸਟਰ ਦੇ ਅਧੀਨ ਰਵੋ, ਇੱਕੋ ਖੁਦਾ ਦੇ ਅਧੀਨ ਰਵੋ, ਇੱਕੋ ਪਾਸਟਰ ਦੇ ਅਧੀਨ ਰਵੋ, ਇੱਕੋ ਆਤਮਿਕ ਪਿਤਾ ਆਪਣੀ ਲਾਈਫ ਦੇ ਵਿੱਚ ਬਣਾ ਕੇ ਰੱਖੋ। ਤੁਸੀਂ ਖੁਦਾ ਤੁਹਾਨੂੰ ਆਸ਼ੀਸ਼ ਦੇਵੇ, ਖੁਦਾ ਤੁਹਾਨੂੰ ਬਰਕਤ ਦੇਵੇ। ਆਓ ਆਪਣੀਆਂ ਅੱਖਾਂ ਨੂੰ ਬੰਦ ਰੱਖੋ। ਸਵਰਗ ਵਿੱਚ ਰਹਿਣ ਵਾਲੇ ਖੁਦਾ, ਇਹਨਾਂ ਸਾਰਿਆਂ ਨੂੰ ਮੈਂ ਤੇਰੇ ਪਾਕ ਪਵਿੱਤਰ ਹੱਥਾਂ ਵਿੱਚ ਦਿੰਦਾ ਖੁਦਾ, ਤੇਰੀ ਵੱਡੀ ਆਸ਼ੀਸ਼ ਹੈ ਖੁਦਾ, ਤੇਰਾ ਧੰਨਵਾਦ ਕਰਦਾ ਜੋ ਵਚਨ ਸੁਣਿਆ, ਇਹ ਵਚਨ ਮੇਰੀ ਅਤੇ ਇਹਨਾਂ ਦੀ ਲਾਈਫ ਵਿੱਚ ਵੱਡੀ ਆਸ਼ੀਸ਼, ਤੇਰੀ ਵੱਡੀ ਬਰਕਤ ਦੇ ਖੁਦਾ। ਜਿਸ ਚਰਚ ਦੇ ਨਾਲ ਇਹ ਲੋਕ ਜੁੜੇ ਹੋਏ ਖੁਦਾ, ਇਹ ਉਸੇ ਚਰਚਾਂ ਦੇ ਨਾਲ ਜੁੜੇ ਰਹਿਣ ਖੁਦਾ, ਜੋ ਇਹਨਾਂ ਦਾ ਆਤਮਿਕ ਪਿਤਾ ਖੁਦਾ, ਉਹੀ ਇਹਨਾਂ ਦਾ ਆਤਮਿਕ ਪਿਤਾ ਰਹੇ ਖੁਦਾ, ਤੇਰਾ ਧੰਨਵਾਦ ਕਰਦਾ ਖੁਦਾ। ਐਵੇਂ ਹਰ ਕਿਸੇ ਦੀ ਪਾਸਟਰ ਦੀ ਗੱਲ ਨੂੰ ਸੁਣ ਕੇ ਖੁਦਾ ਉਸ ਨੂੰ ਗੱਲ ਨੂੰ ਮੰਨਣਾ ਨਾ ਸ਼ੁਰੂ ਕਰਨ ਖੁਦਾ। ਫਿਰ ਵੀ ਜੇ ਵੱਡੀ ਪ੍ਰੋਬਲਮ ਵਿੱਚ, ਵੱਡੀ ਕੋਈ ਅੱਛੀ ਗੱਲ
ਹੋਈ ਆ, ਅਫਵਾਹਾਂ ਆਈਆਂ ਜੋ ਇਹਨਾਂ ਨੂੰ ਗੱਲ ਸਮਝ ਵਿੱਚ ਨਹੀਂ ਆ ਰਹੀ ਕਿ ਇਸ ਨੂੰ ਕੀ ਕੀਤਾ ਜਾਏ। ਜਿਹੜਾ ਵੀ ਇਹਨਾਂ ਦਾ ਆਤਮਿਕ ਪਿਤਾ ਆ, ਜਿਹੜਾ ਵੀ ਇਹਨਾਂ ਜਿਸ ਚਰਚ ਦੇ ਵਿੱਚ ਜਾਂਦੇ ਆ, ਉਸ ਪਾਸਟਰ ਦੀ ਸਲਾਹ ਲੈਣ, ਉਹ ਪਾਸਟਰ ਦੀ ਅਗਵਾਈ ਦੇ ਵਿੱਚ ਚੱਲਣ ਤੇ ਖੁਦਾ ਤਾਂ ਜੋ ਅਚਾਈਆਂ ਅਫਵਾਹਾਂ ਤੋਂ ਇਹ ਲੋਕ ਵਿਸ਼ਵਾਸੀ ਜਿਹੜੇ ਆ ਉਹ ਬਚਾਏ ਜਾਣ। ਖੁਦਾ ਤੇਰਾ ਧੰਨਵਾਦ ਕਰਦਾ, ਇਹਨਾਂ ਦੇ ਘਰਾਂ ਉੱਤੇ ਤੇਰਾ ਲਹੂ ਲਗਾਉਂਦਾ, ਇਹਨਾਂ ਦੇ ਘਰਾਂ ਦੇ ਉੱਤੇ ਤੇਰੀ ਬਲੈਸਿੰਗ ਆਲਰੇਡੀ ਹੈ ਖੁਦਾ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤੇਰਾ ਲਹੂ ਆਲਰੇਡੀ ਲੱਗਾ ਹੋਇਆ ਖੁਦਾ। ਇਹ ਆਪਣੇ ਪੈੜੇ ਰਾਹਾਂ ਤੋਂ ਮੁੜ ਜਾਣ। ਖੁਦਾ ਤੇਰਾ ਧੰਨਵਾਦ ਖੁਦਾ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਪ੍ਰੇਰ ਕਰਦਾ ਖੁਦਾ, ਇਹਨਾਂ ਦੇ ਪੈਸੇ ਵਿੱਚ ਬਰਕਤ ਆਏ ਖੁਦਾ, ਇਹਨਾਂ ਦੀ ਰਸੋਈ ਦੇ ਵਿੱਚ ਬਰਕਤ ਆਈ। ਖੁਦਾ ਤੇਰਾ ਧੰਨਵਾਦ ਕਰਦਾ, ਬਿਮਾਰੀ ਤੋਂ ਬਚਾ ਕੇ ਰੱਖਣਾ। ਖੁਦਾ ਤੇਰਾ ਧੰਨਵਾਦ ਕਰਦਾ ਖੁਦਾ, ਅਜੇ ਪੈੜੇ ਪ੍ਰੋਬਲਮ ਤੋਂ, ਮੁਸ਼ਕਲਾਂ ਤੋਂ, ਤੰਗੀਆਂ ਤੋਂ ਖੁਦਾ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਖੁਦਾ ਪ੍ਰਭੂ ਜੀ। ਜੇਕਰ ਇਹਨਾਂ ਦੇ ਘਰਾਂ ਵਿੱਚ ਕੋਈ ਵੀ ਦੁਖੀ, ਬਿਮਾਰ, ਪਰੇਸ਼ਾਨ ਹੈ ਖੁਦਾ, ਉਹਦੀ ਬਿਮਾਰੀ ਤੋਂ ਛੂ ਕੇ ਉਹਨੂੰ ਸ਼ਿਫਾ ਦੇਣਾ, ਤੰਦਰੁਸਤੀ ਦੇਣਾ। ਖੁਦਾ ਤੇਰਾ ਧੰਨਵਾਦ ਕਰਦਾ ਖੁਦਾ ਪ੍ਰਭੂ ਯਿਸੂ ਮਸੀਹ ਜੀ। ਖੁਦਾ ਤੇਰੇ ਨਾਮ ਨੂੰ ਮਹਿਮਾ ਜਲਾਲ ਦਿੰਦਾ। ਖੁਦਾ ਤੇਰਾ ਧੰਨਵਾਦ ਹੋ, ਤੁਸੀਂ ਸਾਡੀ ਦੁਆ ਨੂੰ ਸੁਣਿਆ, ਸੁਣ ਕੇ ਉੱਤਰ ਦਿੱਤਾ। ਯਿਸੂ ਦੇ ਨਾਮ ਮੰਗਦੇ ਹਾਂ, ਆਮੀਨ। ਤੋ ਸਮਝ ਐਮਸੀ ਜੀ, ਮੈਂ ਵਿਸ਼ਵਾਸ ਕਰਦਾ ਅੱਜ ਦਾ ਵਚਨ ਤੁਹਾਡੀ ਲਾਈਫ ਦੇ ਵਿੱਚ ਵੱਡੀ ਆਸ਼ੀਸ਼, ਵੱਡੀ ਬਰਕਤ ਲੈ ਕੇ ਆਏਗਾ। ਗੋਡ ਬਲੈਸ ਯੂ। ਆਪਣੇ ਘਰ ਦੇ ਵਿੱਚ ਰਹੋ, ਤੁਸੀਂ ਅਜਿਹੀਆਂ ਅਫਵਾਹਾਂ ਤੋਂ ਤੁਸੀਂ ਬਚੋ। ਤੁਸੀਂ ਅਫਵਾਹਾਂ ਨੂੰ ਨਾ ਜ਼ਿਆਦਾ ਧਿਆਨ ਨਾ ਦਿਓ, ਤੁਸੀਂ ਪ੍ਰੇਅਰ ਦੇ ਵਿੱਚ ਬਣੋ। ਤੁਸੀਂ ਇਹਨਾਂ ਦਿਨਾਂ ਵਿੱਚ ਪ੍ਰੇਅਰ ਕਰੋ, ਜ਼ਿਆਦਾ ਤੋਂ ਜ਼ਿਆਦਾ ਵਚਨ ਪੜ੍ਹੋ। ਤੁਸੀਂ ਇਹਨਾਂ ਦਿਨਾਂ ਵਿੱਚ ਮੈਂ ਫਿਰ ਤੁਹਾਨੂੰ ਇਹ ਗੱਲ ਨੂੰ ਕਹਿ ਰਿਹਾ, ਤੁਸੀਂ ਜੇਕਰ ਇਹਨਾਂ ਦਿਨਾਂ ਵਿੱਚ ਬੜੇ ਰੂਹ ਤਨ ਮਨ ਦੇ ਨਾਲ ਤੁਸੀਂ ਪ੍ਰੇਅਰ ਕਰ ਰਹੇ ਜੇ, ਖਾਲੀ ਨਹੀਂ ਉੱਠੋਗੇ, ਤੁਸੀਂ ਕੁਛ ਨਾ ਕੁਛ ਤੁਸੀਂ ਖੁਦਾ ਦੇ ਕੋਲੋਂ ਜ਼ਰੂਰ ਤੁਸੀਂ ਕੀ ਆ ਲੈ ਕੇ ਤੁਸੀਂ ਉੱਠੋਗੇ। ਫਿਰ ਖੁਦਾ ਦਾ ਦਾਸ ਹੋਣ ਦੇ ਨਾਤੇ ਮੈਂ ਇਹ ਗੱਲ ਨੂੰ ਕਹਿ ਰਿਹਾ, ਕੱਲ 27 ਤਰੀਕ ਆ, 27 ਅਪ੍ਰੈਲ ਆ, ਕੱਲ ਸਾਡੇ ਸਾਰੀ ਰਾਤ ਦੀ ਪ੍ਰੇਅਰ ਹੋਏਗੀ। 9 ਵਜੇ ਤੋਂ ਲੈ ਕੇ ਰਾਤ ਸਵੇਰ 4 ਵਜੇ ਤੱਕ ਪ੍ਰੇਅਰ ਹੋਏਗੀ। ਤੋ ਮਿਹਰਬਾਨੀ ਕਰਕੇ ਸਭ ਜਣੇ ਤੁਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਪ੍ਰੇਅਰ ਕਰਨੀ। ਆਪਾਂ ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਅਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਪ੍ਰੇਅਰ ਕਰਨੀ ਆ। ਖੁਦਾ ਤੁਹਾਨੂੰ ਆਸ਼ੀਸ਼ ਦੇਵੇ, ਖੁਦਾ ਤੁਹਾਨੂੰ ਬਰਕਤ ਦੇਵੇ। ਗੋਡ ਬਲੈਸ ਯੂ।